ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਦੇ ਪਾਰਟ 1 ਤੋਂ ਪਾਰਟ 8 ਤੱਕ ਦੀ ਦੁਹਰਾਈ ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਬਹੁਪਸੰਦੀ ਪ੍ਰਸ਼ਨ, ਖਾਲੀ ਥਾਵਾਂ, ਸਹੀ ਗਲਤ, ਛੋਟੇ ਉੱਤਰਾਂ ਵਾਲੇ ਪ੍ਰਸ਼ਨ ਅਤੇ ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਨੂੰ ਇਸ ਵੀਡੀਓ ਦੇ ਮਾਧਿਅਮ ਦੇ ਰਾਹੀਂ ਕਵਰ ਕਰਾਂਗੇ। ਸੋ ਆਓ ਅਸੀਂ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਪਾਰਟ ਨੰਬਰ 1, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਬਹੁ ਚੋਣਵੇਂ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਕਿਹੜਾ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ? ਸਾਡੇ ਕੋਲ ਇਸ ਦੇ ਆਪਸ਼ਨ ਹੈ ਮਲਟੀਮੀਡੀਆ, ਸਪਰੈਡਸ਼ੀਟ, ਪ੍ਰੈਜੈਂਟੇਸ਼ਨ ਜਾਂ ਡਾਟਾਬੇਸ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸਪਰੈਡਸ਼ੀਟ ਟੂਲ ਬਜਟ, ਵਿੱਤੀ ਸਟੇਟਮੈਂਟ ਅਤੇ ਵਿਕਰੀ ਦੇ ਰਿਕਾਰਡ ਨੂੰ ਮੇਨਟੇਨ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਪ੍ਰਸ਼ਨ ਹੈ, ਜਦੋਂ ਅਸੀਂ ਇੱਕ ਪੰਨੇ ਦੇ ਡੈਸ਼ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ। ਸਾਡੇ ਕੋਲ ਦੇ ਆਪਸ਼ਨ ਹੈ ਸਟਾਰਟਿੰਗ, ਐਂਡ, ਮਿਡ ਆਫ ਦਾ ਪੇਜ ਜਾਂ ਕੋਈ ਨਹੀਂ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਜਦੋਂ ਅਸੀਂ ਇੱਕ ਪੰਨੇ ਦੇ ਐਂਡ ਤੇ ਪਹੁੰਚਦੇ ਹਾਂ ਤਾਂ ਵਰਡ ਆਟੋਮੈਟਿਕ ਇੱਕ ਪੇਜ ਬ੍ਰੇਕ ਦਾਖਲ ਕਰਦਾ ਹੈ। ਤੀਸਰਾ ਪ੍ਰਸ਼ਨ ਹੈ, ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਹੇਠਾਂ ਕਿਸ ਰੰਗ ਦੀ ਲਾਈਨ ਆਵੇਗੀ? ਸਾਡੇ ਕੋਲ ਦੇ ਆਪਸ਼ਨ ਹੈ ਨੀਲੀ, ਚਿੱਟੀ, ਲਾਲ ਜਾਂ ਕਾਲੀ। ਤਾਂ ਸਾਡੇ ਕੋਲ ਸਹੀ ਉੱਤਰ ਹੈ ਜਦੋਂ ਅਸੀਂ ਆਪਣਾ ਡਾਕੂਮੈਂਟ ਟਾਈਪ ਕਰਦੇ ਹਾਂ ਤਾਂ ਗਲਤ ਲਿਖੇ ਅੱਖਰ ਹੇਠਾਂ ਲਾਲ ਰੰਗ ਦੀ ਲਾਈਨ ਆਵੇਗੀ। ਚੌਥਾ ਪ੍ਰਸ਼ਨ ਹੈ, ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਟ ਸ਼ਾਮਲ ਹੁੰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਐਨੀਮੇਸ਼ਨ, ਸਾਊਂਡ ਪ੍ਰਭਾਵ, ਡਿਜ਼ਾਈਨ ਜਾਂ ਟ੍ਰਾਂਜੀਸ਼ਨ। ਤਾਂ ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸਭ ਤੋਂ ਆਮ ਕਿਸਮ ਦੇ ਪ੍ਰਭਾਵ ਵਿੱਚ ਐਂਟਰੈਂਸ ਪਲੱਸ ਐਗਜ਼ਿਟ ਅਤੇ ਐਗਜ਼ਿਟ ਸ਼ਾਮਲ ਹੁੰਦੇ ਹਨ। ਉਹ ਸਾਡੇ ਕੋਲ ਟ੍ਰਾਂਜੀਸ਼ਨ। ਪੰਜਵਾਂ ਹੈ, ਡੈਸ਼ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ। ਸਾਡੇ ਕੋਲ ਜੋ ਆਪਸ਼ਨ ਹੈ ਗ੍ਰਾਫਿਕਸ, ਡਿਜ਼ਾਈਨ, ਮਾਰਜਨ ਜਾਂ ਇਹਨਾਂ ਵਿੱਚ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਮਾਰਜਨ ਪੇਜ ਦੇ ਕਿਨਾਰਿਆਂ ਦੀ ਖਾਲੀ ਥਾਂ ਹੁੰਦੀ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ। ਸਭ ਤੋਂ ਪਹਿਲੀ ਖਾਲੀ ਥਾਂ ਸਾਡੇ ਕੋਲ ਕੰਪਿਊਟਰ ਸੌਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ, ਡੈਸ਼ ਅਤੇ ਡੈਸ਼। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਕੰਪਿਊਟਰ ਸੌਫਟਵੇਅਰ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਉਹ ਹੈ ਸਾਡੇ ਕੋਲ ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਡਾਟਾਬੇਸ ਸੌਫਟਵੇਅਰ। ਸੰਬੰਧਿਤ ਡਾਟਾ ਦਾ ਇਕੱਠ ਹੈ। ਇਸ ਟੂਲ ਦਾ ਉਦੇਸ਼ ਡੈਸ਼ ਅਤੇ ਡੈਸ਼ ਹੈ। ਸਾਡੇ ਕੋਲ ਉੱਤਰ ਹੈ ਡਾਟਾਬੇਸ ਸੌਫਟਵੇਅਰ ਸੰਬੰਧਿਤ ਡਾਟਾ ਦਾ ਇਕੱਠ ਹੈ। ਇਸ ਟੂਲ ਦਾ ਉਦੇਸ਼ ਆਰਗੇਨਾਈਜ਼ ਅਤੇ ਮੈਨੇਜ ਕਰਨਾ ਹੈ। ਤੀਸਰੀ ਖਾਲੀ ਥਾਂ ਹੈ, ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ਡੈਸ਼ ਵਰਟੀਕਲ ਜਾਂ ਡੈਸ਼ ਹੌਰੀਜ਼ੌਂਟਲ ਓਰੀਐਂਟੇਸ਼ਨ ਦੀ ਚੋਣ ਕਰ ਸਕਦੇ ਹਾਂ। ਸਾਡੇ ਕੋਲ ਇਸ ਦਾ ਉੱਤਰ ਹੈ ਅਸੀਂ ਆਪਣੇ ਪੂਰੇ ਡਾਕੂਮੈਂਟ ਜਾਂ ਕੁਝ ਹਿੱਸੇ ਲਈ ਪੋਰਟਰੇਟ ਜਾਂ ਲੈਂਡਸਕੇਪ ਓਰੀਐਂਟੇਸ਼ਨ ਦੀ ਚੋਣ ਕਰ ਸਕਦੇ ਹਾਂ। ਚੌਥੀ ਖਾਲੀ ਥਾਂ ਹੈ, ਪਾਵਰ ਪੁਆਇੰਟ ਦੁਆਰਾ ਸਪੋਰਟਡ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ ਡੈਸ਼ ਅਤੇ ਡੈਸ਼। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਪਾਵਰ ਪੁਆਇੰਟ ਦੁਆਰਾ ਸਪੋਰਟਡ ਇਮੇਜ ਫਾਈਲ ਦੀ ਐਕਸਟੈਂਸ਼ਨ ਵਿੱਚ ਸ਼ਾਮਲ ਹਨ .tif, .bmp। ਪੰਜਵੀਂ ਖਾਲੀ ਥਾਂ ਹੈ, ਮਲਟੀਮੀਡੀਆ ਸੌਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ਡੈਸ਼ ਅਤੇ ਡੈਸ਼ ਚਲਾਉਣ ਦੀ ਆਗਿਆ ਦਿੰਦਾ ਹੈ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਮਲਟੀਮੀਡੀਆ ਸੌਫਟਵੇਅਰ ਉਹ ਟੂਲ ਹੈ ਜੋ ਯੂਜ਼ਰ ਨੂੰ ਮੀਡੀਆ ਪਲੇਅਰ ਅਤੇ ਰੀਅਲ ਪਲੇਅਰ ਦੀ ਮਦਦ ਨਾਲ ਆਡੀਓ ਅਤੇ ਵੀਡੀਓ ਚਲਾਉਣ ਦੀ ਆਗਿਆ ਦਿੰਦਾ ਹੈ। ਅੱਗੇ ਸਾਡੇ ਕੋਲ ਸਹੀ ਗਲਤ ਦੱਸੋ। ਪਹਿਲਾ ਸਹੀ ਗਲਤ ਹੈ, ਐਕਸਲ ਦਾ ਮੁੱਖ ਉਦੇਸ਼ ਡਾਕੂਮੈਂਟ ਬਣਾਉਣਾ ਹੈ। ਗਲਤ। ਦੂਸਰਾ ਹੈ, ਐਪਲੀਕੇਸ਼ਨ ਸੌਫਟਵੇਅਰ ਇੱਕ ਅਜਿਹਾ ਸੌਫਟਵੇਅਰ ਹੈ ਜੋ ਯੂਜ਼ਰ ਲਈ ਖਾਸ ਕੰਮ ਕਰਦਾ ਹੈ। ਸਹੀ। ਤੀਸਰਾ ਹੈ, ਡਾਟਾਬੇਸ ਟੂਲ ਸਲਾਈਡ ਸ਼ੋਅ ਦੇ ਰੂਪ ਵਿੱਚ ਜਾਣਕਾਰੀ ਨੂੰ ਡਿਸਪਲੇ ਕਰਨ ਲਈ ਵਰਤਿਆ ਜਾਂਦਾ ਹੈ। ਗਲਤ। ਚੌਥਾ ਹੈ, ਅਸੀਂ ਮੌਜੂਦਾ ਟੈਬ ਸਟਾਪ ਨੂੰ ਰੂਲਰ ਦੇ ਨਾਲ ਨਾਲ ਵੱਖ-ਵੱਖ ਥਾਵਾਂ ਤੇ ਖੱਬੇ ਜਾਂ ਸੱਜੇ ਪਾਸੇ ਡਰੈਗ ਕਰ ਸਕਦੇ ਹਾਂ। ਸਹੀ। ਪੰਜਵਾਂ ਹੈ, ਜਦੋਂ ਅਸੀਂ ਪ੍ਰਿੰਟ ਟੈਬ ਤੇ ਕਲਿੱਕ ਕਰਦੇ ਹਾਂ ਤਾਂ ਪ੍ਰਿੰਟ ਪ੍ਰੀਵਿਊ ਆਪਣੇ ਆਪ ਦਿਖਾਈ ਦਿੰਦਾ ਹੈ। ਸਹੀ। ਅੱਗੇ ਸਾਡੇ ਕੋਲ ਹੈ ਬਹੁਤ ਛੋਟੇ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, MS ਆਫਿਸ 2007 ਵਿੱਚ ਵਰਡ ਡਾਕੂਮੈਂਟ ਦੀ ਐਕਸਟੈਂਸ਼ਨ ਲਿਖੋ। ਸਾਡੇ ਕੋਲ ਸਹੀ ਉੱਤਰ ਹੈ .docx। ਦੂਸਰਾ ਪ੍ਰਸ਼ਨ ਹੈ, MS ਆਫਿਸ 2007 ਵਿੱਚ ਸਪਰੈਡਸ਼ੀਟ ਦੀ ਐਕਸਟੈਂਸ਼ਨ ਲਿਖੋ। ਸਾਡੇ ਕੋਲ ਸਹੀ ਉੱਤਰ ਹੈ .xlsx।
तीसरा साडे कोल MS ऑफिस 2007 ਵਿੱਚ पावर पॉइंट ਦੀ एक्सटेंशन लिखो। सो साडे कोल सही उत्तर है .pptx। चौथा साडे कोल BMP ਦਾ पूरा रूप लिखो। सो BMP ਦਾ पूरा नाम ਹੁੰਦਾ है बिटमैप पिक्चर। पंजवां साडे कोल PDF ਦਾ पूरा रूप लिखो। PDF ਦਾ पूरा नाम ਹੁੰਦਾ है पोर्टेबल डॉक्यूमेंट फॉर्मेट। अगे साडे कोल छोटे होते वाले प्रश्न, जिस विच पहला प्रश्न है सिस्टम सॉफ्टवेयर ਨੂੰ परिभाषित करो। सो कंप्यूटर ਦੇ ਸਾਰੇ ਕੰਮਕਾਰਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਸੌਫਟਵੇਅਰ ਵਰਤੇ ਜਾਂਦੇ ਹਨ ਉਹਨਾਂ ਨੂੰ ਸਿਸਟਮ ਸੌਫਟਵੇਅਰ ਕਿਹਾ ਜਾਂਦਾ ਹੈ। ਸਿਸਟਮ ਸੌਫਟਵੇਅਰ ਤੋਂ ਬਿਨਾਂ ਐਪਲੀਕੇਸ਼ਨ ਸੌਫਟਵੇਅਰ ਕੰਮ ਨਹੀਂ ਕਰ ਸਕਦਾ। ਸਿਸਟਮ ਸੌਫਟਵੇਅਰ ਕਈ ਕਿਸਮਾਂ ਦੇ ਹੁੰਦੇ ਹਨ, ਜਿਵੇਂ ਕਿ ਆਪਰੇਟਿੰਗ ਸਿਸਟਮ, ਭਾਸ਼ਾ ਟਰਾਂਸਲੇਟਰ, यूटिलिटी प्रोग्राम आदि। दूसरा प्रश्न है डाटाबेस सॉफ्टवेयर की व्याख्या करो। डाटाबेस संबंधित डाटा का संग्रह होता है। इस टूल का मुख्य उद्देश्य डाटा ਨੂੰ संगठित करना ਅਤੇ उसका प्रबंधन करना होता है। संस्थावां अपना डाटा स्टोर करने ਲਈ ਇਹਨਾਂ सॉफ्टवेयर की वरतों करदियां ਹਨ। MS एक्सेस, ओरेकल, SQL सर्वर आदि डाटाबेस सॉफ्टवेयर ਦੀਆਂ ਉਦਾਹਰਨਾਂ ਹਨ। तीसरा प्रश्न है मल्टीमीडिया सॉफ्टवेयर की व्याख्या करो। मल्टीमीडिया एक तो वध मीडिया के सुमेल नाल बनता है। मल्टीमीडिया के 5 मुख्य तत्व होंगे हैं टैक्सट, पिक्चर, आडियो, वीडियो और एनीमेशन। मल्टीमीडिया सॉफ्टवेयर यूजर ਨੂੰ ਇਹਨਾਂ ਤੱਤਾਂ ਦੀ ਵਰਤੋਂ ਨਾਲ ਆਡੀਓ ਵੀਡੀਓ ਫਾਈਲਾਂ ਬਣਾਉਣ ਵਿੱਚ ਮਦਦ ਕਰਦੇ ਹਨ। ਮੀਡੀਆ ਪਲੇਅਰ ਮਲਟੀਮੀਡੀਆ ਟੂਲ ਦੇ ਉਦਾਹਰਣ ਹਨ। ਪੰਜਵਾਂ ਪ੍ਰਸ਼ਨ ਹੈ ਪੇਜ ਬ੍ਰੇਕ ਕੀ ਹੈ। ਪੇਜ ਬ੍ਰੇਕ ਕਿਵੇਂ ਦਾਖਲ ਕੀਤਾ ਜਾਂਦਾ ਹੈ। ਸੋ ਪੇਜ ਬ੍ਰੇਕ ਦੀ ਵਰਤੋਂ ਨਵਾਂ ਪੇਜ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਅਸੀਂ Ctrl+Enter ਸ਼ਾਰਟਕਟ ਕੀ ਦੀ ਵਰਤੋਂ ਨਾਲ ਪੇਜ ਬ੍ਰੇਕ ਦਾਖਲ ਕਰ ਸਕਦੇ ਹਾਂ। ਇਸ ਨੂੰ ਇੰਸਰਟ ਟੈਬ ਦੀ ਮਦਦ ਨਾਲ ਵੀ ਦਾਖਲ ਕੀਤਾ ਜਾ ਸਕਦਾ ਹੈ, ਜਿਸ ਦੇ ਸਟੈਪ ਇਸ ਪ੍ਰਕਾਰ ਹਨ। ਸਭ ਤੋਂ ਪਹਿਲਾ ਸਟੈਪ ਹੈ ਅਸੀਂ ਨਵੇਂ ਪੇਜ ਨੂੰ ਜਿਸ ਜਗ੍ਹਾ ਤੋਂ ਸ਼ੁਰੂ ਕਰਨਾ ਚਾਹੁੰਦੇ ਹਾਂ ਉੱਥੇ ਕਲਿੱਕ ਕਰੋ। ਦੂਜਾ ਪੁਆਇੰਟ ਇੰਸਰਟ ਟੈਬ ਤੇ ਕਲਿੱਕ ਕਰੋ। ਤੀਸਰਾ ਪੁਆਇੰਟ ਪੇਜ ਗਰੁੱਪ ਵਿੱਚ ਪੇਜ ਬ੍ਰੇਕ ਤੇ ਕਲਿੱਕ ਕਰੋ। ਸੋ ਇਸ ਤਰ੍ਹਾਂ ਦੇ ਨਾਲ ਪੇਜ ਬ੍ਰੇਕ ਦਾਖਲ ਹੋ ਜਾਵੇਗੀ। ਅੱਗੇ ਸਾਡੇ ਕੋਲ ਹੈ ਵੱਡੇ ਹੋਤ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ऑफिस टूल की ਹਨ। ਕਿਸੇ ਵੀ 5 ਕਿਸਮ ਦੇ ऑफिस टूल ਦੀ ਵਿਆਖਿਆ ਕਰੋ। ਸੋ ऑफिस टूल ਸੌਫਟਵੇਅਰ ਉਹ ਪ੍ਰੋਗਰਾਮ ਹੁੰਦੇ ਹਨ ਜੋ ਯੂਜ਼ਰ ਨੂੰ ਡਾਕੂਮੈਂਟ, ਡਾਟਾਬੇਸ, ਗ੍ਰਾਫਿਕਸ, ਵਰਕਸ਼ੀਟਾਂ ਅਤੇ ਪ੍ਰੈਜੈਂਟੇਸ਼ਨ ਵਰਗੀਆਂ ਚੀਜ਼ਾਂ ਤਿਆਰ ਕਰਨ ਵਿੱਚ ਮਦਦ ਕਰਦੇ ਹਨ। ਬਹੁਤ ਸਾਰੇ ऑफिस टूल ਨੂੰ ਵਪਾਰਕ ਵਰਤੋਂ ਲਈ ਵਰਤਿਆ ਜਾਂਦਾ ਹੈ। ऑफिस टूल ਦੀਆਂ ਸਾਡੇ ਕੋਲ ਕੁਝ ਕਿਸਮਾਂ ਨੇ, ਜਿਸ ਵਿੱਚ ਪਹਿਲਾ ਹੈ वर्ड प्रोसेसिंग टूल, दूसरा डाटाबेस सॉफ्टवेयर टूल, तीसरा स्प्रेडशीट टूल, चौथा प्रेजेंटेशन टूल, पंजवां मल्टीमीडिया सॉफ्टवेयर। तो हुण असीं एक करके इन्हां ऑफिस टूल दी किस्मां बारे जाणांगे, जिस विच पहला है वर्ड प्रोसेसिंग टूल। सो इस टूल का मुख्य उद्देश्य डॉक्यूमेंट तैयार करना है। MS वर्ड, नोटपैड, वर्डपैड आदि वर्ड प्रोसेसिंग दी कुछ उदाहरण हैं। दूसरा है डाटा बेस सॉफ्टवेयर टूल। डाटाबेस संबंधित डाटा का संग्रह है। इस टूल का मुख्य उद्देश्य डाटा ਨੂੰ संगठित करना या प्रबंध करना है। MS एक्सेस, FoxPro, DBase, Oracle इस ਦੀਆਂ ਮੁੱਖ ਉਦਾਹਰਨਾਂ ਹਨ। ਤੀਸਰਾ ਹੈ ਸਪਰੈਡਸ਼ੀਟ ਟੂਲ। ਇਸ ਟੂਲ ਦੀ ਵਰਤੋਂ ਬਜਟ, ਫਾਈਨੈਂਸ਼ੀਅਲ ਸਟੇਟਮੈਂਟ ਅਤੇ ਵਿਕਰੀ ਰਿਕਾਰਡਾਂ ਦੀ ਸਾਂਭ ਸੰਭਾਲ ਕਰਨ ਲਈ ਕੀਤੀ ਜਾਂਦੀ ਹੈ। MS Excel ਇਸ ਦੀ ਮੁੱਖ ਉਦਾਹਰਣ ਹੈ। ਚੌਥਾ ਸਾਡੇ ਕੋਲ ਟੂਲ ਹੈ ਪ੍ਰੈਜੈਂਟੇਸ਼ਨ ਟੂਲ। ਇਹ ਟੂਲ ਸਲਾਈਡ ਸ਼ੋਅ ਦੇ ਰੂਪ ਵਿੱਚ ਜਾਣਕਾਰੀ ਨੂੰ ਪ੍ਰਦਰਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਪ੍ਰੈਜੈਂਟੇਸ਼ਨ ਟੂਲ ਦੇ ਮੁੱਖ ਕੰਮ ਹਨ ਟੈਕਸਟ ਐਡਿਟ ਕਰਨਾ, ਇੰਸਰਟ ਅਤੇ ਫਾਰਮੈਟਿੰਗ ਕਰਨਾ, ਟੈਕਸਟ ਵਿੱਚ ਗ੍ਰਾਫਿਕ ਸ਼ਾਮਿਲ ਕਰਨਾ ਅਤੇ ਸਲਾਈਡ ਸ਼ੋਅ ਨੂੰ ਚਲਾਉਣਾ। ਇਸ ਦੀ ਮੁੱਖ ਉਦਾਹਰਨ ਹੈ MS PowerPoint। ਪੰਜਵਾਂ ਸਾਡੇ ਕੋਲ ਟੂਲ ਹੈ ਮਲਟੀਮੀਡੀਆ ਸੌਫਟਵੇਅਰ। ਇਹ ਟੂਲ ਯੂਜ਼ਰ ਨੂੰ ਆਡੀਓ ਵੀਡੀਓ ਬਣਾਉਣ ਵਿੱਚ ਮਦਦ ਕਰਦਾ ਹੈ। ਮਲਟੀਮੀਡੀਆ ਟੂਲ ਦੇ ਵੱਖ-ਵੱਖ ਰੂਪ ਹਨ ਆਡੀਓ ਕਨਵਰਟਰ, ਪਲੇਅਰ ਬਰਨਰ, ਵੀਡੀਓ ਇਨਕੋਡਰ ਅਤੇ ਡਿਕੋਡਰ। ਅੱਗੇ ਸਾਡੇ ਕੋਲ ਅਗਲਾ ਪ੍ਰਸ਼ਨ ਹੈ ਟੈਬ ਸਟਾਪ ਕੀ ਹੈ। ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨ ਦੀ ਵਿਆਖਿਆ ਕਰੋ। ਟੈਬ ਸਟਾਪ ਬਣਾਉਣਾ ਉਦੋਂ ਸਹਾਇਕ ਹੋ ਸਕਦਾ ਹੈ ਜਦੋਂ ਬਹੁਤ ਸਾਰੇ ਡਾਕੂਮੈਂਟ ਤਿਆਰ ਕੀਤੇ ਜਾਂਦੇ ਹੋਣ, ਜਿਵੇਂ ਕਿ ਫਲਾਇਰ, ਸਮੱਗਰੀ ਦੀ ਸੂਚੀ ਅਤੇ ਰਿਜ਼ਿਊਮ ਬਣਾਉਣ ਸਮੇਂ। ਟੈਬ ਸਟਾਪ ਸਾਨੂੰ ਸਹੀ ਢੰਗ ਨਾਲ ਜਾਣਕਾਰੀ ਦਰਸਾਉਣ ਅਤੇ ਲੜੀਬੱਧ ਕਰਨ ਵਿੱਚ ਮਦਦ ਕਰਦੇ ਹਨ। ਮੈਨੂਅਲ ਟੈਬ ਸਟਾਪ ਨੂੰ ਸੈੱਟ ਕਰਨ ਦੇ ਸਾਡੇ ਕੋਲ ਸਟੈਪਸ ਨੇ। ਪਹਿਲਾ ਸਟੈਪ ਹੈ ਉਹ ਟੈਬ ਸਿਲੈਕਟ ਕਰੋ ਜੋ ਕਿ ਰੂਲਰ ਦੇ ਖੱਬੇ ਕੋਨੇ ਵਿੱਚ ਹੈ। ਨੂੰ ਉਦੋਂ ਤੱਕ ਕਲਿੱਕ ਕਰੋ ਜਦੋਂ ਤੱਕ ਟੈਬ ਸੈੱਟ ਕਰਨ ਵਾਲੀ ਟੈਬ ਖੋਲ੍ਹ ਨਹੀਂ ਜਾਂਦੀ, ਜਿਵੇਂ ਕਿ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ। ਫਿਰ ਆਪਣੇ ਪੇਜ ਦੇ ਉੱਪਰ ਰੂਲਰ ਤੇ ਕਲਿੱਕ ਕਰੋ ਜਿੱਥੇ ਅਸੀਂ ਟੈਬ ਸਟਾਪ ਦਾਖਲ ਕਰਨਾ ਚਾਹੁੰਦੇ ਹਾਂ।
5 प्रकार के टैब स्टॉप साडे कोल हेठां लिखे अनुसार हैं, जिस विच पहला है लैफ्ट टैब स्टॉप। ये टैक्सट की शुरुआती पोजीशन को सैट करती है, जो कि टाइप करने के नाल सज्जे पासे चली जाती है। दूसरा साडे कोल है सेंटर टैब स्टॉप। ये टैक्सट के सेंटर नूं निर्धारित करती है, जिवें जिवें असीं टाइप करते जाते हैं टैक्सट सैट होंदा जाता है। तीसरा है राइट टैब स्टॉप। ये टैक्सट का सज्जा पासा सैट करता है, जिवें असीं टाइप करते जाते हैं टैक्सट खब्बे पासे वाल चला जाता है। चौथा साडे कोल है डेसीमल टैब स्टॉप। ये अंकां नूं डेसीमल या दशमलव नाल अलाइन करता है। अंकां की गिनती तो परे ये दशमलव की जगह नहीं बदलता। पंजवां साडे कोल है बार टैब स्टॉप। ये टैक्सट नूं पोजीशन नहीं करता, ये टैब पोजीशन ते वर्टिकल बार नूं इंसर्ट करता है। अगे साडे कोल चौथा प्रश्न है प्रिंट अते प्रिंट प्रीव्यू कमांड विच अंतर लिखो। सो प्रिंट अते प्रिंट प्रीव्यू कमांड विच अंतर कुछ हेठा लिखे अनुसार है, जिस पहला है प्रिंट कमांड और दूसरा है प्रिंट प्रीव्यू कमांड। सो इसका पहला स्टैप है प्रिंट कमांड की वरतों डॉक्यूमेंट नूं पेपर ते प्रिंट करने लई कीती जाती है, जबकि प्रिंट प्रीव्यू कमांड की वरतों डॉक्यूमेंट प्रिंट करने तो पहला मोनीटर स्क्रीन उपर ही उसका प्रीव्यू देखने लई कीती जाती है। दूसरा पॉइंट है प्रिंट कमांड डॉक्यूमेंट प्रिंट करने लई फाइल टैब विचों प्रिंट कमांड ते क्लिक किया जाता है, जबकि प्रिंट प्रीव्यू कमांड के लिए जदों असीं फाइल टैब विचों प्रिंट कमांड ते क्लिक करते हैं तो वर्ड अपने आप डॉक्यूमेंट का प्रीव्यू दिखाता है। अगे साडे कोल पार्ट नंबर 2 के बहु 94 प्रश्न है, जिस पहला प्रश्न है। तो पहला प्रश्न है किसी भी HTML दस्तावेज विच पहला टैग की होना चाहिए है। साडे कोल जो ऑप्शन है हैड टाइटल HTML या डॉक्यूमेंट। साडे कोल इसका सही उत्तर है किसी भी HTML डॉक्यूमेंट विच पहला टैग HTML होना चाहिए है। दूसरा प्रश्न है लाइन ब्रेक पाउण लई सही HTML टैग की है। साडे कोल जो ऑप्शन है BRLB ब्रेक या न्यू लाइन। साडे कोल सही उत्तर है लाइन ब्रेक पाउण लई सही HTML टैग BR टैग है। तीसरा प्रश्न है एक वैब पेज तस्वीर दिखाता है, इस तस्वीर नूं प्रदर्शित करने लई किहड़ा टैग वरतिया जाता है। साडे कोल जो ऑप्शन है पिक्चर इमेज IMG SRC। साडे कोल सही उत्तर है एक वैब पेज तस्वीर दिखाता है, इस तस्वीर नूं प्रदर्शित करने लई IMG टैग वरतिया जाता है। अगे साडे कोल चौथा प्रश्न है HTML दस्तावेज नूं सेव करने लई डैश एक्सटेंशन वरती जाती है। साडे कोल जो ऑप्शन है .htl .html .hlt या .htnl। साडे कोल सही उत्तर है HTML दस्तावेज नूं सेव करने लई .html एक्सटेंशन वरती जाती है। पंजवां साडे कोल प्रश्न है टेबल विच होर वरते जाते टैग हेठ लिखे अनुसार हैं TR TD TH या ये सारे। तो साडे कोल सही उत्तर है टेबल विच होर वरते जाते टैग ये सारे हैं। अगे साडे कोल 6वां प्रश्न है एक वैब पेज तस्वीर दिखाता है, इस तस्वीर नूं प्रदर्शित करने लई किहड़ा टैग वरतिया जाता है। तो साडे कोल जो ऑप्शन है पिक्चर इमेज IMG या SRC। तो साडे कोल इसदा सही उत्तर है एक वैब पेज तस्वीर दिखाता है, इस तस्वीर नूं प्रदर्शित करने लई IMG टैग वरतिया जाता है। अगे साडे कोल खाली थां भरो। पहली खाली थां है HTML का पूरा नाम डैश है। साडे कोल सही उत्तर है HTML का पूरा नाम हाइपर टेक्स्ट मार्कअप लैंग्वेज है। दूसरा है एक अनऑर्गेनाइज लिस्ट दर्शाने लई डैश सूची चुनी वरती जाती है। साडे कोल सही उत्तर है एक अनऑर्गेनाइज लिस्ट दर्शाने लई अनऑर्डर सूची वरती जाती है। तीसरा साडे कोल खाली थां है डैश टैग नूं सूची के एलीमेंट परिभाषित करने लई वरतिया जाता है। साडे कोल सही उत्तर है LI यानी कि लिस्ट टैग नूं सूची के एलीमेंट परिभाषित करने लई वरतिया जाता है। चौथा खाली थां है ALT का मतलब है डैश। साडे कोल इसका उत्तर है ALT का मतलब है अल्टरनेट टैक्सट। उस तो बाद पंजवीं खाली थां है डैश HTML दस्तावेज का मुख्य हिस्सा है, जिस विच वैब पेज के बारे सारी जानकारी मौजूद होती है। साडे कोल जो सही उत्तर है बॉडी HTML दस्तावेज का मुख्य हिस्सा है, जिस विच वैब पेज के बारे सारी जानकारी होती है। 6वां साडे कोल डैश विच टाइटल शामिल होंदे हन,
ਜੋ ਕਿ HTML ਦਸਤਾਵੇਜ਼ ਦੇ ਹੈਡਿੰਗ ਦੀ ਪਛਾਣ ਕਰਦਾ ਹੈ। तो ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਹੈਡ ਵਿੱਚ ਟਾਈਟਲ ਸ਼ਾਮਲ ਹੁੰਦੇ ਹਨ ਜੋ ਕਿ HTML ਦਸਤਾਵੇਜ਼ ਦੇ ਹੈਡਿੰਗ ਦੀ ਪਛਾਣ ਕਰਦਾ ਹੈ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਪਹਿਲਾ ਹੈ HTML ਇੱਕ ਸਟਰਕਚਰਡ ਭਾਸ਼ਾ ਹੈ, ਸਹੀ। ਦੂਸਰਾ ਪੁਆਇੰਟ ਹੈ ਟੇਬਲਸ ਲੇਖ TH ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ TH ਟੈਗ ਨਾਲ ਖਤਮ ਹੁੰਦਾ ਹੈ, ਸਹੀ। ਤੀਸਰਾ ਹੈ ਅਲਾਈਨ ਟੈਗ ਵੈਬ ਪੇਜ ਦੀਆਂ ਹੋਰ ਕੰਟੈਂਟ ਦੇ ਮੁਕਾਬਲੇ ਅਟੈਚ ਇਮੇਜਾਂ ਦੀ ਅਲਾਈਨਮੈਂਟ ਨਹੀਂ ਕਰਦਾ, ਗਲਤ। ਚੌਥਾ ਹੈ ਸੈੱਲ ਪੈਡਿੰਗ ਸੈੱਲ ਸੰਖੇਪਾਂ ਅਤੇ ਸੈੱਲ ਦੀ ਸਰਹੱਦ ਵਿਚਕਾਰ ਪਿਕਸਲ ਸਪੇਸ ਹੈ, ਸਹੀ। ਪੰਜਵਾਂ ਹੈ ਪਰਿਭਾਸ਼ਾ ਸੂਚੀ ਵਿੱਚ ਆਮ ਤੌਰ 'ਤੇ ਵੱਖ-ਵੱਖ ਨਿਯਮ ਅਤੇ ਉਹਨਾਂ ਦੇ ਅਰਥ ਤੇ ਪਰਿਭਾਸ਼ਾ ਸ਼ਾਮਲ ਹੁੰਦੇ ਹਨ, ਸਹੀ। ਅੱਗੇ ਸਾਡੇ ਕੋਲ ਪੂਰੇ ਨਾਮ ਲਿਖੋ। ਸਭ ਤੋਂ ਪਹਿਲਾਂ ਸਾਡੇ ਕੋਲ HTML ਦਾ ਪੂਰਾ ਨਾਮ ਹੈ ਹਾਈਪਰਟੈਕਸਟ ਮਾਰਕਅਪ ਲੈਂਗੁਏਜ। ਦੂਸਰਾ ਹੈ B ਟੈਗ ਦਾ ਪੂਰਾ ਨਾਮ ਹੈ ਬੋਲਡ। I ਟੈਗ ਦਾ ਪੂਰਾ ਨਾਮ ਹੈ ਇਟੈਲਿਕ। U ਟੈਗ ਦਾ ਪੂਰਾ ਨਾਮ ਹੈ ਅੰਡਰਲਾਈਨ। OL ਦਾ ਪੂਰਾ ਨਾਮ ਹੈ ਆਰਡਰ ਲਿਸਟ। UL ਦਾ ਪੂਰਾ ਨਾਮ ਹੈ ਅਨਆਰਡਰ ਲਿਸਟ। P ਟੈਗ ਦਾ ਪੂਰਾ ਨਾਮ ਹੈ ਪੈਰਾਗ੍ਰਾਫ। BR ਦਾ ਪੂਰਾ ਨਾਮ ਹੈ ਬ੍ਰੇਕ ਲਾਈਨ। SRC ਦਾ ਪੂਰਾ ਨਾਮ ਹੈ ਸੋਰਸ। IMG ਦਾ ਪੂਰਾ ਨਾਮ ਹੈ ਇਮੇਜ। ਅੱਗੇ ਸਾਡੇ ਕੋਲ TR ਦਾ ਪੂਰਾ ਨਾਮ ਹੈ ਟੇਬਲ ਰੋ। TH ਟੈਗ ਦਾ ਪੂਰਾ ਨਾਮ ਹੈ ਟੇਬਲ ਹੈਡਿੰਗ। TD ਟੈਗ ਦਾ ਪੂਰਾ ਨਾਮ ਹੈ ਟੇਬਲ ਡਾਟਾ। LI ਦਾ ਪੂਰਾ ਨਾਮ ਹੈ ਲਿਸਟ ਆਈਟਮ ਅਤੇ URL ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਅੱਗੇ ਸਾਡੇ ਕੋਲ ਬਹੁਤ ਛੋਟੇ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਉਸ ਟੈਗ ਦਾ ਨਾਮ ਦੱਸੋ ਜੋ ਸ਼ੁਰੂ ਅਤੇ ਅੰਤ ਵਿੱਚ ਵਰਤਿਆ ਜਾਂਦਾ ਹੈ। ਸਾਡੇ ਕੋਲ ਉੱਤਰ ਹੈ HTML। ਦੂਸਰਾ ਪ੍ਰਸ਼ਨ ਹੈ HTML ਕਿਸ ਨੇ ਡਿਜ਼ਾਈਨ ਕੀਤੀ। ਸੋ HTML ਨੂੰ ਟਿਮ ਬਰਨਰ-ਲੀ ਨੇ ਡਿਜ਼ਾਈਨ ਕੀਤਾ ਸੀ। ਤੀਜਾ ਪ੍ਰਸ਼ਨ ਹੈ ਉਸ ਟੈਗ ਦਾ ਨਾਮ ਦੱਸੋ ਜਿਸ ਵਿੱਚ ਸਾਰੇ ਵੈਬ ਪੇਜ ਦੀ ਸੂਚਨਾ ਸਟੋਰ ਹੁੰਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਬੋਡੀ ਟੈਗ। ਚੌਥਾ ਪ੍ਰਸ਼ਨ ਹੈ HTML ਦਸਤਾਵੇਜ਼ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ। ਸੋ ਇਸ ਦਾ ਸਹੀ ਉੱਤਰ ਹੈ HTML ਦਸਤਾਵੇਜ਼ ਨੂੰ ਸੇਵ ਕਰਨ ਲਈ .htm ਜਾਂ .html ਐਕਸਟੈਂਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਵਾਂ ਪ੍ਰਸ਼ਨ ਹੈ ਉਸ ਟੈਗ ਦਾ ਨਾਮ ਦੱਸੋ ਜੋ ਕਿ ਐਮਟੀ ਟੈਗ ਹੈ ਅਤੇ ਇੱਕ ਲਾਈਨ ਨੂੰ ਜੋੜਨ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਹਦਾ ਸਹੀ ਉੱਤਰ ਹੈ BR ਟੈਗ ਇੱਕ ਐਸਾ ਟੈਗ ਹੈ ਜੋ ਕਿ ਐਮਟੀ ਟੈਗ ਹੈ ਅਤੇ ਇੱਕ ਲਾਈਨ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ HTML ਕੀ ਹੈ। ਸੋ HTML ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਹੈ। ਇਹ ਇੱਕ ਸਧਾਰਨ ਭਾਸ਼ਾ ਹੈ। ਇਹ ਟੈਕਸਟ ਬੇਸ ਹੁੰਦੀ ਹੈ। ਇਸ ਦੀ ਵਰਤੋਂ ਵੈਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡ ਨੂੰ ਟੈਗ ਕਿਹਾ ਜਾਂਦਾ ਹੈ। ਟੈਗ ਨੂੰ ਐਂਗਲ ਬ੍ਰੈਕਟ ਦੇ ਨਾਲ ਦਰਸਾਇਆ ਜਾਂਦਾ ਹੈ। HTML ਵਿੱਚ ਦੋ ਕਿਸਮਾਂ ਦੇ ਟੈਗ ਵਰਤੇ ਜਾਂਦੇ ਹਨ, ਕੰਟੇਨਰ ਟੈਗ ਅਤੇ ਐਮਪਟੀ ਟੈਗ। ਦੂਸਰਾ ਪ੍ਰਸ਼ਨ ਹੈ ਇੱਕ ਟੈਗ ਕੀ ਹੈ। ਵੈਬ ਪੇਜ ਵਿੱਚ ਵਰਤੀਆਂ ਜਾਣ ਵਾਲੀਆਂ HTML ਦੀਆਂ ਕਮਾਂਡ ਨੂੰ ਟੈਗ ਕਿਹਾ ਜਾਂਦਾ ਹੈ। ਟੈਗ ਕੁਝ ਖਾਸ ਨਿਰਦੇਸ਼ ਹੁੰਦੇ ਹਨ ਜੋ ਵੈਬ ਬਰਾਊਜ਼ਰ ਨੂੰ ਵਿਸ਼ੇਸ਼ ਕਾਰਜ ਕਰਨ ਲਈ ਨਿਰਦੇਸ਼ ਦਿੰਦੇ ਹਨ। ਟੈਗ ਨੂੰ ਐਂਗਲ ਬ੍ਰੈਕਟਾਂ ਨਾਲ ਦਰਸਾਇਆ ਜਾਂਦਾ ਹੈ। HTML ਵਿੱਚ ਦੋ ਕਿਸਮਾਂ ਦੇ ਟੈਗ ਵਰਤੇ ਜਾਂਦੇ ਹਨ। ਪਹਿਲਾ ਹੈ ਕੰਟੇਨਰ ਟੈਗ। ਇਹਨਾਂ ਨੂੰ ਪੇਅਰ ਟੈਗ ਜਾਂ ਕੰਪੈਨੀਅਨ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ ਦੋ ਵਾਰ ਵਰਤੇ ਜਾਂਦੇ ਹਨ। ਉਦਾਹਰਨ ਲਈ B ਦਾ ਸ਼ੁਰੂਆਤੀ ਟੈਗ ਹੈਲੋ ਤੇ B ਦਾ ਅਖੀਰਲਾ ਟੈਗ। ਉਸੇ ਤਰ੍ਹਾਂ ਨਾਲ ਦੂਸਰਾ ਹੈ ਐਮਪਟੀ ਟੈਗ। ਇਹਨਾਂ ਨੂੰ ਸਿੰਗੂਲਰ ਟੈਗ ਵੀ ਕਿਹਾ ਜਾਂਦਾ ਹੈ। ਇਹ ਡਾਕੂਮੈਂਟ ਵਿੱਚ ਇੱਕ ਵਾਰ ਵਰਤਿਆ ਜਾਂਦਾ ਹੈ। ਉਦਾਹਰਨ ਦੇ ਲਈ BR ਟੈਗ। ਉਸ ਤੋਂ ਬਾਅਦ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ IMG ਟੈਗ ਕੀ ਹੈ, ਸਮਝਾਓ। ਸੋ ਵੈਬ ਪੇਜ ਵਿੱਚ ਤਸਵੀਰ ਲਗਾਉਣ ਲਈ IMG ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਐਮਪਟੀ ਟੈਗ ਹੈ। ਇਸ ਨੂੰ IMG ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ, ਪਰੰਤੂ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ। IMG ਟੈਗ ਵਿੱਚ SRC ਐਟਰੀਬਿਊਟ ਦੀ ਮਦਦ ਨਾਲ ਤਸਵੀਰ ਦਾ ਐਡਰੈਸ ਸੈੱਟ ਕੀਤਾ ਜਾਂਦਾ ਹੈ। ਉਦਾਹਰਨ ਦੇ ਲਈ IMG ਸਪੇਸ ਦੇ ਕੇ SRC ਦਾ ਪੂਰਾ ਨਾਮ ਹੈ ਸੋਰਸ। ਤੇ ਜਿਹੜੀ ਵੀ ਫਾਈਲ ਤੁਹਾਡੇ ਸਿਸਟਮ 'ਚ ਕਿਸ ਜਗ੍ਹਾ 'ਤੇ ਪਈ ਹੋਈ ਹੈ ਤਾਂ ਬਰਾਬਰ ਪਾ ਕੇ ਡਬਲ ਕੋਡ ਦੇ ਵਿੱਚ ਅਸੀਂ ਆਪਣੀ ਉਸ ਫਾਈਲ ਦਾ ਪੂਰਾ ਜਿਹੜਾ ਐਡਰੈਸ ਹੈ ਉਹ ਲਿਖ ਦਿੰਦੇ ਹਾਂ। ਚੌਥਾ ਪ੍ਰਸ਼ਨ ਹੈ ਇੱਕ ਟੇਬਲ ਬਣਾਉਣ ਲਈ ਕਿਹੜੇ ਵੱਖੋ ਵੱਖਰੇ ਟੈਗ ਵਰਤੇ ਜਾਂਦੇ ਹਨ। ਸੋ ਟੇਬਲ ਬਣਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ, ਜਿਸ ਵਿੱਚ ਪਹਿਲਾ ਹੈ ਟੇਬਲ ਟੈਗ, ਦੂਸਰਾ ਟੇਬਲ ਰੋ ਟੈਗ, ਤੀਸਰਾ ਟੇਬਲ ਹੈਡਿੰਗ ਟੈਗ, ਚੌਥਾ ਸਾਡੇ ਕੋਲ ਹੈ ਟੇਬਲ ਡਾਟਾ ਟੈਗ। ਪੰਜਵਾਂ ਪ੍ਰਸ਼ਨ ਹੈ ਫੌਂਟ ਟੈਗ ਦਾ ਐਟਰੀਬਿਊਟ ਸਹਿਤ ਵਰਣਨ ਕਰੋ। ਸੋ ਫੌਂਟ ਟੈਗ ਦੀ ਵਰਤੋਂ ਵੈਬ ਪੇਜ ਵਿੱਚ ਟੈਕਸਟ ਦੇ ਸਟਾਈਲ, ਆਕਾਰ ਅਤੇ ਰੰਗ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਫੌਂਟ ਟੈਗ ਇੱਕ ਕੰਟੇਨਰ ਟੈਗ ਹੈ। ਇਹ ਫੌਂਟ ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ ਫੌਂਟ ਟੈਗ ਨਾਲ ਹੀ ਬੰਦ ਹੁੰਦਾ ਹੈ। ਫੇਸ, ਸਾਈਜ਼ ਅਤੇ ਕਲਰ ਫੌਂਟ ਟੈਗ ਵਿੱਚ ਵਰਤੇ ਜਾਣ ਵਾਲੇ ਮੁੱਖ ਐਟਰੀਬਿਊਟ ਹਨ। ਉਦਾਹਰਨ ਦੇ ਲਈ ਫੌਂਟ ਸਪੇਸ ਦੇ ਕੇ ਫੇਸ ਦੇ ਵਿੱਚ ਅਸੀਂ ਉਸ ਫੌਂਟ ਦਾ ਨਾਮ ਲਿਖਾਂਗੇ।
ਸਾਈਜ਼ ਵਿੱਚ ਅਸੀਂ ਅੱਖਰਾਂ ਦਾ ਜਿਹੜਾ ਆਕਾਰ ਹੈ ਉਹ ਮੈਂਸ਼ਨ ਕਰਾਂਗੇ। ਕਲਰ ਦੇ ਵਿੱਚ ਅਸੀਂ ਉਸਦਾ ਕਲਰ ਦੇਵਾਂਗੇ ਵੀ ਕਿਹੜਾ ਕਲਰ ਅਸੀਂ ਰੱਖਣਾ ਹੈ। ਉਸ ਤੋਂ ਬਾਅਦ ਐਂਗਲ ਬ੍ਰੈਕਟ ਨੂੰ ਬੰਦ ਕਰਕੇ ਅਸੀਂ ਉਹ ਮੈਸੇਜ ਲਿਖਾਂਗੇ ਜਿਵੇਂ ਕਿ ਇਸ ਵਿੱਚ ਹੈਲੋ ਲਿਖਿਆ ਹੈ। ਉਸ ਤੋਂ ਬਾਅਦ ਅਸੀਂ ਫੋਨ ਟੈਗ ਨੂੰ ਬੰਦ ਕਰ ਦਿਆਂਗੇ। ਸੋ ਹੁਣ ਅਸੀਂ ਵੱਡੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ HTML ਦੇ ਬੁਨਿਆਦੀ ਢਾਂਚੇ ਦਾ ਵੇਰਵੇ ਸਹਿਤ ਵਰਣਨ ਕਰੋ। ਸੋ HTML ਡਾਕੂਮੈਂਟ ਵੈਬ ਪੇਜ ਨੂੰ ਦਰਸਾਉਂਦਾ ਹੈ। ਇਸ ਦੇ ਡਾਕੂਮੈਂਟ ਦੀ ਬਣਤਰ ਨੂੰ ਸਮਝਣਾ ਬਹੁਤ ਆਸਾਨ ਹੈ। ਇਹ ਡਾਕੂਮੈਂਟ HTML ਦੇ ਸ਼ੁਰੂਆਤੀ ਟੈਗ ਤੋਂ ਸ਼ੁਰੂ ਹੁੰਦਾ ਹੈ ਅਤੇ HTML ਦੇ ਅਖੀਰਲੇ ਟੈਗ ਨਾਲ ਬੰਦ ਹੁੰਦਾ ਹੈ। ਸਾਰਾ ਡਾਕੂਮੈਂਟ ਇਹਨਾਂ ਟੈਗ ਵਿਚਕਾਰ ਹੀ ਲਿਖਿਆ ਜਾਂਦਾ ਹੈ। HTML ਡਾਕੂਮੈਂਟ ਦੇ ਦੋ ਭਾਗ ਹੁੰਦੇ ਹਨ, ਹੈਡ ਟੈਗ ਅਤੇ ਬੋਡੀ ਟੈਗ। ਸਭ ਤੋਂ ਪਹਿਲਾਂ ਅਸੀਂ ਹੈਡ ਟੈਗ ਬਾਰੇ ਜਾਣਾਂਗੇ। ਹੈਡ ਭਾਗ ਨੂੰ ਹੈਡ ਦੇ ਸ਼ੁਰੂਆਤੀ ਟੈਗ ਨਾਲ ਦਰਸਾਇਆ ਜਾਂਦਾ ਹੈ। ਹੈਡ ਟੈਗ ਵੀ ਇੱਕ ਕੰਟੇਨਰ ਟੈਗ ਹੈ। ਇਹ ਹੈਡ ਟੈਗ ਦੇ ਸ਼ੁਰੂਆਤੀ ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ ਹੈਡ ਟੈਗ ਦੇ ਅਖੀਰਲੇ ਟੈਗ ਨਾਲ ਬੰਦ ਹੁੰਦਾ ਹੈ। ਇਸ ਟੈਗ ਵਿੱਚ ਵੈਬ ਪੇਜ ਸੰਬੰਧੀ ਹੈਡਰ ਸੂਚਨਾ ਹੁੰਦੀ ਹੈ। ਹੈਡ ਟੈਗ ਵਿੱਚ ਟਾਈਟਲ ਟੈਗ ਲਿਖਿਆ ਜਾਂਦਾ ਹੈ। ਟਾਈਟਲ ਟੈਗ ਵੈਬ ਪੇਜ ਦਾ ਸਿਰਲੇਖ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਸਾਡੇ ਕੋਲ ਹੈ ਬੋਡੀ ਟੈਗ। ਬੋਡੀ ਭਾਗ ਨੂੰ ਬੋਡੀ ਟੈਗ ਨਾਲ ਦਰਸਾਇਆ ਜਾਂਦਾ ਹੈ। ਬੋਡੀ ਟੈਗ ਵੀ ਇੱਕ ਕੰਟੇਨਰ ਟੈਗ ਹੈ। ਇਹ ਬੋਡੀ ਟੈਗ ਦੇ ਸ਼ੁਰੂਆਤੀ ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ ਬੋਡੀ ਟੈਗ ਦੇ ਅਖੀਰਲੇ ਟੈਗ ਨਾਲ ਬੰਦ ਹੁੰਦਾ ਹੈ। ਇਸ ਟੈਗ ਦੀ ਵਰਤੋਂ ਡਾਕੂਮੈਂਟ ਦੀ ਬੋਡੀ ਦਿਖਾਉਣ ਲਈ ਕੀਤੀ ਜਾਂਦੀ ਹੈ। ਵੈਬ ਪੇਜ ਦੀ ਸਾਰੀ ਸਮੱਗਰੀ ਇਸ ਟੈਗ ਵਿਚਕਾਰ ਹੀ ਲਿਖੀ ਜਾਂਦੀ ਹੈ। ਉਦਾਹਰਨ ਲਈ HTML ਦਾ ਸ਼ੁਰੂਆਤੀ ਟੈਗ, ਹੈਡ ਦਾ ਸ਼ੁਰੂਆਤੀ ਟੈਗ, ਟਾਈਟਲ ਦੇ ਵਿੱਚ ਅਸੀਂ ਇਸ ਦਾ ਟਾਈਟਲ ਲਿਖਿਆ ਦਿਸ ਇਜ਼ ਟਾਈਟਲ। ਉਸ ਤੋਂ ਬਾਅਦ ਟਾਈਟਲ ਟੈਗ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਹੈਡ ਟੈਗ ਨੂੰ ਵੀ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਬੋਡੀ ਦਾ ਸ਼ੁਰੂਆਤੀ ਟੈਗ, ਉਸ ਦੇ ਵਿੱਚ ਅਸੀਂ ਇੱਕ ਮੈਸੇਜ ਲਿਖਿਆ ਹੈ ਵੈਲਕਮ ਟੂ ਮਾਈ ਵੈਬ ਪੇਜ। ਉਸ ਤੋਂ ਬਾਅਦ ਬੋਡੀ ਟੈਗ ਅਤੇ HTML ਟੈਗ ਨੂੰ ਬੰਦ ਕਰ ਦਿੱਤਾ ਹੈ। ਦੂਸਰਾ ਪ੍ਰਸ਼ਨ ਹੈ ਟੇਬਲ ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਟੈਗ ਕਿਹੜੇ ਹਨ? ਇੱਕ ਉਦਾਹਰਨ ਦੇ ਨਾਲ ਵਿਆਖਿਆ ਕਰੋ। ਸੋ ਟੇਬਲ ਬਣਾਉਣ ਲਈ ਸਾਨੂੰ ਹੇਠ ਲਿਖੇ ਟੈਗ ਨੂੰ ਵਰਤਣਾ ਪੈਂਦਾ ਹੈ, ਜਿਸ ਵਿੱਚ ਪਹਿਲਾ ਹੈ ਟੇਬਲ ਟੈਗ। ਇਸ ਟੈਗ ਦੀ ਵਰਤੋਂ ਟੇਬਲ ਨੂੰ ਸ਼ੁਰੂ ਅਤੇ ਬੰਦ ਕਰਨ ਲਈ ਕੀਤੀ ਜਾਂਦੀ ਹੈ। ਦੂਸਰਾ ਹੈ TR ਟੈਗ। ਇਸ ਦਾ ਪੂਰਾ ਨਾਮ ਟੇਬਲ ਰੋ ਹੈ। ਇਸ ਦੀ ਵਰਤੋਂ ਟੇਬਲ ਵਿੱਚ ਰੋ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਹੈ TH ਟੈਗ। ਇਸ ਦਾ ਪੂਰਾ ਨਾਮ ਟੇਬਲ ਹੈਡਿੰਗ ਹੈ। ਇਸ ਦੀ ਵਰਤੋਂ ਟੇਬਲ ਵਿੱਚ ਕਾਲਮ ਦਾ ਨਾਮ ਲਿਖਣ ਲਈ ਕੀਤੀ ਜਾਂਦੀ ਹੈ। ਚੌਥਾ ਸਾਡੇ ਕੋਲ ਹੈ TD ਟੈਗ। ਇਸ ਦਾ ਪੂਰਾ ਨਾਮ ਟੇਬਲ ਡਾਟਾ ਹੈ। ਇਸ ਦੀ ਵਰਤੋਂ ਟੇਬਲ ਦੇ ਸੈੱਲਾਂ ਵਿੱਚ ਡਾਟਾ ਲਿਖਣ ਲਈ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਾਡੇ ਕੋਲ ਉਦਾਹਰਨ ਹੈ। ਉਦਾਹਰਨ ਦੇ ਵਿੱਚ ਸਭ ਤੋਂ ਪਹਿਲਾਂ HTML ਦਾ ਸ਼ੁਰੂਆਤੀ ਟੈਗ, ਬੋਡੀ ਟੈਗ। ਬੋਡੀ ਦੇ ਵਿੱਚ ਅਸੀਂ ਟੇਬਲ ਟੈਗ ਨੂੰ ਯੂਜ਼ ਕੀਤਾ ਹੈ, ਜਿਸ ਦੇ ਵਿੱਚ ਅਸੀਂ ਟੇਬਲ ਦਾ ਜਿਹੜਾ ਬਾਰਡਰ ਹੈ ਉਸ ਨੂੰ ਇੱਕ ਪੁਆਇੰਟ ਤੱਕ ਸੈੱਟ ਕਰ ਦਿੱਤਾ ਹੈ। ਉਸ ਤੋਂ ਬਾਅਦ TR ਟੈਗ। TR ਟੈਗ ਦੇ ਅੰਦਰ ਅਸੀਂ ਪਹਿਲਾਂ ਹੈਡਿੰਗ ਨੂੰ ਪਰਿਭਾਸ਼ਿਤ ਕਰਾਂਗੇ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਪਹਿਲਾ ਹੈਡਿੰਗ ਹੈ ਰੋਲ ਨੰਬਰ। ਰੋਲ ਨੰਬਰ ਤੋਂ ਬਾਅਦ ਅਸੀਂ ਇਸ ਨੂੰ ਬੰਦ ਕਰ ਦਿੱਤਾ ਹੈ। ਦੂਸਰਾ ਅਸੀਂ ਹੈਡਿੰਗ ਲਿਆ ਹੈ S name ਨੂੰ ਇਸੇ ਤਰ੍ਹਾਂ ਨਾਲ ਅਸੀਂ ਹੈਡ ਟੈਗ ਅਤੇ ਇਸ ਦਾ ਟੇਬਲ ਰੋ ਟੈਗ ਬੰਦ ਕਰ ਦਿੱਤਾ ਹੈ। तो ये साडे कोल एक टेबल है जिस विच साडे कोल एक स्टूडेंट नेम होएगा ਅਤੇ एक रोल नंबर होएगा, जिवें तुसीं सज्जे पासे चित्र देख पा रहे हो। उस तो बाद असीं अगले TR टैग दे राहीं TD दे राहीं असीं इस विच एक नंबर रोल नंबर ਅਤੇ दूसरा अभी सिंह जिहड़ा स्टूडेंट नेम है वो दर्शा दिता है। इस तरह दे नाल तुसीं जिन्नियां भी रोज़ शामिल करना चाहते हो उस दे लई असीं TR टैग दे विच TD राहीं असीं उस विच डाटा ऐड कर सकते हैं। उस तो बाद टेबल टैग, बॉडी टैग और HTML टैग को बंद कर दिता है। अगे साडे कोल तीसरा प्रश्न है, एक उदाहरण दे नाल ऑर्डर लिस्ट समझाओ। ये नंबर लिस्ट होंदी है, इसलिए OL टैग की वरतों की जाती है, जिसका पूरा नाम होता है ऑर्डर लिस्ट। एक कंटेनर टैग है, इस टैग विच आइटमां की लिस्ट बनाने लई LI टैग की वरतों की जाती है। LI टैग विच टाइप एट्रीब्यूट की वरतों नाल नंबरिंग की किस्म बदली जा सकती है। टाइप एट्रीब्यूट के मुल A, कैपिटल A, I, कैपिटल I ਅਤੇ एक हो सकते हैं। उदाहरण के लिए सब तो पहला असी OL टैग ਦੇ ਨਾਲ ਅਸੀਂ ਉਸਦੀ टाइप ਦਿੱਤੀ है। टाइप ਦੇ ਵਿੱਚ ਜੇਕਰ ਅਸੀਂ 1 ਮੈਂਸ਼ਨ ਕਰਦੇ ਹਾਂ तो इस एक करेगा, एक तो लैके नंबरिंग ਜਿਹੜੀਆਂ शुरू करेगा। जेकर ਅਸੀਂ छोटा लिख ਦਿੰਦੇ ਹਾਂ तो ये सानू समॉल केस ਵਿੱਚ अल्फाबैटिकली ਜਿਹੜੇ ਅੱਖਰ ਹੈ ਉਹ ਪ੍ਰਿੰਟ ਕਰਕੇ ਦੱਸੇਗਾ, ਉਸ ਨਾਲ ਹੀ ਲਿਸਟ ਬਣੇਗੀ। जेकर असी कैपिटल A लिखते हैं तो अल्फाबैटिकली जिहड़े लिस्ट है वो बन जाएगी। जेकर असी स्मॉल I या कैपिटल I लिखते हैं तो सानू रोमन जिहड़े अखर है उन्हां विच लिस्ट नूं प्रदर्शित करेगा। उस तो बाद असी LI
ਟੈਗ ਦੇ ਰਾਹੀਂ ਅਸੀਂ ਉਸ ਲਿਸਟ ਵਿੱਚ ਜਿਹੜੀਆਂ ਆਈਟਮ ਹੈ ਉਹਨਾਂ ਨੂੰ ਦਰਸਾ ਸਕਦੇ ਹਾਂ। ਜਿਵੇਂ ਇਸ ਵਿੱਚ LI ਰੈੱਡ, LI ਗ੍ਰੀਨ ਅਤੇ LI ਬਲੂ ਇੱਕ ਇਸ ਲਿਸਟ ਵਿੱਚ 3 ਆਈਟਮਾਂ ਨੂੰ ਦਰਸਾ ਰਿਹਾ ਹੈ, ਜਿਵੇਂ ਤੁਸੀਂ ਇਸ ਨਤੀਜੇ ਵਿੱਚ ਵੇਖ ਪਾ ਰਹੇ ਹੋ। ਅੱਗੇ ਸਾਡੇ ਕੋਲ ਅਗਲਾ ਟੈਗ ਹੈ ਨੈਸਟਿੰਗ ਟੈਗ। ਉਦਾਹਰਨ ਸਹੀ ਸਮਝਾਓ। ਸੋ ਜਦੋਂ ਇੱਕ ਲਿਸਟ ਵਿੱਚ ਕੋਈ ਦੂਜੀ ਲਿਸਟ ਲਿਖੀ ਜਾਂਦੀ ਹੈ ਤਾਂ ਉਹ ਨੈਸਟਡ ਲਿਸਟ ਬਣ ਜਾਂਦੀ ਹੈ। HTML ਵਿੱਚ ਨੈਸਟਡ ਲਿਸਟ ਬਣਾਉਣ ਲਈ ਕੋਈ ਵੱਖਰਾ ਟੈਗ ਨਹੀਂ ਵਰਤਿਆ ਜਾਂਦਾ। ਹੇਠਾਂ ਦਿੱਤੀ ਉਦਾਹਰਨ ਨੈਸਟਡ ਲਿਸਟ ਨੂੰ ਦਰਸਾਉਂਦੀ ਹੈ। ਸੋ ਹੇਠਾਂ ਦਿੱਤੀ ਉਦਾਹਰਨ ਨੈਸਟਡ ਲਿਸਟ ਨੂੰ ਦਰਸਾਉਂਦੀ ਹੈ, ਜਿਵੇਂ ਕਿ ਓਵਲ ਦੇ ਅੰਦਰ ਇੱਕ ਅਸੀਂ LI ਟੈਗ ਲਿਆ ਜੋ ਲਿਸਟ ਆਫ ਕਲਰ ਨੂੰ ਦਰਸਾ ਰਿਹਾ ਹੈ। ਉਸ ਤੋਂ ਬਾਅਦ ਅਸੀਂ ਇੱਕ ਓਵਲ ਟੈਗ ਇੱਕ ਹੋਰ ਲੈ ਲਿਆ ਹੈ, ਮਤਲਬ ਇੱਕ ਲਿਸਟ ਦੇ ਵਿੱਚ ਅਸੀਂ ਦੂਸਰੀ ਲਿਸਟ ਨੂੰ ਪ੍ਰੋਵਾਈਡ ਕਰ ਰਹੇ ਹਾਂ। ਉਸ ਲਿਸਟ ਵਿੱਚ ਅਸੀਂ LI ਟੈਗ ਦੇ ਰਾਹੀਂ ਰੈੱਡ, ਗ੍ਰੀਨ ਅਤੇ ਬਲੂ ਜਿਹੜੀਆਂ ਆਈਟਮਸ ਹੈ ਉਸ ਨੂੰ ਦਰਸਾਇਆ। ਉਸ ਤੋਂ ਬਾਅਦ ਅਸੀਂ ਇਹ ਵਿਚਲੀ ਜਿਹੜੀ ਓਵਲ ਟੈਗ ਉਸ ਨੂੰ ਬੰਦ ਕਰ ਦਿੱਤਾ ਹੈ। ਉਸ ਤੋਂ ਬਾਅਦ ਅਗਲੇ ਪੇਜ 'ਤੇ ਜਿਹੜੀ ਬਾਹਰਲੀ ਆਰਡਰ ਲਿਸਟ ਹੈ ਉਸ ਵਿੱਚ ਅਸੀਂ ਲਿਸਟ ਆਫ ਫਰੂਟ ਮੈਂਸ਼ਨ ਕੀਤਾ ਹੈ। ਉਸ ਤੋਂ ਬਾਅਦ ਫਿਰ ਅਸੀਂ ਇੱਕ ਹੋਰ ਆਰਡਰ ਲਿਸਟ ਲਈ ਹੈ ਜਿਸ ਵਿੱਚ ਅਸੀਂ ਐਪਲ, ਔਰੇਂਜ ਅਤੇ ਗ੍ਰੇਪ ਨੂੰ ਦਰਸਾਇਆ ਹੈ। ਤੇ ਲਿਸਟ ਜਦੋਂ ਉਸ ਤੋਂ ਲਾਸਟ ਵਿੱਚ ਅਸੀਂ ਇਹਨਾਂ ਦੋਨਾਂ ਟੈਗ ਨੂੰ ਇੰਟਰਨਲ ਆਰਡਰ ਲਿਸਟ ਅਤੇ ਐਕਸਟਰਨਲ ਆਰਡਰ ਲਿਸਟ ਨੂੰ ਅਸੀਂ ਬੰਦ ਕਰ ਦਿੱਤਾ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਪ੍ਰਿੰਟ ਕਰਾਂਗੇ ਤਾਂ ਇਸ ਦੀ ਵੀ ਆਊਟਪੁੱਟ ਕੁਝ ਇਸ ਤਰ੍ਹਾਂ ਦੇ ਨਾਲ ਸਾਨੂੰ ਨਜ਼ਰ ਆਵੇਗੀ। ਅੱਗੇ ਸਾਡੇ ਕੋਲ ਪਾਰਟ ਨੰਬਰ 3 ਦੀਆਂ ਬਹੁ ਚੋਣਵੇਂ ਪ੍ਰਸ਼ਨ ਨੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਫਾਰਮ ਕਿਸ ਕੰਮ ਲਈ ਵਰਤਿਆ ਜਾਂਦਾ ਹੈ। ਈਮੇਲ ਦੇ ਕੰਟੈਂਟ ਡਿਸਪਲੇ ਕਰਨ ਲਈ, ਐਨੀਮੇਸ਼ਨ ਇਫੈਕਟ ਨੂੰ ਡਿਸਪਲੇ ਕਰਨ ਲਈ, ਯੂਜ਼ਰ ਤੋਂ ਇਨਪੁਟ ਲੈਣ ਲਈ ਜਾਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਫਾਰਮ ਯੂਜ਼ਰ ਤੋਂ ਇਨਪੁਟ ਲੈਣ ਲਈ ਵਰਤਿਆ ਜਾਂਦਾ ਹੈ। ਦੂਸਰਾ ਸਾਡੇ ਕੋਲ ਪ੍ਰਸ਼ਨ ਨਿਮਨਲਿਖਤ ਵਿੱਚੋਂ ਕਿਹੜੀ ਸਭ ਤੋਂ ਵੱਧ ਵਰਤੀ ਜਾਣ ਵਾਲੀ HTTP ਵਿਧੀ ਹੈ। ਸਾਡੇ ਕੋਲ ਇਸਦੇ ਆਪਸ਼ਨ ਹੈ ਪ੍ਰੀ ਅਤੇ ਪੋਸਟ, ਗੈਟ ਅਤੇ ਸੈਟ, ਆਸਕ ਅਤੇ ਰਿਪਲਾਈ, ਤੇ ਲਾਸਟ ਵਿੱਚ ਹੈ ਗੈਟ ਅਤੇ ਪੋਸਟ। ਸੋ ਨਿਮਨਲਿਖਤ ਵਿੱਚੋਂ ਗੈਟ ਅਤੇ ਪੋਸਟ ਸਭ ਤੋਂ ਵੱਧ ਆਮ ਤੌਰ ਤੇ ਵਰਤੀ ਜਾਣ ਵਾਲੀ HTTP ਵਿਧੀ ਹੈ। ਤੀਸਰਾ ਪ੍ਰਸ਼ਨ ਹੈ ਕੀ ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਹਾਂ, ਨਹੀਂ, ਸਿਰਫ ਫਰੇਮ ਵਿੱਚ ਜਾਂ ਕੋਈ ਨਹੀਂ। ਸੋ ਸਾਡੇ ਕੋਲ ਸਹੀ ਉੱਤਰ ਹੈ ਹਾਂ, ਇੱਕ ਵੈਬ ਪੇਜ ਵਿੱਚ ਲਿੰਕ ਸਥਾਪਿਤ ਕੀਤਾ ਜਾ ਸਕਦਾ ਹੈ। ਸੋ ਚੌਥਾ ਪ੍ਰਸ਼ਨ ਹੈ ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ 'ਤੇ ਭੇਜ ਦਿੱਤਾ ਜਾਂਦਾ ਹੈ, ਜੇ ਦੋਵੇਂ ਊੜਾ ਅਤੇ ਆੜਾ ਜਾਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਇੱਕ HTML ਫਾਰਮ ਇੱਕ ਵੈਬ ਪੇਜ ਦਾ ਹਿੱਸਾ ਹੈ ਜਿਸ ਵਿੱਚ ਉਹ ਸਥਾਨ ਸ਼ਾਮਲ ਹਨ ਜਿੱਥੇ ਕਿ ਦੋਵੇਂ ਊੜਾ ਅਤੇ ਆੜਾ ਯਾਨੀ ਕਿ ਜਾਣਕਾਰੀ ਨੂੰ ਉਪਭੋਗਤਾ ਦੁਆਰਾ ਫੀਡ ਕੀਤਾ ਜਾਂਦਾ ਹੈ ਅਤੇ ਵੈਬ ਸਰਵਰ 'ਤੇ ਭੇਜ ਦਿੱਤਾ ਜਾਂਦਾ ਹੈ। ਪੰਜਵਾਂ ਸਾਡੇ ਕੋਲ ਪ੍ਰਸ਼ਨ ਹੈ ਕਿਹੜਾ ਟੈਗ ਅਤੇ ਇੱਕ ਸਿੰਗਲ ਇਨਪੁਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਟੈਕਸਟ ਏਰੀਆ, ਚੈੱਕ ਬਾਕਸ, ਰੇਡੀਓ ਬਟਨ ਜਾਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ ਟੈਕਸਟ ਏਰੀਆ ਟੈਗ ਅਤੇ ਇੱਕ ਸਿੰਗਲ ਇਨਪੁਟ ਆਈਟਮ ਵਿੱਚ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਅਨੁਮਤੀ ਦੇਣ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਟੈਗ ਨੂੰ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਸਾਡੇ ਕੋਲ ਸਹੀ ਉੱਤਰ ਹੈ ਐਂਕਰ ਟੈਗ। ਦੂਸਰਾ ਹੈ ਡੈਸ਼ ਦਾ ਉਪਯੋਗ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਫਾਰਮ ਦਾ ਉਪਯੋਗ ਵੈਬ ਸਰਵਰ ਵਿੱਚ ਜਾਣਕਾਰੀ ਨੂੰ ਭਰਨ ਲਈ ਕੀਤਾ ਜਾਂਦਾ ਹੈ। ਤੀਸਰਾ ਹੈ ਤੁਸੀਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਡੈਸ਼ ਰਾਹੀਂ ਫਾਰਮ ਵਿੱਚ ਵਰਤ ਸਕਦੇ ਹੋ। ਸਾਡੇ ਕੋਲ ਸਹੀ ਉੱਤਰ ਹੈ ਟੈਕਸਟ ਏਰੀਆ। ਚੌਥਾ ਹੈ ਇੱਕ ਫਾਰਮ ਵਿੱਚ ਕਈ ਵਿਕਲਪ ਚੁਣਨ ਲਈ ਅਸੀਂ ਡੈਸ਼ ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਚੈੱਕ ਬਾਕਸ। ਪੰਜਵਾਂ ਹੈ ਫਾਰਮ ਤੋਂ ਸਾਰੇ ਵਿਕਲਪਾਂ ਨੂੰ ਸਾਫ਼ ਕਰਨ ਲਈ ਡੈਸ਼ ਬਟਨ ਦੀ ਵਰਤੋਂ ਕਰ ਸਕਦੇ ਹਾਂ। ਸਾਡੇ ਕੋਲ ਸਹੀ ਉੱਤਰ ਹੈ ਰੀਸੈਟ ਬਟਨ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਇਸ ਵਿੱਚ ਪਹਿਲਾ ਹੈ ਇੱਕ ਅਨਵਿਜ਼ਿਟਡ ਲਿੰਕ ਅੰਡਰਲਾਈਨ ਹੁੰਦਾ ਹੈ ਅਤੇ ਇਸ ਦਾ ਰੰਗ ਨੀਲਾ ਹੁੰਦਾ ਹੈ। ਸਹੀ। ਦੂਸਰਾ ਹੈ ਇਨਪੁਟ ਟਾਈਪ ਇਕੁਅਲ ਟੂ ਪਾਸਵਰਡ ਟੈਕਸਟ ਬਾਕਸ ਵਿੱਚ ਸਟਾਰ ਦਿਖਾਏਗਾ। ਸਹੀ। ਤੀਸਰਾ ਹੈ ਸਿਲੈਕਸ਼ਨ ਲਿਸਟ ਡਰਾਪ ਡਾਊਨ ਲਿਸਟ ਨੂੰ ਦਰਸਾਉਣ ਲਈ ਵਰਤੀਆਂ ਜਾਂਦੀਆਂ ਹਨ। ਸਹੀ। ਉਸ ਤੋਂ ਬਾਅਦ ਸਾਡੇ ਕੋਲ ਪੂਰੇ ਨਾਮ ਦੱਸੋ, ਜਿਸ ਵਿੱਚ ਪਹਿਲਾ ਹੈ ਏ ਟੈਗ ਦਾ ਪੂਰਾ ਨਾਮ ਹੈ ਐਂਕਰ ਟੈਗ। ਦੂਸਰਾ ਹੈ ਹਰੀਫ ਦਾ ਪੂਰਾ ਨਾਮ ਹੈ ਹਾਈਪਰ ਟੈਕਸਟ ਰੈਫਰੈਂਸ। ਤੀਸਰਾ ਹੈ URL ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਚੌਥਾ ਹੈ ਬੀਜੀ ਕਲਰ ਦਾ ਪੂਰਾ ਨਾਮ ਹੈ ਬੈਕਗਰਾਊਂਡ ਕਲਰ। ਪੰਜਵਾਂ ਸਾਡੇ ਕੋਲ SRC ਦਾ ਪੂਰਾ ਨਾਮ ਹੈ ਸੋਰਸ। ਅੱਗੇ ਹੁਣ ਅਸੀਂ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸੇ ਵੈਬ ਪੇਜ ਨੂੰ
ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ? ਸਾਡੇ ਕੋਲ ਸਹੀ ਉੱਤਰ ਹੈ ਐਂਕਰ ਟੈਗ। ਦੂਸਰਾ ਹੈ ਜਦੋਂ ਇੱਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ? ਸਾਡੇ ਕੋਲ ਸਹੀ ਉੱਤਰ ਹੈ ਐਕਸ਼ਨ ਐਟਰੀਬਿਊਟ। ਤੀਸਰਾ ਹੈ ਇਹ ਵਿਧੀ ਉਪਯੋਗਕਰਤਾ ਦੁਆਰਾ URL ਪਾਥ ਦੀ ਵਰਤੋਂ ਕਰਕੇ ਫੀਡ ਡਾਟਾ ਨੂੰ ਐਨਕੋਡ ਕਰਨ ਲਈ ਵਰਤੀ ਜਾਂਦੀ ਹੈ ਅਤੇ ਸਰਵਰ ਨੂੰ ਭੇਜੀ ਜਾਂਦੀ ਹੈ, ਤਾਂ ਇਸ ਨੂੰ ਅਸੀਂ ਗੈਟ ਮੈਥਡ ਕਹਿੰਦੇ ਹਾਂ। ਚੌਥਾ ਪ੍ਰਸ਼ਨ ਹੈ ਦਿੱਤੇ ਗਏ ਵੈਬ ਪੰਨੇ ਤੇ ਕੁਝ ਕਾਰਵਾਈ ਕਰਨ ਲਈ ਕੀ ਵਰਤਿਆ ਜਾਂਦਾ ਹੈ? ਸਾਡੇ ਕੋਲ ਦਾ ਸਹੀ ਉੱਤਰ ਹੈ ਬਟਨ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹਾਈਪਰਲਿੰਕ ਕੀ ਹੁੰਦਾ ਹੈ? ਸੋ ਹਾਈਪਰਲਿੰਕ ਨੂੰ ਲਿੰਕ ਜਾਂ ਹਾਈਪਰਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਲਾਈਨ ਖਿੱਚਦਾ ਹੈ, ਜਿਵੇਂ ਕਿ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ। ਹਾਈਪਰਲਿੰਕ ਰਾਹੀਂ ਹੀ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਲਿੰਕ ਤੇ ਕਲਿੱਕ ਕਰਕੇ ਅਸੀਂ ਕਿਸੇ ਦੂਸਰੇ ਪੇਜ ਤੇ ਜਾ ਸਕਦੇ ਹਾਂ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਐਂਕਰ ਟੈਗ ਕੀ ਹੁੰਦਾ ਹੈ? ਉਦਾਹਰਨ ਦੇ ਨਾਲ ਸਮਝਾਓ। ਸੋ ਐਂਕਰ ਟੈਗ A ਦੇ ਨਾਲ ਸ਼ੁਰੂ ਹੁੰਦਾ ਹੈ, ਜੋ ਕਿ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਹਦਾ ਸ਼ੁਰੂਆਤੀ ਟੈਗ A ਅਤੇ ਅਖੀਰਲਾ ਟੈਗ A ਹੁੰਦਾ ਹੈ। ਵੈਬ ਪੇਜ ਵਿੱਚ ਉਹ ਲਿੰਕ ਜਿਸ ਉੱਤੇ ਕਲਿੱਕ ਨਾ ਕੀਤਾ ਗਿਆ ਹੋਵੇ ਅਤੇ ਅੰਡਰਲਾਈਨ ਅਤੇ ਨੀਲੇ ਰੰਗ ਦਾ ਦਿਖਾਈ ਦਿੰਦਾ ਹੈ, ਅਤੇ ਉਹ ਲਿੰਕ ਜਿਸ ਉੱਤੇ ਕਲਿੱਕ ਕੀਤਾ ਜਾ ਚੁੱਕਿਆ ਹੋਵੇ ਅਤੇ ਅੰਡਰਲਾਈਨ ਹੋਵੇ ਉਸ ਦਾ ਰੰਗ ਬੈਂਗਣੀ ਹੁੰਦਾ ਹੈ। ਐਂਕਰ ਟੈਗ ਦਾ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ ਹਰੀਫ ਬਰਾਬਰ ਡਬਲ ਕੋਡ ਵਿੱਚ ਅਸੀਂ ਉਸ ਪੇਜ ਦਾ ਜਿਹੜਾ ਐਡਰੈਸ ਹੈ ਉਹ URL ਲਿਖਾਂਗੇ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਕਲੋਜ਼ ਕਰ ਦਾਂਗੇ। ਲਿੰਕ ਟੈਕਸਟ ਵਿੱਚ ਤੁਸੀਂ ਉਹ ਟੈਕਸਟ ਲਿਖਣਾ ਹੈ ਜਿਸ ਦੇ ਉੱਪਰ ਤੁਸੀਂ ਲਿੰਕ ਲਗਾਉਣਾ ਚਾਹੁੰਦੇ ਹੋ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਨੂੰ ਬੰਦ ਕਰ ਦੇਵਾਂਗੇ। ਉਸ ਤੋਂ ਬਾਅਦ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਇੱਕ ਫਾਰਮ ਕੀ ਹੁੰਦਾ ਹੈ? ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਅਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ। ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਹੋ ਸਕਦੇ ਹਨ। ਫਾਰਮ ਨੂੰ ਫਾਰਮ ਟੈਗ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਫਾਰਮ ਟੈਗ ਇੱਕ ਕੰਟੇਨਰ ਟੈਗ ਹੈ। ਚੌਥਾ ਪ੍ਰਸ਼ਨ ਹੈ HTML ਫਾਰਮ ਵਿੱਚ ਵੱਖੋ ਵੱਖਰੇ ਬਟਨਾਂ ਦੀ ਵਿਆਖਿਆ ਕਰੋ। ਸੋ ਬਟਨ ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ ਤੇ ਕੁਝ ਜਾਣਕਾਰੀ ਭਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਮਹੱਤਵਪੂਰਨ ਬਟਨ ਹੇਠਾਂ ਦਿੱਤੇ ਗਏ ਹਨ, ਜਿਸ ਵਿੱਚ ਪਹਿਲਾ ਹੈ ਸਬਮਿਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਦੂਸਰਾ ਹੈ ਰੀਸੈਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਤੀਸਰਾ ਬਟਨ ਹੈ ਬਟਨ। ਇਸ ਦੀ ਵਰਤੋਂ ਜਾਵਾ ਸਕ੍ਰਿਪਟ ਫੰਕਸ਼ਨ ਕੋਡ ਨੂੰ ਵਰਤਣ ਲਈ ਕੀਤੀ ਜਾਂਦੀ ਹੈ। ਚੌਥਾ ਹੈ ਇਮੇਜ। ਇਸ ਦੀ ਵਰਤੋਂ ਆਮ ਤੌਰ ਤੇ ਹਾਈਪਰਲਿੰਕ ਬਣਾਉਣ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਚੈੱਕ ਬਾਕਸ ਕੀ ਹੁੰਦਾ ਹੈ? ਚੈੱਕ ਬਾਕਸ ਇੱਕ ਆਸਾਨ ਇਨਪੁਟ ਬਾਕਸ ਹੈ ਜੋ ਕਿ ਇੱਕ ਛੋਟੇ ਜਿਹੇ ਵਰਗ ਵਾਂਗ ਦਿਖਾਈ ਦਿੰਦਾ ਹੈ, ਜਿਸ ਉੱਪਰ ਅਸੀਂ ਕਲਿੱਕ ਕਰਕੇ ਇਸ ਨੂੰ ਸਿਲੈਕਟ ਜਾਂ ਡੀਸਿਲੈਕਟ ਕਰ ਸਕਦੇ ਹਾਂ। ਇੱਕ ਸਮੂਹ ਵਿੱਚ ਜਾਣਕਾਰੀ ਨੂੰ ਚੁਣਨ ਲਈ ਚੈੱਕ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ HTML ਦੇ ਇਨਪੁਟ ਟੈਗ ਵਿੱਚ ਵਰਤਿਆ ਜਾਂਦਾ ਹੈ ਅਤੇ ਹਰੇਕ ਚੈੱਕ ਬਾਕਸ ਨੂੰ ਨੇਮ ਐਟਰੀਬਿਊਟ ਦੇਣਾ ਪੈਂਦਾ ਹੈ। ਉਦਾਹਰਨ ਦੇ ਲਈ ਇਨਪੁਟ ਸਪੇਸ ਦੇ ਕੇ ਟਾਈਪ ਦੇ ਵਿੱਚ ਅਸੀਂ ਚੈੱਕ ਬਾਕਸ ਮੈਂਸ਼ਨ ਕਰਾਂਗੇ ਅਤੇ ਇਸ ਚੈੱਕ ਬਾਕਸ ਦਾ ਨੇਮ ਰੱਖਾਂਗੇ ਹੈਲੋ ਤੋਂ ਬਾਅਦ ਅਸੀਂ ਚੈੱਕ ਬਾਕਸ ਸਾਹਮਣੇ ਕੀ ਦਰਸਾਉਣਾ ਹੈ ਤਾਂ ਮੈਸੇਜ ਅਸੀਂ ਲਿਖ ਦਾਂਗੇ, ਜਿਵੇਂ ਅਸੀਂ ਇਸ ਵਿੱਚ ਲਿਖਿਆ ਹੋਇਆ ਹੈਲੋ ਗ੍ਰੀਟਿੰਗ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਉਦਾਹਰਨ ਦੇ ਨਾਲ ਵੱਖ-ਵੱਖ ਕਿਸਮਾਂ ਦੇ HTML ਬਟਨਾਂ ਦੀ ਚਰਚਾ ਕਰੋ। ਸੋ ਬਟਨ HTML ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟ ਹੁੰਦੇ ਹਨ। ਇਹਨਾਂ ਦੀ ਵਰਤੋਂ ਵੈਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਕੀਤੀ ਜਾਂਦੀ ਹੈ। ਇਹ ਬਟਨ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਮਹੱਤਵਪੂਰਨ ਬਟਨ ਹੇਠਾਂ ਦਿੱਤੇ ਗਏ ਹਨ, ਜਿਸ ਵਿੱਚ ਪਹਿਲਾ ਹੈ ਸਬਮਿਟ ਬਟਨ। ਇਸ ਬਟਨ ਦੀ ਵਰਤੋਂ ਡਾਟਾ ਫਾਰਮ ਨੂੰ ਵੈਬ ਸਰਵਰ ਕੋਲ ਭੇਜਣ ਲਈ ਕੀਤੀ ਜਾਂਦੀ ਹੈ। ਅਤੇ ਦੂਸਰਾ ਬਟਨ ਹੈ ਰੀਸੈਟ ਬਟਨ। ਇਸ ਬਟਨ ਦੀ ਵਰਤੋਂ ਫਾਰਮ ਦੇ ਮੁੱਲਾਂ ਨੂੰ ਕਲੀਅਰ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਸਾਡੇ ਕੋਲ ਦੂਸਰਾ ਪ੍ਰਸ਼ਨ ਹੈ ਫਾਰਮ ਵਿੱਚ ਸਿਲੈਕਸ਼ਨ ਸੂਚੀ ਕੀ ਹੁੰਦੀ ਹੈ? ਸੋ ਚੋਣ ਸੂਚੀ ਨੂੰ ਸਿਲੈਕਸ਼ਨ ਲਿਸਟ ਵੀ ਕਿਹਾ ਜਾਂਦਾ ਹੈ। ਇਹ ਫਾਰਮ ਦਾ ਇੱਕ ਮਹੱਤਵਪੂਰਨ ਐਲੀਮੈਂਟ ਹੁੰਦਾ ਹੈ। ਇਸ ਦੀ ਵਰਤੋਂ ਨਾਲ ਯੂਜ਼ਰ ਲਿਸਟ ਵਿੱਚੋਂ ਇੱਕ ਜਾਂ ਇੱਕ ਤੋਂ ਵੱਧ ਆਪਸ਼ਨਾਂ ਦੀ ਚੋਣ ਕਰ ਸਕਦਾ ਹੈ। HTML ਵਿੱਚ ਚੋਣ ਸੂਚੀ ਬਣਾਉਣ ਲਈ ਸਿਲੈਕਟ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਟੈਗ ਦੀ ਵਰਤੋਂ ਨਾਲ ਸਕਰੋਲਿੰਗ ਲਿਸਟ ਅਤੇ ਡ੍ਰੌਪ ਡਾਊਨ ਲਿਸਟਾਂ ਬਣਾਈਆਂ ਜਾ ਸਕਦੀਆਂ ਹਨ। ਇਹਨਾਂ ਲਿਸਟਾਂ ਵਿੱਚ ਆਪਸ਼ਨਾਂ ਦਾਖਲ ਕਰਨ ਲਈ ਸਿਲੈਕਟ ਟੈਗ ਵਿਚਕਾਰ ਆਪਸ਼ਨ ਟੈਗ ਵਰਤੇ ਜਾਂਦੇ ਹਨ, ਜਿਵੇਂ ਕਿ ਹੇਠਾਂ ਉਦਾਹਰਨ ਵਿੱਚ ਦਰਸਾਇਆ ਗਿਆ ਹੈ। ਤੀਸਰਾ ਪ੍ਰਸ਼ਨ ਹੈ ਟੈਕਸਟ ਏਰੀਆ ਦੀ ਉਦਾਹਰਨ ਦੇ ਨਾਲ ਵਿਆਖਿਆ ਕਰੋ। ਸੋ ਟੈਕਸਟ ਏਰੀਆ ਫਾਰਮ ਦਾ ਇੱਕ ਮਹੱਤਵਪੂਰਨ ਐਲੀਮੈਂਟ ਹੁੰਦਾ ਹੈ।
ਇਸ ਦੀ ਵਰਤੋਂ ਨਾਲ ਯੂਜ਼ਰ ਤੋਂ ਟੈਕਸਟ ਦੀਆਂ ਬਹੁਤੀਆਂ ਲਾਈਨਾਂ ਨੂੰ ਦਾਖਲ ਕਰਨ ਲਈ ਵਰਤੋਂ ਕੀਤੀ ਜਾ ਸਕਦੀ ਹੈ। ਟੈਕਸਟ ਏਰੀਆ ਦੀ ਵਰਤੋਂ ਲਈ ਫਾਰਮ ਟੈਗ ਵਿੱਚ ਟੈਕਸਟ ਏਰੀਆ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਟੈਗ ਇੱਕ ਕੰਟੇਨਰ ਟੈਗ ਹੈ। ਇਸ ਟੈਗ ਦੇ ਦੋ ਐਟਰੀਬਿਊਟ ਹੁੰਦੇ ਹਨ, ਰੋਜ਼ ਅਤੇ ਕਾਲਸ। ਐਟਰੀਬਿਊਟ ਰੋਜ਼ ਟੈਕਸਟ ਏਰੀਆ ਵਿੱਚ ਲਾਈਨਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਕਾਲਸ ਐਟਰੀਬਿਊਟ ਟੈਕਸਟ ਏਰੀਆ ਦੇ ਕਾਲਮਾਂ ਦੀ ਗਿਣਤੀ ਨੂੰ ਪਰਿਭਾਸ਼ਿਤ ਕਰਦਾ ਹੈ, ਜਿਵੇਂ ਕਿ ਹੇਠਾਂ ਉਦਾਹਰਨ ਵਿੱਚ ਦਰਸਾਇਆ ਗਿਆ ਹੈ। ਚੌਥਾ ਪ੍ਰਸ਼ਨ ਹੈ, ਫਾਰਮ ਵਿੱਚ ਕਾਰਵਾਈ, ਐਕਸ਼ਨ ਅਤੇ ਵਿਧੀ ਮੈਥਡ ਦਾ ਕੀ ਸੰਦੇਸ਼ ਹੁੰਦਾ ਹੈ। ਫਾਰਮ ਵੈਬ ਪੇਜ ਦਾ ਹੀ ਇੱਕ ਹਿੱਸਾ ਹੁੰਦਾ ਹੈ। ਇਸ ਵਿੱਚ ਵੈਬ ਪੇਜ ਦਾ ਉਹ ਖੇਤਰ ਸ਼ਾਮਲ ਹੁੰਦਾ ਹੈ ਜਿਸ ਵਿੱਚ ਯੂਜ਼ਰ ਵੈਬਸਾਈਟ ਨੂੰ ਭੇਜੀ ਜਾਣ ਵਾਲੀ ਜਾਣਕਾਰੀ ਦਰਜ ਕਰਦਾ ਹੈ। HTML ਵਿੱਚ ਫਾਰਮ ਬਣਾਉਣ ਲਈ ਫਾਰਮ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਫਾਰਮ ਟੈਗ ਵਿੱਚ ਐਕਸ਼ਨ ਅਤੇ ਮੈਥਡ ਐਟਰੀਬਿਊਟ ਦੀ ਮਦਦ ਨਾਲ ਫਾਰਮ ਵਿੱਚ ਭਰਿਆ ਡਾਟਾ ਵੈਬ ਸਰਵਰ ਨੂੰ ਭੇਜਿਆ ਜਾਂਦਾ ਹੈ। ਫਾਰਮ ਦੇ ਐਕਸ਼ਨ ਐਟਰੀਬਿਊਟ ਵਿੱਚ ਉਸ ਫਾਈਲ ਦਾ ਨਾਮ ਲਿਖਿਆ ਜਾਂਦਾ ਹੈ ਜੋ ਸਰਵਰ ਉੱਪਰ ਫਾਰਮ ਡਾਟਾ ਨੂੰ ਪ੍ਰੋਸੈਸ ਕਰਨ ਦਾ ਕੰਮ ਕਰਦੀ ਹੈ। ਫਾਰਮ ਦਾ ਮੈਥਡ ਐਟਰੀਬਿਊਟ ਫਾਰਮ ਨੂੰ ਸਰਵਰ ਉੱਪਰ ਪ੍ਰਾਪਤ ਕਰਨ ਦੀ ਵਿਧੀ ਨੂੰ ਦਰਸਾਉਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਪੋਸਟ ਜਾਂ ਗੈਟ ਹੁੰਦਾ ਹੈ, ਜਿਵੇਂ ਕਿ ਹੇਠਾਂ ਚਿੱਤਰ ਵਿੱਚ ਦਰਸਾਇਆ ਗਿਆ ਹੈ। ਹੁਣ ਅਸੀਂ ਪਾਰਟ ਨੰਬਰ 4 ਦੇ ਬਹੁਤ 94 ਪ੍ਰਸ਼ਨ ਪੜਾਂਗੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ 4 ਪੜਾਅ ਹਨ। ਸਾਡੇ ਕੋਲ ਦੇ ਆਪਸ਼ਨ ਨੇ, ਕਿਸੇ ਸਾਈਟ ਦਾ ਟੀਚਾ, ਦਰਸ਼ਕਾਂ ਦੀ ਡਿਜ਼ਾਈਨਿੰਗ, ਕੰਮ, ਰਣਨੀਤੀ ਅਤੇ ਵਿਸ਼ਾ ਵਸਤੂ ਦੇ ਵਿਕਾਸ, ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ, ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਦੇ 4 ਪੜਾਅ ਹਨ, ਉਪਰੋਕਤ ਸਾਰੇ। ਦੂਸਰਾ ਪ੍ਰਸ਼ਨ ਹੈ, ਵੈਬ ਪੇਜ ਦੀ ਇੱਕ ਵਧੀਆ ਦਿੱਖ ਕਿਸ ਤੇ ਨਿਰਭਰ ਕਰਦੀ ਹੈ। ਸਾਡੇ ਕੋਲ ਜੋ ਆਪਸ਼ਨ ਨੇ, ਫੌਂਟ ਦਾ ਆਕਾਰ ਜਾਂ ਰੰਗ, ਬੈਕਗ੍ਰਾਉਂਡ ਰੰਗ, ਟੇਬਲ ਅਤੇ ਗ੍ਰਾਫਿਕਸ ਜਾਂ ਉਪਰੋਕਤ ਸਾਰੇ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ, ਵੈਬ ਪੇਜ ਦੀ ਇੱਕ ਵਧੀਆ ਦਿੱਖ ਉਪਰੋਕਤ ਸਾਰੇ ਉੱਪਰ ਨਿਰਭਰ ਕਰਦੀ ਹੈ। ਤੀਸਰਾ ਪ੍ਰਸ਼ਨ ਹੈ, ਕਿਸ ਟੈਸਟਿੰਗ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਹੈ। ਸਾਡੇ ਕੋਲ ਜੋ ਆਪਸ਼ਨ ਹੈ, ਆਫਲਾਈਨ ਟੈਸਟਿੰਗ ਲਈ, ਆਨਲਾਈਨ ਟੈਸਟਿੰਗ ਲਈ, ਉਪਰੋਕਤ ਦੋਵੇਂ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ, ਆਫਲਾਈਨ ਟੈਸਟਿੰਗ ਲਈ ਇੰਟਰਨੈਟ ਕਨੈਕਸ਼ਨ ਦੀ ਜ਼ਰੂਰਤ ਨਹੀਂ ਹੈ। ਚੌਥਾ ਸਾਡੇ ਕੋਲ ਪ੍ਰਸ਼ਨ ਹੈ, SEO ਦਾ ਮਤਲਬ ਹੈ। ਸਾਡੇ ਕੋਲ ਜੋ ਆਪਸ਼ਨ ਹੈ, ਸਰਚ ਇੰਜਨ ਆਪਟੀਮਾਈਜੇਸ਼ਨ, ਸਿਸਟਮ ਇੰਜਨ ਆਪਟੀਮਾਈਜੇਸ਼ਨ, ਸੈਕਰੋਗਨਾਈਜ਼ ਇੰਜਨ ਆਪਟੀਮਾਈਜੇਸ਼ਨ ਜਾਂ ਉਪਰੋਕਤ ਵਿੱਚ ਕੋਈ ਨਹੀਂ। ਸਾਡੇ ਕੋਲ ਸਹੀ ਉੱਤਰ ਹੈ, SEO ਦਾ ਮਤਲਬ ਹੈ ਸਰਚ ਇੰਜਨ ਆਪਟੀਮਾਈਜੇਸ਼ਨ। ਪੰਜਵਾਂ ਪ੍ਰਸ਼ਨ ਹੈ, SMM ਦਾ ਮਤਲਬ ਹੈ। ਸਾਡੇ ਕੋਲ ਜੋ ਆਪਸ਼ਨ ਹੈ, ਸੋਸ਼ਲ ਮੀਡੀਆ ਮਾਰਕੀਟਿੰਗ, ਸਾਇੰਸ ਮੀਡੀਆ ਮਾਰਕੀਟਿੰਗ, ਸਿਸਟਮ ਮੈਕਰੋ ਮੀਡੀਆ, ਇਹਨਾਂ ਵਿੱਚੋਂ ਕੋਈ ਨਹੀਂ। ਤਾਂ ਸਾਡੇ ਕੋਲ ਸਹੀ ਉੱਤਰ ਹੈ, SMM ਦਾ ਮਤਲਬ ਹੈ ਸੋਸ਼ਲ ਮੀਡੀਆ ਮਾਰਕੀਟਿੰਗ। ਅੱਗੇ ਸਾਡੇ ਕੋਲ ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ, ਸਾਈਟ ਦੀ ਯੋਜਨਾ ਬਣਾਉਣ ਸਮੇਂ ਸਾਈਟ ਦੀ ਡੈਸ਼ ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ। ਸਾਡੇ ਕੋਲ ਇਸਦਾ ਉੱਤਰ ਹੈ, ਸਾਈਟ ਦੀ ਯੋਜਨਾ ਬਣਾਉਣ ਸਮੇਂ ਸਾਈਟ ਦੀ ਪਬਲਿਸ਼ਿੰਗ ਦਾ ਫੈਸਲਾ ਅੰਤ ਵਿੱਚ ਲਿਆ ਜਾਂਦਾ ਹੈ। ਦੂਸਰਾ ਖਾਲੀ ਥਾਂ ਹੈ, ਡੈਸ਼ ਤੁਹਾਡੀ ਸਾਈਟ ਦਾ ਪਤਾ ਹੈ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ, ਡੋਮੇਨ ਨੇਮ ਤੁਹਾਡੀ ਸਾਈਟ ਦਾ ਪਤਾ ਹੈ। ਤੀਸਰੀ ਖਾਲੀ ਥਾਂ ਹੈ, ਡੋਮੇਨ ਨੇਮ ਫੈਸਲਾ ਕਰਨ ਤੋਂ ਬਾਅਦ ਅਗਲਾ ਕਦਮ ਡੋਮੇਨ ਨੇਮ ਦੀ ਡੈਸ਼ ਕਰਨਾ ਹੈ। ਤਾਂ ਸਾਡੇ ਕੋਲ ਇਸ ਦਾ ਇੱਕ ਖਾਲੀ ਥਾਂ 'ਚ ਸਹੀ ਉੱਤਰ ਹੈ, ਡੋਮੇਨ ਨੇਮ ਫੈਸਲਾ ਕਰਨ ਤੋਂ ਬਾਅਦ ਅਗਲਾ ਕਦਮ ਡੋਮੇਨ ਨੇਮ ਦੀ ਰਜਿਸਟ੍ਰੇਸ਼ਨ ਕਰਨਾ ਹੈ। ਚੌਥੀ ਖਾਲੀ ਥਾਂ ਹੈ, ਡੈਸ਼ 2 ਸਕਰੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਤਾਂ ਸਾਡੇ ਕੋਲ ਇਸ ਦਾ ਉੱਤਰ ਹੈ, ਵੈਬ ਪੇਜ 2 ਸਕਰੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਪੰਜਵਾਂ ਖਾਲੀ ਥਾਂ ਹੈ, ਡੈਸ਼ ਟੈਸਟਿੰਗ ਇੰਟਰਨੈਟ ਤੋਂ ਬਿਨਾਂ ਕੀਤੀ ਜਾ ਸਕਦੀ ਹੈ। ਆਫਲਾਈਨ ਟੈਸਟਿੰਗ ਇੰਟਰਨੈਟ ਤੋਂ ਬਿਨਾਂ ਕੀਤੀ ਜਾ ਸਕਦੀ ਹੈ। ਛੇਵਾਂ ਹੈ, ਕਿਸੇ ਵੈਬਸਾਈਟ ਦੇ ਪਹਿਲੇ ਸਫ਼ੇ ਨੂੰ ਡੈਸ਼ ਕਿਹਾ ਜਾਂਦਾ ਹੈ। ਇਸਦਾ ਸਹੀ ਉੱਤਰ ਹੈ, ਕਿਸੇ ਵੈਬਸਾਈਟ ਦੇ ਪਹਿਲੇ ਸਫ਼ੇ ਨੂੰ ਹੋਮ ਪੇਜ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਪਹਿਲਾ ਸਹੀ ਗਲਤ ਹੈ, ਹੋਮ ਪੇਜ ਦੇ ਨਾਲ ਹੋਰ ਪੰਨਿਆਂ ਦਾ ਕੋਈ ਲਿੰਕ ਨਹੀਂ ਹੁੰਦਾ, ਗਲਤ। ਦੂਸਰਾ ਹੈ, ਸਾਈਟ ਦਾ ਪਤਾ .com, .org, .net ਆਦਿ ਨਾਲ ਖਤਮ ਹੁੰਦਾ ਹੈ, ਸਹੀ। ਤੀਸਰਾ ਹੈ, ਕਿਸੇ ਸਾਈਟ ਦਾ ਆਫਲਾਈਨ ਟੈਸਟ ਸਿਰਫ ਇੱਕ ਬਰਾਊਜ਼ਰ ਤੇ ਕਰਨਾ ਚਾਹੀਦਾ ਹੈ, ਗਲਤ। ਚੌਥਾ ਹੈ, ਹੋਸਟ ਲਈ ਵੈਬ ਪੇਜਿਸ ਨੂੰ ਭੇਜਣ ਲਈ ਸਾਨੂੰ FTP ਕਲਾਇੰਟ ਦੀ ਲੋੜ ਪੈਂਦੀ ਹੈ, ਸਹੀ। ਪੰਜਵਾਂ ਹੈ, ਕਿਸੇ ਸਾਈਟ ਦੇ ਆਨਲਾਈਨ ਟੈਸਟਿੰਗ ਦੇ ਦੌਰਾਨ ਤੁਹਾਡੇ ਕੰਪਿਊਟਰ ਨੂੰ ਇੰਟਰਨੈਟ ਨਾਲ ਜੁੜਿਆ ਹੋਣਾ ਚਾਹੀਦਾ ਹੈ, ਸਹੀ। ਅੱਗੇ ਸਾਡੇ ਕੋਲ ਪੂਰੇ ਨਾਮ ਦੱਸੋ। ਪਹਿਲਾ ਹੈ IP ਦਾ ਪੂਰਾ ਨਾਮ ਹੈ ਇੰਟਰਨੈਟ ਪ੍ਰੋਟੋਕੋਲ। ਦੂਸਰਾ ਹੈ FTP ਦਾ ਪੂਰਾ ਨਾਮ ਹੈ ਫਾਈਲ ਟ੍ਰਾਂਸਫਰ ਪ੍ਰੋਟੋਕੋਲ। ਤੀਸਰਾ ਹੈ URL ਦਾ ਪੂਰਾ ਨਾਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ। ਅੱਗੇ ਸਾਡੇ ਕੋਲ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ, ਤੁਹਾਡੀ ਸਾਈਟ ਦਾ ਪਤਾ ਕਿਹੜਾ ਹੈ। ਇਹਦਾ ਸਹੀ ਉੱਤਰ ਹੈ ਡੋਮੇਨ ਨੇਮ। ਦੂਸਰਾ ਹੈ, ਕੰਪਿਊਟਰ ਦੀ ਵੈਬਸਾਈਟ
ਦੀ ਕਾਪੀ ਨੂੰ ਡੈਸ਼ ਵਰਜ਼ਨ ਕਿਹਾ ਜਾਂਦਾ ਹੈ ਅਤੇ ਵੈਬ ਹੋਸਟ ਤੇ ਕਾਪੀ ਨੂੰ ਡੈਸ਼ ਕਿਹਾ ਜਾਂਦਾ ਹੈ। ਤੇ ਇਹਦਾ ਸਹੀ ਉੱਤਰ ਹੈ ਕੰਪਿਊਟਰ ਦੀ ਵੈਬਸਾਈਟ ਦੀ ਕਾਪੀ ਨੂੰ ਲੋਕਲ ਵਰਜ਼ਨ ਅਤੇ ਵੈਬ ਹੋਸਟ ਉਤੇ ਕਾਪੀ ਨੂੰ ਪ੍ਰੋਡਕਸ਼ਨ ਵਰਜ਼ਨ ਕਿਹਾ ਜਾਂਦਾ ਹੈ। ਤੀਸਰਾ ਪ੍ਰਸ਼ਨ ਹੈ ਕੋਈ ਕੰਪਨੀ ਗ੍ਰਾਹਕਾਂ ਦੀ ਫੀਡਬੈਕ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੀ ਹੈ। ਤਾਂ ਸਹੀ ਉੱਤਰ ਹੈ SMM ਯਾਨੀ ਕਿ ਸੋਸ਼ਲ ਮੀਡੀਆ ਮਾਰਕੀਟਿੰਗ ਦੇ ਨਾਲ। ਚੌਥਾ ਪ੍ਰਸ਼ਨ ਹੈ ਵੈਬਸਾਈਟ ਦੇ ਸਾਰੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੀ ਜਾਂਚ ਕਰਨ ਲਈ ਕੀ ਜ਼ਰੂਰੀ ਹੈ। ਸਾਡੇ ਕੋਲ ਸਹੀ ਉੱਤਰ ਹੈ ਟੈਸਟ ਅਤੇ ਵੈਲੀਡੇਸ਼ਨ। ਪੰਜਵਾਂ ਪ੍ਰਸ਼ਨ ਹੈ ਡਿਜ਼ਾਈਨਰ ਡਾਟਾ ਨੂੰ ਨਸ਼ਟ ਹੋਣ, ਮਾਲਵੇਅਰ ਅਤੇ ਹੋਰ ਨੁਕਸਾਨਾਂ ਤੋਂ ਬਚਾ ਸਕਦਾ ਹੈ। ਇਹਦਾ ਸਹੀ ਉੱਤਰ ਹੈ ਡਾਟਾ ਦਾ ਲਗਾਤਾਰ ਬੈਕਅਪ ਲੈ ਕੇ ਅਤੇ ਸੁਰੱਖਿਆ ਪੈਮਾਨਿਆਂ ਦੀ ਵਰਤੋਂ ਕਰਕੇ ਡਾਟੇ ਨੂੰ ਨਸ਼ਟ ਹੋਣ, ਮਾਲਵੇਅਰ ਅਤੇ ਹੋਰ ਨੁਕਸਾਨਾਂ ਤੋਂ ਬਚਾਇਆ ਜਾ ਸਕਦਾ ਹੈ। ਅੱਗੇ ਸਾਡੇ ਕੋਲ ਛੋਟੇ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸੇ ਸਾਈਟ ਦੇ ਉਦੇਸ਼ ਨੂੰ ਫਿਕਸ ਕਰਨ ਲਈ ਮਹੱਤਵਪੂਰਨ ਨੁਕਤੇ ਦੱਸੋ। ਸੋ ਸਾਈਟ ਬਣਾਉਣ ਦਾ ਕੋਈ ਉਦੇਸ਼ ਜਾਂ ਮੰਤਵ ਹੋਣਾ ਚਾਹੀਦਾ ਹੈ। ਸਾਈਟ ਦਾ ਉਦੇਸ਼ ਸਾਨੂੰ ਦੱਸਦਾ ਹੈ ਕਿ ਅਸੀਂ ਇਸ ਵਿੱਚ ਕੀ ਸ਼ਾਮਲ ਕਰਨਾ ਹੈ। ਅਸੀਂ ਸਜਾਵਟ ਵਾਲੀ ਵੈਬਸਾਈਟ ਵਿਸਤਾਰਪੂਰਵਕ ਤਿਆਰ ਕਰ ਸਕਦੇ ਹਾਂ, ਪਰੰਤੂ ਇਹ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਇਹ ਸਾਈਟ ਸਾਡੇ ਉਦੇਸ਼ ਦੀ ਪੂਰਤੀ ਕਰਦੀ ਹੋਵੇ। ਦੂਸਰਾ ਪ੍ਰਸ਼ਨ ਹੈ ਡੋਮੇਨ ਨੇਮ ਦਾ ਤੁਹਾਡਾ ਕੀ ਭਾਵ ਹੈ। ਡੋਮੇਨ ਨੇਮ ਵੈਬਸਾਈਟ ਦਾ ਐਡਰੈਸ ਹੁੰਦਾ ਹੈ ਜਿਸ ਦੀ ਵਰਤੋਂ ਇੰਟਰਨੈਟ ਤੇ ਕਿਸੇ ਵੈਬਸਾਈਟ ਨੂੰ ਦੇਖਣ ਲਈ ਕੀਤੀ ਜਾਂਦੀ ਹੈ। ਇੰਟਰਨੈਟ ਤੇ ਮੌਜੂਦ ਹਰ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ ਐਡਰੈਸ ਹੁੰਦਾ ਹੈ। ਯੂਜ਼ਰ ਇਸ ਐਡਰੈਸ ਨੂੰ ਵੈਬ ਬਰਾਊਜ਼ਰ ਤੇ URL ਵਿੱਚ ਟਾਈਪ ਕਰਕੇ ਉਸ ਵੈਬਸਾਈਟ ਨੂੰ ਖੋਲ ਸਕਦਾ ਹੈ। ਡੋਮੇਨ ਨੇਮ ਵੈਬਸਾਈਟ ਦੀ ਪਛਾਣ ਨੂੰ ਦਰਸਾਉਂਦਾ ਹੈ, ਜਿਵੇਂ ਕਿ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਨੂੰ www.pseb.ac.in ਨਾਂ ਨਾਲ ਜਾਣਦੇ ਹਾਂ, ਜੋ ਕਿ ਇਸ ਵੈਬਸਾਈਟ ਦਾ ਡੋਮੇਨ ਨੇਮ ਹੈ। ਤੀਸਰਾ ਪ੍ਰਸ਼ਨ ਹੈ ਇੰਟਰਨੈਟ ਦੀ ਦੁਨੀਆ ਵਿੱਚ ਸਰਵਰ ਦੀ ਕੀ ਭੂਮਿਕਾ ਹੈ। ਸੋ ਸਾਡੀ ਸਾਈਟ ਨੂੰ ਅਮਲ ਵਿੱਚ ਲਿਆਉਣ ਲਈ ਸਰਵਰ ਦੀ ਚੋਣ ਬਹੁਤ ਮਹੱਤਤਾ ਰੱਖਦੀ ਹੈ। ਸਰਵਰ ਉਹ ਕੰਪਿਊਟਰ ਹੁੰਦਾ ਜਿੱਥੇ ਸਾਡੀ ਸਾਈਟ ਨੇ ਸਥਾਈ ਰੂਪ ਵਿੱਚ ਰਹਿਣਾ ਹੈ। ਅਸੀਂ ਆਪਣਾ ਸਰਵਰ ਖਰੀਦ ਵੀ ਸਕਦੇ ਹਾਂ ਜਾਂ ਕਿਰਾਏ ਤੇ ਲੈ ਵੀ ਸਕਦੇ ਹਾਂ। ਵੈਬਸਾਈਟਾਂ ਦੀ ਦੁਨੀਆ ਵਿੱਚ ਸਰਵਰ ਦਾ ਅਹਿਮ ਰੋਲ ਹੈ। ਅਜਿਹੇ ਵਿਸ਼ੇਸ਼ ਕਿਸਮ ਦੇ ਸਰਵਰ ਨੂੰ ਵੈਬ ਸਰਵਰ ਕਿਹਾ ਜਾਂਦਾ ਹੈ। ਚੌਥਾ ਪ੍ਰਸ਼ਨ ਹੈ ਵੈਬ ਪੰਨੇ ਡਿਜ਼ਾਈਨ ਕਰਨ ਵੇਲੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਵੈਬ ਪੰਨੇ ਡਿਜ਼ਾਈਨ ਕਰਨ ਵੇਲੇ ਸਾਨੂੰ ਹੇਠਾਂ ਲਿਖੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ, ਜਿਸ ਵਿੱਚ ਪਹਿਲਾ ਹੈ ਹਰੇਕ ਵੈਬ ਪੇਜ ਦਾ ਆਕਾਰ 2 ਸਕਰੀਨਾਂ ਤੋਂ ਵੱਡਾ ਨਹੀਂ ਹੋਣਾ ਚਾਹੀਦਾ। ਜੇਕਰ ਵੈਬ ਪੇਜ ਲੰਮਾ ਹੋ ਰਿਹਾ ਹੋਵੇ ਤਾਂ ਬੁੱਕਮਾਰਕ ਰਾਹੀਂ ਇੰਟਰਨੈਟ ਲਿੰਕ ਸਥਾਪਿਤ ਕੀਤੇ ਜਾ ਸਕਦੇ ਹਨ। ਦੂਸਰਾ ਹੈ ਜੇਕਰ ਵੈਬ ਪੇਜ ਇੱਕ ਸਕਰੀਨ ਤੋਂ ਲੰਮਾ ਹੋ ਰਿਹਾ ਹੋਵੇ ਤਾਂ ਵੈਬ ਪੇਜ ਦਾ ਇੱਕ ਹਿੱਸਾ ਵਿਖਾਓ ਅਤੇ ਬਾਕੀ ਦਾ ਹਿੱਸਾ ਮੰਗ ਜਾਂ ਜ਼ਰੂਰਤ ਅਨੁਸਾਰ ਵਿਖਾਇਆ ਜਾ ਸਕਦਾ ਹੈ। ਪੰਜਵਾਂ ਪ੍ਰਸ਼ਨ ਹੈ ਆਫਲਾਈਨ ਟੈਸਟਿੰਗ ਦਾ ਤੁਹਾਡਾ ਕੀ ਭਾਵ ਹੈ। ਸੋ ਡਿਜ਼ਾਈਨਰ ਵੈਬਸਾਈਟ ਦੇ ਬਣਨ ਤੋਂ ਬਾਅਦ ਇਸ ਦੇ ਸਾਰੇ ਵੈਬ ਪੇਜਾਂ ਨੂੰ ਵੱਖ-ਵੱਖ ਬਰਾਊਜ਼ਰ ਤੇ ਪਰਖਦੇ ਹਨ। ਇਸ ਟੈਸਟਿੰਗ ਲਈ ਇੰਟਰਨੈਟ ਦੀ ਲੋੜ ਨਹੀਂ ਪੈਂਦੀ। ਆਫਲਾਈਨ ਟੈਸਟਿੰਗ ਵਿੱਚ ਡਿਜ਼ਾਈਨਰ ਸਭ ਤੋਂ ਪਹਿਲਾਂ ਵੈਬਸਾਈਟ ਦੇ ਹੋਮ ਪੇਜ ਨੂੰ ਖੋਲ੍ਹਦਾ ਹੈ, ਫਿਰ ਇਸ ਵਿੱਚ ਮੌਜੂਦ ਸਾਰੇ ਲਿੰਕ ਉੱਪਰ ਕਲਿੱਕ ਕਰਕੇ ਵੈਬ ਪੇਜਾਂ ਦੀ ਦਿੱਖ ਅਤੇ ਪੇਜਾਂ ਦੇ ਢਾਂਚੇ ਨੂੰ ਚੈੱਕ ਕੀਤਾ ਜਾਂਦਾ ਹੈ। ਵੈਬਸਾਈਟ ਨੂੰ ਗੂਗਲ ਕਰੋਮ, ਫਾਇਰਫੌਕਸ, ਓਪੇਰਾ, ਸਫਾਰੀ ਅਤੇ ਇੰਟਰਨੈਟ ਐਕਸਪਲੋਰਰ ਵਰਗੇ ਪ੍ਰਸਿੱਧ ਵੈਬ ਬਰਾਊਜ਼ਰਾਂ ਉੱਪਰ ਪਰਖਿਆ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਵੱਡੇ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਲਈ ਵੱਖ-ਵੱਖ ਕਦਮ ਲਿਖੋ। ਸੋ ਕਿਸੇ ਵੈਬਸਾਈਟ ਦੀ ਯੋਜਨਾ ਬਣਾਉਣ ਲਈ ਹੇਠਲੇ ਕਦਮ ਹਨ, ਜਿਸ ਵਿੱਚ ਪਹਿਲਾ ਹੈ ਵੈਬਸਾਈਟ ਦਾ ਟੀਚਾ ਤੈਅ ਕਰਨਾ। ਸਾਈਟ ਬਣਾਉਣ ਦਾ ਕੋਈ ਉਦੇਸ਼ ਜਾਂ ਮੰਤਵ ਹੋਣਾ ਚਾਹੀਦਾ ਹੈ। ਸਾਈਟ ਦਾ ਉਦੇਸ਼ ਸਾਨੂੰ ਦੱਸਦਾ ਹੈ ਕਿ ਅਸੀਂ ਇਸ ਵਿੱਚ ਕੀ ਕੁਝ ਪਾਉਣਾ ਹੈ। ਅਸੀਂ ਵਧੀਆ ਦਿੱਖ ਵਾਲੀ ਸਾਈਟ ਵਿਸਥਾਰਪੂਰਵਕ ਤਿਆਰ ਕਰ ਸਕਦੇ ਹਾਂ, ਪਰੰਤੂ ਇਹ ਜ਼ਰੂਰੀ ਹੈ ਕਿ ਇਹ ਸਾਈਟ ਸਾਡੇ ਉਦੇਸ਼ ਦੀ ਪੂਰਤੀ ਕਰਦੀ ਹੋਵੇ। ਦੂਸਰਾ ਪੁਆਇੰਟ ਹੈ ਵੈਬਸਾਈਟ ਦਰਸ਼ਕਾਂ ਅਨੁਸਾਰ ਤਿਆਰ ਕਰਨਾ। ਦਰਸ਼ਕਾਂ ਲਈ ਡਿਜ਼ਾਈਨਿੰਗ ਤੋਂ ਭਾਵ ਹੈ ਕਿ ਸਾਈਟ ਦੇ ਦਰਸ਼ਕ ਤੈਅ ਕਰਨਾ। ਇਸ ਵਿੱਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਕਿਸ ਕਿਸਮ ਦੇ ਲੋਕ ਸਾਡੀ ਸਾਈਟ ਦੇ ਦਰਸ਼ਕ ਹੋਣਗੇ। ਬੱਚੇ, ਵਕੀਲ, ਡਾਕਟਰ ਜਾਂ ਘਰੇਲੂ ਔਰਤਾਂ। ਇੱਥੇ ਇਹ ਵੀ ਧਿਆਨ ਰੱਖਿਆ ਜਾਂਦਾ ਹੈ ਕਿ ਦਰਸ਼ਕਾਂ ਦੀਆਂ ਸਾਡੀ ਸਾਈਟ ਤੋਂ ਕੀ ਆਸਾਂ ਹਨ। ਇਸ ਤਰ੍ਹਾਂ ਸਾਨੂੰ ਸਾਡੀ ਸਾਈਟ ਦਰਸ਼ਕਾਂ ਦੀ ਰੁਚੀ ਮੁਤਾਬਕ ਡਿਜ਼ਾਈਨ ਕਰਨੀ ਪਵੇਗੀ। ਤੀਸਰਾ ਹੈ ਕਾਰਜਨੀਤੀ ਤਿਆਰ ਕਰਨਾ। ਸੋ ਮੰਤਵ ਦੀ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਨੂੰ ਕਾਰਜਨੀਤੀ ਕਿਹਾ ਜਾਂਦਾ ਹੈ। ਅਸੀਂ ਆਪਣੀ ਸਾਈਟ ਦੀ ਕਾਰਜਨੀਤੀ ਲਈ ਸਾਈਟ ਵਿੱਚ ਕਈ ਕਿਸਮ ਦੀ ਸੂਚਨਾ ਸ਼ਾਮਲ ਕਰ ਸਕਦੇ ਹਾਂ, ਜਿਵੇਂ ਕਿ ਟੈਕਸਟ ਸੂਚਨਾ, ਆਡੀਓ ਸੂਚਨਾ ਅਤੇ ਵੀਡੀਓ ਸੂਚਨਾ। ਚੌਥਾ ਹੈ ਵੈਬ ਪੇਜਾਂ ਲਈ ਸਮੱਗਰੀ ਤਿਆਰ ਕਰਨਾ। ਸਾਈਟ ਦਾ ਵਿਸ਼ਾ ਵਸਤੂ ਅਜਿਹਾ ਹੋਣਾ ਚਾਹੀਦਾ ਹੈ ਜੋ ਦਰਸ਼ਕਾਂ ਨੂੰ ਮਹੱਤਵਪੂਰਨ ਸੂਚਨਾ ਮੁਹੱਈਆ ਕਰਵਾਵੇ। ਵਿਸ਼ਾ ਵਸਤੂ ਸਹੀ ਥਾਂ ਉੱਤੇ ਹੋਵੇ ਅਤੇ ਚੰਗੇ ਤਰੀਕੇ ਨਾਲ ਵਿਵਸਥਿਤ ਕੀਤਾ ਹੋਣਾ ਚਾਹੀਦਾ ਹੈ। ਦੂਸਰਾ ਪ੍ਰਸ਼ਨ ਹੈ ਆਫਲਾਈਨ ਟੈਸਟਿੰਗ ਅਤੇ ਆਨਲਾਈਨ ਟੈਸਟਿੰਗ ਵਿੱਚ ਕੀ ਅੰਤਰ ਹੈ। ਸੋ ਪਹਿਲਾਂ ਅਸੀਂ ਆਫਲਾਈਨ ਟੈਸਟਿੰਗ ਵੱਲ ਜਾਣਾਂਗੇ। ਵੈਬਸਾਈਟ ਤਿਆਰ ਕਰਨ ਤੋਂ ਬਾਅਦ ਇਸ ਨੂੰ ਵੈਬ ਬਰਾਊਜ਼ਰ ਉੱਪਰ ਟੈਸਟ ਕੀਤਾ ਜਾਂਦਾ ਹੈ। ਇਸ ਟੈਸਟ ਲਈ ਇੰਟਰਨੈਟ ਦੀ ਜ਼ਰੂਰਤ ਨਹੀਂ ਪੈਂਦੀ, ਇਸੇ ਕਾਰਨ ਇਸ ਨੂੰ ਆਫਲਾਈਨ ਟੈਸਟ ਕਿਹਾ ਜਾਂਦਾ ਹੈ।
ਆਫਲਾਈਨ ਟੈਸਟ ਵਿੱਚ ਸਭ ਤੋਂ ਪਹਿਲਾਂ ਹੋਮ ਪੇਜ ਖੋਲ੍ਹਿਆ ਜਾਂਦਾ ਹੈ, ਫਿਰ ਇੱਕ ਇੱਕ ਕਰਕੇ ਬਾਕੀ ਲਿੰਕ ਕੀਤੇ ਗਏ ਵੈਬ ਪੇਜਾਂ ਨੂੰ ਚੈੱਕ ਕੀਤਾ ਜਾਂਦਾ ਹੈ। ਆਫਲਾਈਨ ਟੈਸਟ ਵਿੱਚ ਸਾਨੂੰ ਆਪਣੀ ਸਾਈਟ ਨੂੰ ਵੱਖ-ਵੱਖ ਵੈਬ ਬਰਾਊਜ਼ਰਾਂ ਵਿੱਚ ਟੈਸਟ ਕਰ ਲੈਣਾ ਚਾਹੀਦਾ ਹੈ। ਦੂਸਰਾ ਹੈ ਆਨਲਾਈਨ ਟੈਸਟਿੰਗ। ਆਫਲਾਈਨ ਟੈਸਟਿੰਗ ਤੋਂ ਬਾਅਦ ਵੈਬਸਾਈਟ ਨੂੰ ਸਰਵਰ ਤੇ ਅਪਲੋਡ ਕੀਤਾ ਜਾਂਦਾ ਹੈ। ਸਾਈਟ ਅਪਲੋਡ ਹੋਣ ਤੋਂ ਬਾਅਦ ਇਸ ਨੂੰ ਆਨਲਾਈਨ ਟੈਸਟ ਕੀਤਾ ਜਾਂਦਾ ਹੈ। ਆਨਲਾਈਨ ਟੈਸਟ ਕਰਨ ਲਈ ਇੰਟਰਨੈਟ ਦੀ ਜ਼ਰੂਰਤ ਪੈਂਦੀ ਹੈ। ਇਸ ਟੈਸਟ ਲਈ ਸਭ ਤੋਂ ਪਹਿਲਾਂ ਇੰਟਰਨੈਟ ਨਾਲ ਕਨੈਕਟ ਹੋਣਾ ਪੈਂਦਾ ਹੈ। ਫਿਟ ਵੈਬ ਬਰਾਊਜ਼ਰ ਖੋਲ੍ਹੋ ਅਤੇ ਫਿਰ ਆਪਣੀ ਵੈਬਸਾਈਟ ਦਾ ਐਡਰੈਸ ਟਾਈਪ ਕਰੋ। ਸਭ ਤੋਂ ਪਹਿਲਾਂ ਹੋਮ ਪੇਜ ਖੋਲ੍ਹਿਆ ਜਾਂਦਾ ਹੈ, ਫਿਰ ਇੱਕ ਇੱਕ ਕਰਕੇ ਬਾਕੀ ਲਿੰਕ ਕੀਤੇ ਵੈਬ ਪੇਜਾਂ ਨੂੰ ਚੈੱਕ ਕੀਤਾ ਜਾਂਦਾ ਹੈ। ਆਨਲਾਈਨ ਟੈਸਟ ਵਿੱਚ ਵੀ ਸਾਨੂੰ ਆਪਣੀ ਸਾਈਟ ਨੂੰ ਵੱਖ-ਵੱਖ ਵੈਬ ਬਰਾਊਜ਼ਰਾਂ ਵਿੱਚ ਟੈਸਟ ਕਰ ਲੈਣਾ ਚਾਹੀਦਾ ਹੈ। ਤੀਸਰਾ ਪ੍ਰਸ਼ਨ ਹੈ SEO ਕੀ ਹੈ। ਸੋ SEO ਦਾ ਪੂਰਾ ਨਾਮ ਹੈ ਸਰਚ ਇੰਜਨ ਆਪਟੀਮਾਈਜੇਸ਼ਨ। ਇਹ ਇੱਕ ਅਜਿਹੀ ਕਾਰਜ ਪ੍ਰਣਾਲੀ ਹੈ ਜਿਸ ਦੀ ਵਰਤੋਂ ਕਿਸੇ ਵੈਬਸਾਈਟ ਨੂੰ ਸਰਚ ਇੰਜਨਾਂ ਤੱਕ ਪਹੁੰਚਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਨਾਲ ਅਸੀਂ ਆਪਣੀ ਵੈਬਸਾਈਟ ਨੂੰ ਇਸ ਯੋਗ ਬਣਾ ਸਕਦੇ ਹਾਂ ਕਿ ਸਰਚ ਇੰਜਨ ਇਸ ਨੂੰ ਆਸਾਨੀ ਨਾਲ ਲੱਭ ਸਕਣ। SEO ਅਜਿਹੀਆਂ ਰਣਨੀਤੀਆਂ ਅਤੇ ਤਕਨੀਕਾਂ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਵੈਬਸਾਈਟ ਤੱਕ ਲੋਕਾਂ ਦੀ ਪਹੁੰਚ ਵਧਾ ਸਕਦੇ ਹਾਂ। SEO ਦੀ ਮਦਦ ਨਾਲ ਸਾਡੀ ਵੈਬਸਾਈਟ ਸਰਚ ਇੰਜਨ ਦੇ ਸਰਚ ਨਤੀਜਿਆਂ ਵਿੱਚ ਵਧੀਆ ਰੈਂਕ ਪ੍ਰਾਪਤ ਕਰ ਸਕਦੀ ਹੈ। ਚੌਥਾ ਪ੍ਰਸ਼ਨ ਹੈ SMM ਕੀ ਹੈ। SMM ਦਾ ਪੂਰਾ ਨਾਮ ਸੋਸ਼ਲ ਮੀਡੀਆ ਮਾਰਕੀਟਿੰਗ ਹੈ। ਸੋਸ਼ਲ ਮੀਡੀਆ ਮਾਰਕੀਟਿੰਗ ਦਾ ਮੁੱਖ ਟੀਚਾ ਉਹ ਸਮੱਗਰੀ ਤਿਆਰ ਕਰਨਾ ਹੈ ਜੋ ਉਪਭੋਗਤਾ ਆਪਣੇ ਸੋਸ਼ਲ ਮੀਡੀਆ ਨੈਟਵਰਕ ਨਾਲ ਸਾਂਝਾ ਕਰਕੇ ਕੰਪਨੀ ਦੇ ਉਤਪਾਦ ਦੀ ਵਿਕਰੀ ਅਤੇ ਗ੍ਰਾਹਕਾਂ ਦੀ ਪਹੁੰਚ ਨੂੰ ਵਧਾਉਣ ਵਿੱਚ ਵਾਧਾ ਕਰ ਸਕੇ। ਸੋਸ਼ਲ ਮੀਡੀਆ ਮਾਰਕੀਟਿੰਗ ਨੂੰ ਦੋ ਢੰਗਾਂ ਨਾਲ ਕੀਤਾ ਜਾ ਸਕਦਾ ਹੈ, ਜਿਸ ਵਿੱਚ ਪਹਿਲਾ ਇਹ ਕੰਟੈਂਟ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ, ਦੂਸਰਾ ਸਟੇਟਸ ਜਾਂ ਟਵੀਟ ਨੂੰ ਵੈਬਸਾਈਟ ਵਿੱਚ ਪੋਸਟ ਕਰਕੇ। ਅੱਗੇ ਸਾਡੇ ਕੋਲ ਪਾਰਟ ਨੰਬਰ 5 ਦੇ ਬਹੁਤ 94 ਪ੍ਰਸ਼ਨ ਨੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕਿਸ ਪ੍ਰੋਗਰਾਮ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਪਲੇਟ ਅਤੇ ਹੋਰ ਕਿਸਮ ਦੇ ਪ੍ਰਿੰਟਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਡੈਸਕ ਪਬਲਿਸ਼ਿੰਗ, ਡੈਸਕਟਾਪ ਪਬਲਿਸ਼ਿੰਗ, ਟੌਪ ਪਬਲਿਸ਼ਿੰਗ ਜਾਂ ਪਬਲਿਸ਼ਿੰਗ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਡੈਸਕਟਾਪ ਪਬਲਿਸ਼ਿੰਗ ਦੀ ਵਰਤੋਂ ਕਿਤਾਬਾਂ, ਮੈਗਜ਼ੀਨ, ਅਖਬਾਰਾਂ, ਫਲਾਇਰ, ਪੈਂਪਲੇਟ ਅਤੇ ਹੋਰ ਕਿਸਮ ਦੇ ਪ੍ਰਿੰਟਡ ਡਾਕੂਮੈਂਟ ਤਿਆਰ ਕਰਨ ਲਈ ਕੀਤੀ ਜਾ ਸਕਦੀ ਹੈ। ਦੂਸਰਾ ਪ੍ਰਸ਼ਨ ਹੈ ਇਹ ਡਿਸਪਲੇ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਸਕਦਾ ਹੈ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਹੈ WYS, WJKI, WKS, WUG, WUSI, WUG। ਲਾਸਟ ਵਿੱਚ ਹੈ WYSI, WYG। ਸੋ ਇਸਦਾ ਸਹੀ ਉੱਤਰ ਹੈ ਇਹ ਡਿਸਪਲੇ ਸਕਰੀਨ ਤੇ ਡਾਕੂਮੈਂਟ ਨੂੰ ਬਿਲਕੁਲ ਉਸੇ ਤਰ੍ਹਾਂ ਦਰਸਾਉਂਦੀ ਹੈ ਜਿਸ ਤਰ੍ਹਾਂ ਡਾਕੂਮੈਂਟ ਪ੍ਰਿੰਟ ਹੋ ਸਕਦਾ ਹੈ। ਤੇ ਇਹਦਾ ਸਹੀ ਉੱਤਰ ਹੈ WYSI, WYG। ਤੀਸਰਾ ਹੈ ਇੱਕ ਪ੍ਰਿੰਟਰ ਜੋ ਇੱਕ ਫੋਟੋਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ। ਸਾਡੇ ਕੋਲ ਇਹਦੇ ਆਪਸ਼ਨ ਹੈ ਲੇਜ਼ਰ, ਇੰਕਜੈਟ, ਲਾਈਨ ਜਾਂ ਡਰਮ। ਸਾਡੇ ਕੋਲ ਸਹੀ ਉੱਤਰ ਹੈ ਲੇਜ਼ਰ ਪ੍ਰਿੰਟਰ ਜੋ ਇੱਕ ਫੋਟੋਕਾਪੀ ਮਸ਼ੀਨ ਵਾਂਗ ਕੰਮ ਕਰਦਾ ਹੈ। ਅੱਗੇ ਸਾਡੇ ਕੋਲ ਚੌਥਾ ਪ੍ਰਸ਼ਨ ਹੈ ਇਹ ਇੱਕ ਇਮੇਜ ਜਾਂ ਤਸਵੀਰ ਦੀ ਵਿਜ਼ੂਅਲ ਪੇਸ਼ਕਾਰੀ ਹੈ। ਤਾਂ ਸਾਡੇ ਕੋਲ ਇਹਦੇ ਆਪਸ਼ਨ ਹੈ ਚਾਰਟ, ਗ੍ਰਾਫਿਕਸ, ਫਰੇਮ ਜਾਂ ਫੌਂਟ। ਸਾਡੇ ਕੋਲ ਇਸਦਾ ਸਹੀ ਉੱਤਰ ਹੈ ਇਹ ਇੱਕ ਇਮੇਜ ਜਾਂ ਤਸਵੀਰ ਜੋ ਕਿ ਗ੍ਰਾਫਿਕਸ ਹੈ ਦੀ ਵਿਜ਼ੂਅਲ ਪੇਸ਼ਕਾਰੀ ਨੂੰ ਦਰਸਾਉਂਦਾ ਹੈ। ਪੰਜਵਾਂ ਪ੍ਰਸ਼ਨ ਹੈ ਇਹ ਪਿੰਨ ਨੂੰ ਰਿਬਨ ਤੇ ਸਟ੍ਰਾਈਕ ਜਾਂ ਪ੍ਰੈਸ ਕਰਕੇ ਕਾਗਜ਼ ਤੇ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕਰਦਾ ਹੈ। ਤਾਂ ਸਾਡੇ ਕੋਲ ਜੋ ਆਪਸ਼ਨ ਹੈ ਇੰਕਜੈਟ, ਇੰਪੈਕਟ, ਨਾਨ ਇੰਪੈਕਟ ਜਾਂ ਲੇਜ਼ਰ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹੈ ਇੰਪੈਕਟ ਪ੍ਰਿੰਟਰ ਪਿੰਨ ਨੂੰ ਰਿਬਨ ਤੇ ਸਟ੍ਰਾਈਕ ਜਾਂ ਪ੍ਰੈਸ ਕਰਕੇ ਕਾਗਜ਼ ਦੀ ਤਸਵੀਰਾਂ ਜਾਂ ਟੈਕਸਟ ਨੂੰ ਪ੍ਰਿੰਟ ਕਰਦਾ ਹੈ। ਅੱਗੇ ਸਾਡੇ ਕੋਲ ਹੈ ਖਾਲੀ ਸਮਾਂ ਭਰੋ। ਪਹਿਲੀ ਖਾਲੀ ਸਮਾਂ ਏਰੀਅਲ, ਹੈਲਵੇਟਿਕਾ, ਟਾਈਮਸ ਐਂਡ ਵਰਡਾਨਾ। ਡੈਸ਼ ਦੀ ਉਦਾਹਰਨ ਹਨ ਅਤੇ ਇਹਨਾਂ ਦਾ ਇੱਕੋ ਜਿਹਾ ਡੈਸ਼ ਹੁੰਦਾ ਹੈ। ਤਾਂ ਸਾਡੇ ਕੋਲ ਇਸ ਦਾ ਉੱਤਰ ਹੈ ਏਰੀਅਲ, ਹੈਲਵੇਟਿਕਾ, ਟਾਈਮਸ ਐਂਡ ਵਰਡਾਨਾ ਟਾਈਪ ਫੇਸ ਦੀ ਉਦਾਹਰਨ ਹਨ ਅਤੇ ਇਹਨਾਂ ਦਾ ਇੱਕੋ ਜਿਹਾ ਡਿਜ਼ਾਈਨ ਹੁੰਦਾ ਹੈ। ਦੂਸਰਾ ਹੈ ਇੱਕ ਗਟਰ ਮਾਰਜਨ ਸੈਟਿੰਗ ਉਸ ਡਾਕੂਮੈਂਟ ਦੇ ਲੈਫਟ ਜਾਂ ਟੌਪ ਮਾਰਜਨ ਵਿੱਚ ਵਾਧੂ ਥਾਂ ਜੋੜਦੀ ਹੈ ਜਿਸ ਨੂੰ ਅਸੀਂ ਬਾਈਂਡ ਕਰਨ ਲਈ ਬਣਾਉਂਦੇ ਹਾਂ। ਤੀਸਰਾ ਹੈ ਵੈਬ ਪੇਜ ਵਿੱਚ ਕੰਟੈਂਟ ਸਿਰਫ ਦੇਖਣਯੋਗ ਹੁੰਦੇ ਹਨ, ਨਾ ਕਿ ਪ੍ਰਿੰਟ ਕਰਨ ਲਈ ਡਿਜ਼ਾਈਨ ਕੀਤੇ ਜਾਂਦੇ ਹਨ। ਚੌਥਾ ਹੈ ਲੇਜ਼ਰ ਪ੍ਰਿੰਟਰ ਬਫਰ ਦੀ ਵਰਤੋਂ ਕਰਦੇ ਹਨ ਜੋ ਕਿ ਇੱਕ ਸਮੇਂ ਉੱਤੇ ਪੂਰੇ ਪੇਜ ਨੂੰ ਸਟੋਰ ਕਰਦੇ ਹਨ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਸੋ DTP ਦਾ ਅਰਥ ਹੈ ਡੈਸਕਟਾਪ ਪਬਲਿਸ਼ਿੰਗ, ਸਹੀ। ਦੂਸਰਾ ਹੈ ਡੈਸਕਟਾਪ ਪਬਲਿਸ਼ਿੰਗ ਹਾਰਡਵੇਅਰ
ਅਤੇ ਸੌਫਟਵੇਅਰ ਦੀ ਵਰਤੋਂ ਵੈਬ ਪੇਜ ਬਣਾਉਣ ਅਤੇ ਡਿਜ਼ਾਈਨ ਕਰਨ ਲਈ ਵੀ ਕੀਤੀ ਜਾਂਦੀ ਹੈ। ਸਹੀ। ਤੀਸਰਾ ਹੈ ਇੰਕਜੈਟ ਪ੍ਰਿੰਟਰ ਵਿੱਚ ਸਿਆਹੀ ਪੇਪਰ ਦੁਆਰਾ ਸੌਖ ਲਈ ਜਾਂਦੀ ਹੈ ਅਤੇ ਤੁਰੰਤ ਸੁੱਕ ਜਾਂਦੀ ਹੈ। ਗਲਤ। ਚੌਥਾ ਹੈ ਡਾਟ ਮੈਟ੍ਰਿਕਸ ਪ੍ਰਿੰਟਰ ਵਿੱਚ 19 ਤੋਂ 124 ਪਿੰਨ ਵਾਲਾ ਪ੍ਰਿੰਟ ਹੈਡ ਹੁੰਦਾ ਹੈ। ਗਲਤ। ਅੱਗੇ ਸਾਡੇ ਕੋਲ ਬਹੁਤ ਛੋਟੇ ਜਿਹੇ ਪ੍ਰਸ਼ਨ, ਜਿਸ ਵਿੱਚ ਪਹਿਲਾ ਹੈ ਕਿਹੜਾ ਪ੍ਰਿੰਟਰ 1 ਮਿੰਟ ਵਿੱਚ 1200 ਤੋਂ 6000 ਲਾਈਨਾਂ ਪ੍ਰਿੰਟ ਕਰਦਾ ਹੈ। ਇਸ ਦਾ ਉੱਤਰ ਹੈ ਲਾਈਨ ਪ੍ਰਿੰਟਰ। ਦੂਸਰਾ ਹੈ ਕਿਹੜੇ ਇਮੇजेस 2 ਜਾਂ 3 ਆਯਾਮੀ ਹੋ ਸਕਦੀਆਂ ਹਨ। ਇਸ ਦਾ ਉੱਤਰ ਹੈ ਕੰਪਿਊਟਰ ਗ੍ਰਾਫਿਕ। ਤੀਸਰਾ ਹੈ ਕਿਸ ਪ੍ਰਿੰਟਰ ਵਿੱਚ ਇੱਕ ਵਿਸ਼ੇਸ਼ ਪਰਤ ਹੁੰਦੀ ਹੈ ਜਿਸ ਵਿੱਚ ਟੋਨਰ ਜਾਂ ਸਿਆਹੀ ਪਾਊਡਰ ਚਿਪਕ ਜਾਂਦਾ ਹੈ। ਇਸ ਦਾ ਉੱਤਰ ਹੈ ਲੇਜ਼ਰ ਪ੍ਰਿੰਟਰ। ਚੌਥਾ ਪ੍ਰਸ਼ਨ ਹੈ ਇੱਕੋ ਜਿਹੇ ਡਿਜ਼ਾਈਨ ਦੇ ਅੱਖਰਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ। ਇਸ ਦਾ ਉੱਤਰ ਹੈ ਟਾਈਪਫੇਸ। ਪੰਜਵਾਂ ਹੈ ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਹਿੰਦੇ ਹਨ। ਤਾਂ ਇਸ ਦਾ ਸਹੀ ਉੱਤਰ ਹੈ ਮਾਰਜਿਨ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਡੈਸਕਟਾਪ ਪਬਲਿਸ਼ਿੰਗ ਕੀ ਹੈ। ਡੈਸਕਟਾਪ ਪਬਲਿਸ਼ਿੰਗ ਨੂੰ DTP ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡੈਸਕਟਾਪ ਪਬਲਿਸ਼ਿੰਗ ਉਹ ਐਪਲੀਕੇਸ਼ਨ ਹੈ ਜਿਸ ਦੀ ਵਰਤੋਂ ਕਰਕੇ ਕੰਪਿਊਟਰ ਦੀ ਸਹਾਇਤਾ ਨਾਲ ਵਿਜ਼ਿਟਿੰਗ ਕਾਰਡ, ਮੈਗਜ਼ੀਨ, ਕੈਲੰਡਰ, ਇਸ਼ਤਿਹਾਰ, ਕਿਤਾਬ ਦਾ ਕਵਰ ਆਦਿ ਵਧੀਆ ਕੁਆਲਿਟੀ ਨਾਲ ਡਿਜ਼ਾਈਨ ਅਤੇ ਛਾਪ ਸਕਦੇ ਹਾਂ। ਡੈਸਕਟਾਪ ਪਬਲਿਸ਼ਿੰਗ ਰਾਹੀਂ ਟਾਈਪ ਸੈਟਿੰਗ, ਗ੍ਰਾਫਿਕ ਡਿਜ਼ਾਈਨ, ਪੇਜ ਲੇਆਊਟ ਅਤੇ ਡਾਕੂਮੈਂਟ ਨੂੰ ਪ੍ਰਿੰਟ ਕਰਨਾ ਸ਼ਾਮਲ ਹੁੰਦਾ ਹੈ। ਦੂਸਰਾ ਪ੍ਰਸ਼ਨ ਹੈ ਪ੍ਰਿੰਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ। ਸੋ ਪ੍ਰਿੰਟਰ ਦੀਆਂ ਵੱਖ-ਵੱਖ ਕਿਸਮਾਂ ਨੇ, ਜਿਸ ਵਿੱਚ ਪਹਿਲਾ ਹੈ ਇੰਪੈਕਟ ਪ੍ਰਿੰਟਰ ਅਤੇ ਦੂਸਰਾ ਨਾਨ ਇੰਪੈਕਟ ਪ੍ਰਿੰਟਰ। ਤੀਸਰਾ ਪ੍ਰਸ਼ਨ ਹੈ ਮਾਰਜਿਨ ਕੀ ਹੈ। ਇੱਕ ਦਸਤਾਵੇਜ਼ ਦੇ ਚਾਰੋਂ ਪਾਸੇ ਖਾਲੀ ਥਾਂ ਨੂੰ ਮਾਰਜਿਨ ਕਿਹਾ ਜਾਂਦਾ ਹੈ। ਅਸੀਂ ਇੱਕ ਪੇਜ ਦੀਆਂ ਚਾਰੇ ਦਿਸ਼ਾਵਾਂ ਵਿੱਚ ਮਾਰਜਿਨ ਸੈੱਟ ਕਰ ਸਕਦੇ ਹਾਂ, ਜਿਵੇਂ ਕਿ ਟੌਪ ਮਾਰਜਿਨ, ਬਾਟਮ ਜਾਂ ਹੇਠਾਂ ਮਾਰਜਿਨ, ਲੈਫਟ ਜਾਂ ਖੱਬਾ ਮਾਰਜਿਨ, ਰਾਈਟ ਜਾਂ ਸੱਜਾ ਮਾਰਜਿਨ। ਚੌਥਾ ਪ੍ਰਸ਼ਨ ਹੈ ਗਟਰ ਪੋਜੀਸ਼ਨ ਤੋਂ ਤੁਸੀਂ ਕੀ ਸਮਝਦੇ ਹੋ। ਸੋ ਇੱਕ ਡਾਕੂਮੈਂਟ ਵਿੱਚ ਗਟਰ ਮਾਰਜਿਨ ਸੈਟਿੰਗ ਉਸ ਡਾਕੂਮੈਂਟ ਦੇ ਸਾਈਡ ਜਾਂ ਉੱਪਰ ਦੇ ਮਾਰਜਿਨ ਵਿੱਚ ਵਾਧੂ ਥਾਂ ਜੋੜਦੀ ਹੈ, ਜਿਸ ਰਾਹੀਂ ਅਸੀਂ ਦਸਤਾਵੇਜ਼ ਨੂੰ ਬਾਈਂਡ ਜਾਂ ਜਿਲਦ ਕਰਨ ਦੀ ਯੋਜਨਾ ਬਣਾਉਂਦੇ ਹਾਂ। ਗਟਰ ਮਾਰਜਿਨ ਇਹ ਯਕੀਨੀ ਬਣਾਉਂਦਾ ਹੈ ਕਿ ਟੈਕਸਟ ਪੇਪਰ ਤੇ ਪ੍ਰਿੰਟ ਕਰਨ ਤੋਂ ਬਾਅਦ ਬਾਈਂਡ ਦੇ ਸਮੇਂ ਟੈਕਸਟ ਛੁਪ ਨਾ ਜਾਵੇ। ਪੰਜਵਾਂ ਪ੍ਰਸ਼ਨ ਹੈ ਗ੍ਰਾਫਿਕਸ ਕੀ ਹਨ। ਗ੍ਰਾਫਿਕਸ ਇੱਕ ਤਸਵੀਰ ਦੀ ਵਿਜ਼ੂਅਲ ਪੇਸ਼ਕਾਰੀ ਨੂੰ ਦਰਸਾਉਂਦਾ ਹੈ। ਕੰਪਿਊਟਰ ਗ੍ਰਾਫਿਕ ਕੰਪਿਊਟਰ ਸਕਰੀਨ ਤੇ ਪ੍ਰਦਰਸ਼ਿਤ ਹੋਣ ਵਾਲੀਆਂ ਤਸਵੀਰਾਂ ਹੁੰਦੀਆਂ ਹਨ। ਕੰਪਿਊਟਰ ਗ੍ਰਾਫਿਕ 2 ਜਾਂ 3 ਆਯਾਮੀ ਹੁੰਦੇ ਹਨ। ਸ਼ੁਰੂਆਤੀ ਕੰਪਿਊਟਰ ਮਸ਼ੀਨ 16 ਜਾਂ 256 ਰੰਗਾਂ ਨੂੰ ਸਪੋਰਟ ਕਰਦੇ ਸੀ ਅਤੇ ਅੱਜ ਕੱਲ੍ਹ ਦੇ ਕੰਪਿਊਟਰ ਲੱਖਾਂ ਰੰਗਾਂ ਵਿੱਚ ਗ੍ਰਾਫਿਕਸ ਪ੍ਰਦਰਸ਼ਿਤ ਕਰ ਸਕਦੇ ਹਨ। ਛੇਵਾਂ ਪ੍ਰਸ਼ਨ ਹੈ WYSI WYG ਵਿਸ਼ੇਸ਼ਤਾ ਦੀ ਵਿਆਖਿਆ ਕਰੋ। ਸੋ WSI WYG ਨੂੰ WYSIWYG ਵੀ ਕਿਹਾ ਜਾਂਦਾ ਹੈ, ਜਿਸ ਦਾ ਪੂਰਾ ਨਾਮ ਹੈ What You See is What You Get। ਸੋ WYSIWYG ਤੋਂ ਭਾਵ ਹੈ ਕਿ ਜਿਸ ਰੂਪ ਵਿੱਚ ਅਸੀਂ ਕੰਪਿਊਟਰ ਵਿੱਚ ਕੋਈ ਤਸਵੀਰ ਡਿਜ਼ਾਈਨ ਕਰਦੇ ਹਾਂ ਜਾਂ ਦਸਤਾਵੇਜ਼ ਡਿਜ਼ਾਈਨ ਕਰਦੇ ਹਾਂ, ਉਸੇ ਤਰ੍ਹਾਂ ਹੀ ਉਹ ਦਸਤਾਵੇਜ਼ ਨੂੰ ਪ੍ਰਿੰਟ ਵੀ ਕਰ ਸਕਦੇ ਹਾਂ। ਇਸ ਵਿੱਚ ਟੈਕਸਟ ਅਤੇ ਗ੍ਰਾਫਿਕ ਉਸੇ ਰੂਪ ਵਿੱਚ ਐਡਿਟ ਕੀਤੇ ਜਾਂਦੇ ਹਨ ਜਿਸ ਰੂਪ ਵਿੱਚ ਉਹ ਅਖੀਰ ਵਿੱਚ ਬਣ ਕੇ ਦਿਖਦੇ ਹਨ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਵੈਕਟਰ ਗ੍ਰਾਫਿਕਸ ਅਤੇ ਬਿਟਮੈਪ ਗ੍ਰਾਫਿਕ ਵਿੱਚ ਅੰਤਰ ਦੱਸੋ। ਸੋ ਵੈਕਟਰ ਗ੍ਰਾਫਿਕ ਗਣਿਤੀ ਗਣਨਾਵਾਂ ਰਾਹੀਂ ਸ਼ੇਪਸ ਬਣਾਉਂਦੇ ਹਨ, ਜਦਕਿ ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕ ਤਸਵੀਰਾਂ ਪਿਕਸਲ ਤੇ ਨਿਰਭਰ ਕਰਦੀਆਂ ਹਨ। ਦੂਸਰਾ ਹੈ ਵੈਕਟਰ ਗ੍ਰਾਫਿਕਸ ਵਿੱਚ ਤਸਵੀਰ ਨੂੰ ਕਿਸੇ ਵੀ ਆਕਾਰ ਵਿੱਚ ਘੱਟ ਵੱਧ ਕੀਤਾ ਜਾ ਸਕਦਾ ਹੈ, ਜਦਕਿ ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕ ਵਿੱਚ ਤਸਵੀਰ ਦੀ ਡਾਇਮੈਂਸ਼ਨ ਅਤੇ ਰੈਜ਼ੋਲੂਸ਼ਨ ਨਿਰਧਾਰਿਤ ਹੁੰਦੇ ਹਨ। ਤੀਸਰਾ ਪੁਆਇੰਟ ਹੈ ਵੈਕਟਰ ਗ੍ਰਾਫਿਕਸ ਵਿੱਚ ਫਾਈਲ ਦਾ ਜਿਹੜਾ ਸਾਈਜ਼ ਹੈ ਛੋਟਾ ਹੁੰਦਾ ਹੈ, ਜਦਕਿ ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕਸ ਵਿੱਚ ਤਸਵੀਰ ਦਾ ਜਿਹੜਾ ਸਾਈਜ਼ ਹੈ ਵੱਡਾ ਹੁੰਦਾ ਹੈ। ਚੌਥਾ ਪੁਆਇੰਟ ਹੈ ਵੈਕਟਰ ਗ੍ਰਾਫਿਕਸ ਵਿੱਚ ਕੋਰਲ ਡਰਾ, ਅਡੋਬ ਇਲਸਟ੍ਰੇਟਰ ਵਰਗੇ ਸੌਫਟਵੇਅਰ ਵਰਤੇ ਜਾਂਦੇ ਹਨ, ਜਦਕਿ ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕਸ ਦੇ ਲਈ ਅਡੋਬ ਫੋਟੋਸ਼ਾਪ ਵਰਗੇ ਸੌਫਟਵੇਅਰ ਵਰਤੇ ਜਾਂਦੇ ਹਨ। ਪੰਜਵਾਂ ਪੁਆਇੰਟ ਹੈ ਵੈਕਟਰ ਗ੍ਰਾਫਿਕਸ ਵਿੱਚ ਇਹ ਸੌਫਟਵੇਅਰ ਡਰਾਇੰਗ ਲਈ ਵਧੀਆ ਹੈ, ਜਦਕਿ ਬਿਟਮੈਪ ਜਾਂ ਰਾਸ਼ਟਰ ਗ੍ਰਾਫਿਕ ਸੌਫਟਵੇਅਰ ਪੇਂਟਿੰਗ ਲਈ ਵਧੀਆ ਹੈ। ਲਾਸਟ ਪੁਆਇੰਟ ਹੈ ਵੈਕਟਰ ਗ੍ਰਾਫਿਕਸ ਵੈਕਟਰ ਇਮੇਜ ਨੂੰ ਆਸਾਨੀ ਨਾਲ ਰਾਸ਼ਟਰ ਵਿੱਚ ਬਦਲਿਆ ਜਾ ਸਕਦਾ ਹੈ, ਜਦਕਿ ਰਾਸ਼ਟਰ ਗ੍ਰਾਫਿਕਸ ਦੀ ਕਿਸੇ ਵੀ ਇਮੇਜ ਨੂੰ ਵੈਕਟਰ ਵਿੱਚ ਬਦਲਣ ਵਿੱਚ ਬਹੁਤ ਸਮਾਂ ਲੱਗਦਾ ਹੈ। ਦੂਸਰਾ ਵੱਡਾ ਆਪਰੇਸ਼ਨ ਹੈ ਡੈਸਕਟਾਪ ਪਬਲਿਸ਼ਿੰਗ ਦੀ ਵਿਆਖਿਆ ਕਰੋ ਅਤੇ ਇਸ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਦੀ ਸੂਚੀ ਬਣਾਓ। ਡੈਸਕਟਾਪ ਪਬਲਿਸ਼ਿੰਗ ਨੂੰ DTP ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਡੈਸਕਟਾਪ ਪਬਲਿਸ਼ਿੰਗ ਉਹ ਐਪਲੀਕੇਸ਼ਨ ਹੈ ਜਿਸ ਦੀ ਵਰਤੋਂ ਕਰਕੇ ਕੰਪਿਊਟਰ ਦੀ ਸਹਾਇਤਾ ਨਾਲ ਵਿਜ਼ਿਟਿੰਗ ਕਾਰਡ, ਮੈਗਜ਼ੀਨ, ਕੈਲੰਡਰ, ਇਸ਼ਤਿਹਾਰ, ਕਿਤਾਬ ਦਾ ਕਵਰ ਆਦਿ ਵਧੀਆ ਕੁਆਲਿਟੀ ਨਾਲ ਡਿਜ਼ਾਈਨ ਅਤੇ ਛਾਪ ਸਕਦੇ ਹਾਂ। ਡੈਸਕਟਾਪ ਪਬਲਿਸ਼ਿੰਗ ਰਾਹੀਂ ਟਾਈਪ ਸੈਟਿੰਗ, ਗ੍ਰਾਫਿਕ ਡਿਜ਼ਾਈਨ, ਪੇਜ ਲੇਆਊਟ ਅਤੇ ਡਾਕੂਮੈਂਟ ਨੂੰ ਪ੍ਰਿੰਟ ਕਰਨਾ ਸ਼ਾਮਲ ਹੁੰਦਾ ਹੈ। ਡੈਸਕਟਾਪ ਪਬਲਿਸ਼ਿੰਗ ਲਈ ਸਾਨੂੰ ਇੱਕ ਕੰਪਿਊਟਰ, ਪ੍ਰਿੰਟਰ ਅਤੇ ਅਜਿਹੇ ਸੌਫਟਵੇਅਰ ਦੀ ਲੋੜ ਹੁੰਦੀ ਹੈ ਜੋ ਕਿ ਪ੍ਰਿੰਟ ਹੋਣ ਯੋਗ ਡਾਕੂਮੈਂਟ ਤਿਆਰ ਕਰ ਸਕਦਾ ਹੋਵੇ। ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਦੀ ਵਰਤੋਂ ਹੁਣ ਵੈਬ ਪੇਜ ਡਿਜ਼ਾਈਨ ਕਰਨ ਲਈ ਵੀ ਕੀਤੀ ਜਾ ਰਹੀ ਹੈ।
ਸੋ ਡੈਸਕਟਾਪ ਪਬਲਿਸ਼ਿੰਗ ਲਈ ਵਰਤੇ ਜਾਣ ਵਾਲੇ ਸੌਫਟਵੇਅਰ ਸੂਚੀ ਕੁਝ ਇਸ ਪ੍ਰਕਾਰ ਹੈ। ਜਿਸ ਵਿੱਚ ਪਹਿਲਾ ਹੈ ਅਡੋਬ ਫੋਟੋਸ਼ਾਪ, दूसरा है कोरल ड्रा, तीसरा अडोब इलस्ट्रेटर, तीसरा अडोब पेज मेकर, पंजवां अडोब ड्रीम वीवर, छेवां माइक्रोसॉफ्ट ऑफिस। आगे साडे कोल तीसरा प्रश्न है इंपैक्ट प्रिंटर और नॉन इंपैक्ट प्रिंटर विच अंतर दसो। सो इंपैक्ट प्रिंटर और नॉन इंपैक्ट प्रिंटर विच अंतर कुछ इस प्रकार है। जिस विच पहला पॉइंट है इंपैक्ट प्रिंटर विच प्रिंटिंग समय बहुत आवाज़ आती है, जबकि नॉन इंपैक्ट प्रिंटर विच प्रिंटिंग समय मामूली आवाज़ आती है। दूसरा पॉइंट है इंपैक्ट प्रिंटर की वरतों ग्राफिक्स ਲਈ नहीं की जा सकती, जबकि नॉन इंपैक्ट प्रिंटर की वरतों ग्राफिक्स ਲਈ ਹੁੰਦੀ है। तीसरा पॉइंट है इंपैक्ट प्रिंटर सिर्फ पेपर ਤੇ ਛਾਪਦਾ है, जबकि नॉन इंपैक्ट प्रिंटर कागज, प्लास्टिक, कपड़े ਤੇ आराम ਨਾਲ ਛਾਪ सकता है। चौथा पॉइंट है इंपैक्ट प्रिंटर ਇੱਕੋ समय कई कॉपी कर सकता है, जबकि नॉन इंपैक्ट प्रिंटर ਇੱਕੋ समय एक ही कॉपी कटता है। लास्ट पॉइंट है इंपैक्ट प्रिंटर पुरानी प्रिंटिंग तकनीक है, जबकि नॉन इंपैक्ट प्रिंटर नवी प्रिंटिंग तकनीक है। चौथा प्रश्न है नॉन इंपैक्ट प्रिंटर की होंदे हैं, लेजर और इंकजैट प्रिंटर की व्याख्या करो। सो नॉन इंपैक्ट प्रिंटर वो प्रिंटर होंदे हैं जो प्रिंटिंग दौरान आवाज़ नहीं करते, क्योंकि ये प्रिंटर प्रिंट करने लई स्ट्राइकिंग डिवाइस की वरतों नहीं करते। इन्हां प्रिंटरां विच चुंबकी स्याही या पाउडर की वरतों करके थर्मल या इलैक्ट्रोमैगनैटिक तकनीक राही प्रिंटिंग की जाती है। सो पहला साडे कोल इंकजैट प्रिंटर। इंकजैट प्रिंटर घरां विच या छोटे पद्धर के दफ्तरां विच वधेरे वरते जाते हैं। इंकजैट प्रिंटर एक इलैक्ट्रिकल फील्ड के माध्यम के नाल छोटे नोजल तो स्याही स्प्रे करता है, जो चार्ज स्याही के कण नूं अखरां के रूप में तरतीबवार बदल दिंदी है। स्याही पेपर द्वारा सुक लई जाती है तो तुरंत सुक जाती है। इस विच कई रंगां की स्याही वरती जा सकती है। ये प्रिंटर 250 अखर प्रति सैकेंड प्रिंट करते हैं। दूसरा पॉइंट है लेजर प्रिंटर। सो लेजर प्रिंटर एक फोटो मशीन वांग काम करते हैं। लेजर प्रिंटर एक लेजर बीम नूं शीशे उत्ते निर्धारित करते हैं, जो बीम नूं अगे ड्रम उत्ते भेजदा है, जिस दी मदद नाल पेपर उत्ते तस्वीर बनती है। लेजर बीम बफर की वरतों करते हैं, जो इक्को समय उत्ते पूरे पेज नूं स्टोर करते हैं। लेजर प्रिंटर लगभग 21,000 लाइनां प्रति मिनट प्रिंट कर सकते हैं। अगे साडे कोल पार्ट नंबर 6 के बहुपक्षी पसंद वाले प्रश्न है। जिस पहला प्रश्न है ऑपरेटिंग सिस्टम की है। ये जो ऑप्शन है टर्मिनल, सॉफ्टवेयर, स्टोरेज सिस्टम या प्रोसैसर। तो साडे कोल सही उत्तर है ऑपरेटिंग सिस्टम एक सॉफ्टवेयर है। दूसरा है एक ही समय में मल्टीपल एप्लीकेशन रन करने की किया जाता है। साडे कोल जो ऑप्शन है मल्टी एप्लीकेशन, मल्टी प्रोसैसिंग, मल्टी प्रोग्रामिंग या मल्टी टाइमिंग। साडे कोल सही उत्तर है एक ही समय में मल्टीपल एप्लीकेशन रन करने नूं मल्टी प्रोग्रामिंग कहा जाता है। तीसरा प्रश्न है ये सानू इंटरनेट सुरक्षित ढंग नाल वरतन अते साडे सिस्टम तो अनअधिकारित एप्लीकेशन की पहुँच नूं रोकण दे योग बनाता है। साडे कोल जो ऑप्शन है एंटीवायरस, सुरक्षा, फायरवॉल या उपरोक्त विचों कोई नहीं। साडे कोल सही उत्तर है ये सानू इंटरनेट सुरक्षित ढंग नाल वरतन ਅਤੇ ਸਾਡੇ सिस्टम तो अनअधिकारित एप्लीकेशन की पहुँच ਨੂੰ रोकण ਦੇ योग बनाता है। इस ਨੂੰ ਅਸੀਂ फायरवॉल कहते हैं। चौथा प्रश्न है एक सिस्टम राही इनपुट लैन ਅਤੇ अपडेटेड सूचना ਨੂੰ डिस्पले करने ਵਿੱਚ जो समा लगता है उस ਨੂੰ ਕਿਹਾ ਜਾਂਦਾ है। ਸਾਡੇ ਕੋਲ जो ऑप्शन है रिस्पॉन्स टाइम, एक्सेस टाइम, आउटपुट टाइम या टोटल टाइम। ਸਾਡੇ ਕੋਲ ਇਹਦਾ सही उत्तर है रिस्पॉन्स टाइम। ਪੰਜਵਾਂ ਸਾਡੇ ਕੋਲ ਇਸ सिस्टम ਵਿੱਚ ਸਰਵਰ ਨੂੰ ਵੱਖਰੀ ਲੋਕੇਸ਼ਨ ਤੋਂ रिमोट एक्सेस करना संभव है। साडे कोल जो ऑप्शन है बैच प्रोसैसिंग सिस्टम, टाइम शेयरिंग सिस्टम, नैटवर्क ऑपरेटिंग सिस्टम या डिस्ट्रीब्यूटेड सिस्टम। तो साडे कोल इसदा सही उत्तर है नैटवर्क ऑपरेटिंग सिस्टम में सर्वर नूं वक्री लोकेशन तो रिमोट एक्सेस करना संभव है। अगे साडे कोल खाली थां भरो, जिस विच पहला है एक डैश संबंधित डैश के इकट्ठ नूं प्रदर्शित करती है। साडे कोल सही उत्तर है एक फाइल संबंधित जानकारी के इकट्ठ नूं प्रदर्शित करती है। दूसरी खाली थां डैश सिस्टम मल्टीपल रियल टाइम डैश एप्लीकेशन ਅਤੇ मल्टीपल यूजर नूं सर्व करने वास्ते मल्टीपल सेंट्रल प्रोसैसर की वरतों करता है। साडे कोल सही उत्तर है डिस्ट्रीब्यूटेड सिस्टम मल्टीपल रियल टाइम सेंट्रल एप्लीकेशन ਅਤੇ मल्टीपल यूजर नूं सर्व करने वास्ते मल्टीपल सेंट्रल प्रोसैसर की वरतों करता है। तीसरी खाली थां डैश अपने सिस्टम नूं डैश वरतों की पड़ताल रोकण की प्रक्रिया है। तो साडे कोल इसदा उत्तर है कंप्यूटर सिक्योरिटी अपने सिस्टम नूं अनअधिकारित वरतों की पड़ताल रोकण की प्रक्रिया है। चौथी खाली थां डैश ऑनलाइन खात्यां ते
ਪਹੁੰਚ ਕਰਨ ਅਤੇ ਖਾਤੇ ਨਾਲ ਜੁੜੀ ਕਈ ਗਤੀਵਿਧੀਆਂ ਜਿਵੇਂ ਕਿ ਖਰੀਦਾਰੀ, ਈਮੇਲ ਅਤੇ ਡੈਸ਼ ਟ੍ਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਦੇ ਹਨ। ਸਾਡੇ ਕੋਲ ਇਸਦਾ ਉੱਤਰ ਹੈ ਪਾਸਵਰਡ ਆਨਲਾਈਨ ਖਾਤਿਆਂ ਦੇ ਪਹੁੰਚ ਕਰਨ ਅਤੇ ਖਾਤੇ ਨਾਲ ਜੁੜੀ ਕਈ ਗਤੀਵਿਧੀਆਂ ਜਿਵੇਂ ਕਿ ਖਰੀਦਾਰੀ, ਈਮੇਲ ਅਤੇ ਆਨਲਾਈਨ ਟ੍ਰਾਂਜੈਕਸ਼ਨ ਕਰਨ ਦੀ ਸੁਵਿਧਾ ਮੁਹੱਈਆ ਕਰਦੇ ਹਨ। ਪੰਜਵੀਂ ਖਾਲੀ ਥਾਂ ਹੈ ਡੈਸ਼ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟੇ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਜਟਿਲ ਹੋਵੇ। ਸਾਡੇ ਕੋਲ ਸਹੀ ਉੱਤਰ ਹੈ ਰੀਅਲ ਟਾਈਮ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟੇ ਦੇ ਫਲੋ ਜਾਂ ਪ੍ਰੋਸੈਸਰ ਦੇ ਆਪਰੇਸ਼ਨ ਵਿੱਚ ਲੱਗਣ ਵਾਲਾ ਸਮਾਂ ਜਟਿਲ ਹੋਵੇ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਇਸ ਵਿੱਚ ਪਹਿਲਾ ਪੁਆਇੰਟ ਹੈ ਇੱਕ ਸਿਸਟਮ ਰਾਹੀਂ ਇਨਪੁਟ ਲੈਣ ਅਤੇ ਲੋੜੀਂਦੀ ਅਪਡੇਟਰ ਸੂਚਨਾ ਨੂੰ ਡਿਸਪਲੇ ਕਰਨ ਵਿੱਚ ਜੋ ਸਮਾਂ ਲੱਗਦਾ ਹੈ ਉਸ ਨੂੰ ਰਿਸਪੌਂਸ ਟਾਈਮ ਕਿਹਾ ਜਾਂਦਾ ਹੈ। ਸਹੀ। ਦੂਸਰਾ ਹੈ ਇੰਟਰਨੈਟ ਸੁਰੱਖਿਆ ਧਮਕੀਆਂ ਤੋਂ ਬਚਣ ਲਈ ਕੇਵਲ ਐਂਟੀਵਾਇਰਸ ਸੌਫਟਵੇਅਰ ਇਕੱਲਾ ਹੀ ਕਾਫੀ ਹੁੰਦਾ ਹੈ। ਗਲਤ। ਤੀਸਰਾ ਹੈ ਆਪਰੇਟਿੰਗ ਸਿਸਟਮ ਯੂਜ਼ਰ ਅਤੇ ਡਿਵਾਈਸ ਡਰਾਈਵਰ ਵਿਚਕਾਰ ਸੰਚਾਰ ਨੂੰ ਮੈਨੇਜ ਨਹੀਂ ਕਰ ਸਕਦਾ। ਗਲਤ। ਚੌਥਾ ਹੈ ਲਾਈਨਸ ਸੋਰਸ ਕੋਡ ਮੁਫਤ ਉਪਲਬਧ ਹੈ ਅਤੇ ਇਹ ਸੰਸਥਾ ਆਧਾਰਿਤ ਡਿਵੈਲਪਮੈਂਟ ਆਧਾਰਿਤ ਪ੍ਰੋਜੈਕਟ ਹੈ। ਸਹੀ। ਪੰਜਵਾਂ ਹੈ ਆਪਰੇਟਿੰਗ ਸਿਸਟਮ ਸ਼ੈਡਿਊਲਰ ਦੀ ਵਰਤੋਂ ਕਰਕੇ ਹਰ ਕਿਸਮ ਦੇ ਰਿਸੋਰਸਾਂ ਨੂੰ ਮੈਨੇਜ ਕਰਦਾ ਹੈ। ਸਹੀ। ਅੱਗੇ ਸਾਡੇ ਕੋਲ ਬਹੁਤ ਛੋਟੇ ਸਾਰੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਕੰਪਿਊਟਰ ਹਾਰਡਵੇਅਰ ਤੇ ਕੰਪਿਊਟਰ ਯੂਜ਼ਰ ਵਿਚਕਾਰ ਇੰਟਰਫੇਸ ਨੂੰ ਕੀ ਕਹਿੰਦੇ ਨੇ। ਇਸ ਦਾ ਸਹੀ ਉੱਤਰ ਹੈ ਆਪਰੇਟਿੰਗ ਸਿਸਟਮ। ਦੂਸਰਾ ਹੈ ਜੋ ਖਾਸ ਹਾਰਡਵੇਅਰ ਯੰਤਰਾਂ ਦੀਆਂ ਜਟਿਲਤਾਵਾਂ ਨੂੰ ਯੂਜ਼ਰ ਤੋਂ ਛੁਪਾ ਲੈਂਦਾ ਹੈ, ਉਸ ਦਾ ਸਹੀ ਉੱਤਰ ਹੈ ਡਿਵਾਈਸ ਡਰਾਈਵਰ। ਤੀਸਰਾ ਹੈ ਇੱਕ ਮੈਕੈਨਿਜ਼ਮ ਜਾਂ ਤਰੀਕਾ ਜੋ ਕੰਪਿਊਟਰ ਸਿਸਟਮ ਰਾਹੀਂ ਪਰਿਭਾਸ਼ਿਤ ਰਿਸੋਰਸਾਂ ਤੋਂ ਪ੍ਰੋਗਰਾਮ, ਪ੍ਰੋਸੈਸ ਜਾਂ ਯੂਜ਼ਰ ਦੀ ਪਹੁੰਚ ਨੂੰ ਨਿਯੰਤਰਿਤ ਕਰਦਾ ਹੈ, ਉਸ ਨੂੰ ਅਸੀਂ ਕਹਿੰਦੇ ਹਾਂ ਪ੍ਰੋਟੈਕਸ਼ਨ। ਚੌਥਾ ਪ੍ਰਸ਼ਨ ਹੈ ਸਾਡੇ ਕੰਪਿਊਟਰ ਤੇ ਅਨਅਧਿਕਾਰਤ ਵਰਤਣ ਨੂੰ ਜਾਂਚਣਾ ਅਤੇ ਰੋਕਣ ਦੀ ਪ੍ਰਕਿਰਿਆ ਨੂੰ ਕੰਪਿਊਟਰ ਸਿਕਿਉਰਿਟੀ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਹੈ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਕੀ ਹੁੰਦਾ ਹੈ। ਆਪਰੇਟਿੰਗ ਸਿਸਟਮ ਇੱਕ ਸਿਸਟਮ ਸੌਫਟਵੇਅਰ ਹੈ, ਇਹ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੰਟਰਫੇਸ ਦਾ ਕੰਮ ਕਰਦਾ ਹੈ। ਇਹ ਕੰਪਿਊਟਰ ਵਿੱਚ ਹਰ ਤਰ੍ਹਾਂ ਦੇ ਸੌਫਟਵੇਅਰ ਦੇ ਲਾਗੂ ਕਰਨ ਨੂੰ ਵੀ ਕੰਟਰੋਲ ਕਰਦਾ ਹੈ। ਆਪਰੇਟਿੰਗ ਸਿਸਟਮ ਤੋਂ ਬਿਨਾਂ ਕੰਪਿਊਟਰ ਵਿੱਚ ਕੋਈ ਕੰਮ ਕਰਨਾ ਸੰਭਵ ਨਹੀਂ ਹੁੰਦਾ। ਡੋਸ, ਵਿੰਡੋਜ਼, ਯੂਨਿਕਸ, ਲਾਈਨੈਕਸ ਆਦਿ ਕੁਝ ਆਮ ਵਰਤੇ ਜਾਣ ਵਾਲੇ ਆਪਰੇਟਿੰਗ ਸਿਸਟਮਾਂ ਦੀਆਂ ਮਹੱਤਵਪੂਰਨ ਉਦਾਹਰਨਾਂ ਹਨ। ਦੂਸਰਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੀਆਂ ਕਿਸਮਾਂ ਲਿਖੋ। ਸੋ ਆਪਰੇਟਿੰਗ ਸਿਸਟਮ ਦੀਆਂ ਕੁਝ ਮਹੱਤਵਪੂਰਨ ਕਿਸਮਾਂ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਬੈਚ ਆਪਰੇਟਿੰਗ ਸਿਸਟਮ, ਦੂਸਰਾ ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਤੀਸਰਾ ਡਿਸਟ੍ਰੀਬਿਊਟਡ ਆਪਰੇਟਿੰਗ ਸਿਸਟਮ, ਚੌਥਾ ਨੈਟਵਰਕ ਆਪਰੇਟਿੰਗ ਸਿਸਟਮ, ਪੰਜਵਾਂ ਰੀਅਲ ਟਾਈਮ ਆਪਰੇਟਿੰਗ ਸਿਸਟਮ। ਤੀਸਰਾ ਪ੍ਰਸ਼ਨ ਹੈ ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀ ਵਿਆਖਿਆ ਕਰੋ। ਸੋ ਰੀਅਲ ਟਾਈਮ ਆਪਰੇਟਿੰਗ ਸਿਸਟਮ ਨੂੰ ਡਾਟਾ ਆਪਰੇਟਿੰਗ ਸਿਸਟਮ ਵੀ ਕਿਹਾ ਜਾਂਦਾ ਹੈ। ਇਸ ਵਿੱਚ ਇਨਪੁਟ ਦੇਣ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲੱਗਦਾ ਹੈ ਉਹ ਬਹੁਤ ਛੋਟਾ ਹੁੰਦਾ ਹੈ। ਰੀਅਲ ਟਾਈਮ ਸਿਸਟਮ ਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟੇ ਦੇ ਫਲੋ ਜਾਂ ਪ੍ਰੋਸੈਸ ਲਈ ਲੱਗਣ ਵਾਲਾ ਸਮਾਂ ਨਾ ਬਦਲਣ ਯੋਗ ਜਾਂ ਫਿਕਸਡ ਹੋਵੇ। ਚੌਥਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੇ ਕੀ ਕੰਮ ਹੁੰਦੇ ਹਨ, ਇੱਕ ਸੂਚੀ ਬਣਾਓ। ਸੋ ਆਪਰੇਟਿੰਗ ਸਿਸਟਮ ਦੇ ਮੁੱਖ ਕੰਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਪ੍ਰੋਗਰਾਮ ਨੂੰ ਲਾਗੂ ਕਰਨਾ, ਦੂਸਰਾ ਇਨਪੁਟ ਆਊਟਪੁੱਟ ਨਾਲ ਸੰਬੰਧਿਤ ਆਪਰੇਸ਼ਨਾਂ ਨੂੰ ਕੰਟਰੋਲ ਕਰਨਾ, ਤੀਸਰਾ ਫਾਈਲ ਸਿਸਟਮ ਨਾਲ ਸੰਬੰਧਿਤ ਕੰਮ ਕਰਨੇ, ਚੌਥਾ ਸੰਚਾਰ ਕਰਨ ਨਾਲ ਸੰਬੰਧਿਤ ਕੰਮ ਕਰਨੇ, ਪੰਜਵਾਂ ਗਲਤੀਆਂ ਨੂੰ ਲੱਭਣਾ, ਛੇਵਾਂ ਸਾਧਨਾਂ ਦਾ ਪ੍ਰਬੰਧ ਕਰਨਾ ਅਤੇ ਸੱਤਵਾਂ ਸੁਰੱਖਿਆ ਪ੍ਰਦਾਨ ਕਰਨਾ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਕੰਪਿਊਟਰ ਸੁਰੱਖਿਆ ਤੋਂ ਤੁਸੀਂ ਕੀ ਸਮਝਦੇ ਹੋ। ਸੋ ਕੰਪਿਊਟਰ ਸੁਰੱਖਿਆ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਨਅਧਿਕਾਰਤ ਵਰਤੋਂ ਨੂੰ ਚੈੱਕ ਕਰਦੀ ਹੈ ਅਤੇ ਇਸ ਨੂੰ ਰੋਕਦੀ ਹੈ। ਇੰਟਰਨੈਟ ਉੱਪਰ ਹੈਕਰ ਸਾਡੇ ਮਹੱਤਵਪੂਰਨ ਡਾਟਾ ਨੂੰ ਅਨਅਧਿਕਾਰਤ ਢੰਗ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਸਾਨੂੰ ਆਪਣੇ ਕੰਪਿਊਟਰ ਨੂੰ ਇਹਨਾਂ ਹੈਕਰ ਤੋਂ ਬਚਾਉਣ ਲਈ ਕੰਪਿਊਟਰ ਸੁਰੱਖਿਆ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਕੰਪਿਊਟਰ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਨਵੀਨਤਮ ਐਂਟੀਵਾਇਰਸ, ਐਂਟੀ ਸਪਾਈਵੇਅਰ, ਫਾਇਰਵਾਲ ਆਦਿ ਤਕਨੀਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅੱਗੇ ਸਾਡੇ ਕੋਲ ਵੱਡੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਆਪਰੇਟਿੰਗ ਸਿਸਟਮ ਦੇ ਕੰਮਾਂ ਦੀ ਵਿਆਖਿਆ ਕਰੋ। ਸੋ ਆਪਰੇਟਿੰਗ ਸਿਸਟਮ ਦੇ ਮੁੱਖ ਕੰਮ ਸਾਡੇ ਕੋਲ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਪ੍ਰੋਗਰਾਮ ਨੂੰ ਲਾਗੂ ਕਰਨਾ। ਸੋ ਆਪਰੇਟਿੰਗ ਸਿਸਟਮ ਯੂਜ਼ਰ ਤੋਂ ਲੈ ਕੇ ਸਿਸਟਮ ਪ੍ਰੋਗਰਾਮ ਤੱਕ ਕਈ ਕਿਸਮ ਦੀਆਂ ਕਿਰਿਆਵਾਂ ਕਰਦਾ ਹੈ, ਜਿਨ੍ਹਾਂ ਵਿੱਚ ਪ੍ਰਿੰਟਰ, ਸਪੂਲਰ, ਨੇਮ ਸਰਵਰ, ਫਾਈਲ ਸਰਵਰ ਆਦਿ ਸ਼ਾਮਲ ਹਨ। ਇਹਨਾਂ ਸਾਰੀਆਂ ਕਿਰਿਆਵਾਂ ਨੂੰ ਪ੍ਰੋਸੈਸ ਮੰਨਿਆ ਜਾਂਦਾ ਹੈ। ਇੱਕ ਪ੍ਰੋਸੈਸ ਦੇ ਲਾਗੂ ਹੋਣ ਤੋਂ ਭਾਵ ਕੋਡ ਨੂੰ ਲਾਗੂ ਕਰਨਾ, ਡਾਟਾ ਨੂੰ ਮੈਨੀਪੂਲੇਟ ਕਰਨਾ, ਰਜਿਸਟਰ ਕਰਨਾ, ਵਰਤੇ ਜਾ ਰਹੇ ਆਪਰੇਟਿੰਗ ਸਿਸਟਮ ਲਈ ਸਿਸਟਮ ਰਿਸੋਰਸ ਉਪਲਬਧ ਕਰਨਾ ਆਦਿ ਹੁੰਦਾ ਹੈ। ਦੂਜਾ ਹੈ ਇਨਪੁਟ ਆਊਟਪੁੱਟ ਆਪਰੇਸ਼ਨ। ਇੱਕ ਇਨਪੁਟ ਆਊਟਪੁੱਟ ਸਬ ਸਿਸਟਮ ਵਿੱਚ ਇਨਪੁਟ ਆਊਟਪੁੱਟ ਅਤੇ ਇਹਨਾਂ ਨਾਲ ਸੰਬੰਧਿਤ ਸੌਫਟਵੇਅਰ ਹੁੰਦੇ ਹਨ। ਇਹਨਾਂ ਨੂੰ ਆਪਰੇਟਿੰਗ ਸਿਸਟਮ ਯੂਜ਼ਰ ਤੋਂ ਛੁਪਾ ਕੇ ਰੱਖਦਾ ਹੈ। ਇੱਕ ਆਪਰੇਟਿੰਗ ਸਿਸਟਮ ਕੰਪਿਊਟਰ ਯੂਜ਼ਰ ਅਤੇ ਡਿਵਾਈਸ ਡਰਾਈਵਰ ਦੇ ਵਿਚਕਾਰ ਸੰਚਾਰ ਕਰਨ ਦਾ ਪ੍ਰਬੰਧ ਕਰਦਾ ਹੈ। ਆਪਰੇਟਿੰਗ ਸਿਸਟਮ ਜ਼ਰੂਰਤ ਪੈਣ ਤੇ ਕਿਸੇ ਇਨਪੁਟ ਆਊਟਪੁੱਟ ਯੰਤਰ ਤੇ ਪਹੁੰਚ ਕਰਨ ਦੀ ਪ੍ਰਵਾਨਗੀ ਵੀ ਦਿੰਦਾ ਹੈ। ਤੀਜਾ ਹੈ ਫਾਈਲ ਸਿਸਟਮ ਨਾਲ ਸੰਬੰਧਿਤ ਕੰਮ ਕਰਨਾ।
ਫਾਈਲ ਸਿਸਟਮ ਵਿੱਚ ਵੱਖ-ਵੱਖ ਤਰ੍ਹਾਂ ਦੇ ਫਾਈਲ ਆਪਰੇਸ਼ਨ ਜਿਵੇਂ ਕਿ ਕਾਪੀ ਕਰਨਾ, ਡਿਲੀਟ, ਮੂਵ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਇੱਕ ਫਾਈਲ ਸਿਸਟਮ ਨੂੰ ਆਸਾਨੀ ਨਾਲ ਵਰਤਣ ਅਤੇ ਨੈਵੀਗੇਟ ਕਰਨ ਲਈ ਡਾਇਰੈਕਟਰੀ ਵਿੱਚ ਰੱਖਿਆ ਜਾਂਦਾ ਹੈ ਅਤੇ ਇਹਨਾਂ ਡਾਇਰੈਕਟਰੀਆਂ ਵਿੱਚ ਫਾਈਲਾਂ ਅਤੇ ਹੋਰ ਡਾਇਰੈਕਟਰੀਆਂ ਵੀ ਹੋ ਸਕਦੀਆਂ ਹਨ। ਚੌਥਾ ਹੈ ਸੰਚਾਰ। ਆਪਰੇਟਿੰਗ ਸਿਸਟਮ ਡਿਸਟ੍ਰੀਬਿਊਟਡ ਸਿਸਟਮ ਦੀਆਂ ਕਿਰਿਆਵਾਂ ਵਿਚਕਾਰ ਸੰਚਾਰ ਦਾ ਪ੍ਰਬੰਧ ਕਰਦਾ ਹੈ ਅਤੇ ਇੱਕ ਤੋਂ ਜ਼ਿਆਦਾ ਪ੍ਰੋਸੈਸ ਇੱਕ ਦੂਜੇ ਨਾਲ ਸੂਚਨਾ ਦਾ ਆਦਾਨ ਪ੍ਰਦਾਨ ਕਰਨ ਲਈ ਨੈਟਵਰਕ ਵਿੱਚ ਉਪਲਬਧ ਸੰਚਾਰ ਲਾਈਨਾਂ ਦੀ ਵਰਤੋਂ ਕਰਦੇ ਹਨ। ਪੰਜਵਾਂ ਹੈ ਗਲਤੀਆਂ ਨੂੰ ਲੱਭਣਾ। ਗਲਤੀਆਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਥਾਂ 'ਤੇ ਹੋ ਸਕਦੀਆਂ ਹਨ। CPU ਇਨਪੁਟ ਯੰਤਰ ਅਤੇ ਕੰਪਿਊਟਰ ਹਾਰਡਵੇਅਰ ਮੈਮਰੀ ਵਿੱਚ ਕੋਈ ਗਲਤੀ ਹੋ ਸਕਦੀ ਹੈ। ਆਪਰੇਟਿੰਗ ਸਿਸਟਮ ਸੰਭਵ ਗਲਤੀਆਂ ਨੂੰ ਲਗਾਤਾਰ ਚੈੱਕ ਕਰਦਾ ਰਹਿੰਦਾ ਹੈ। ਛੇਵਾਂ ਹੈ ਸਾਧਨਾਂ ਦਾ ਪ੍ਰਬੰਧ ਕਰਨਾ। ਰਿਸੋਰਸ ਮੈਨੇਜਮੈਂਟ ਦੇ ਸੰਬੰਧ ਵਿੱਚ ਆਪਰੇਟਿੰਗ ਸਿਸਟਮ ਵੱਲੋਂ ਕੀਤੀ ਜਾਂਦੀਆਂ ਮੁੱਖ ਕਿਰਿਆਵਾਂ। ਆਪਰੇਟਿੰਗ ਸਿਸਟਮ ਰਿਸੋਰਸ ਮੈਨੇਜਰ ਦੇ ਤੌਰ 'ਤੇ ਕੰਮ ਕਰਦਾ ਹੈ। ਆਪਰੇਟਿੰਗ ਸਿਸਟਮ ਹਰ ਕਿਸਮ ਦੇ ਪ੍ਰੋਸੈਸ ਦਾ ਪ੍ਰਬੰਧ ਸ਼ੈਡਿਊਲਿੰਗ ਐਲਗੋਰਿਥਮ ਦੀ ਵਰਤੋਂ ਨਾਲ ਕਰਦਾ ਹੈ। CPU ਦੀ ਵਧੀਆ ਵਰਤੋਂ ਲਈ CPU ਸ਼ੈਡਿਊਲਿੰਗ ਐਲਗੋਰਿਥਮ ਦੀ ਵਰਤੋਂ ਕਰਦਾ ਹੈ। ਦੂਸਰਾ ਆਪਰੇਸ਼ਨ ਹੈ ਲਾਈਨੈਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹਨ। ਸੋ ਲਾਈਨੈਕਸ ਯੂਨਿਕਸ ਆਪਰੇਟਿੰਗ ਸਿਸਟਮ ਦਾ ਇੱਕ ਮਸ਼ਹੂਰ ਵਰਜਨ ਹੈ। ਇਹ ਓਪਨ ਸੋਰਸ ਆਪਰੇਟਿੰਗ ਸਿਸਟਮ ਹੈ ਅਤੇ ਇਸ ਦਾ ਸੋਰਸ ਕੋਡ ਵੀ ਮੁਫਤ ਉਪਲਬਧ ਹੁੰਦਾ ਹੈ। ਲਾਈਨੈਕਸ ਇੱਕ ਮਲਟੀ ਯੂਜ਼ਰ ਆਪਰੇਟਿੰਗ ਸਿਸਟਮ ਹੈ ਜਿਸ ਦਾ ਪਹਿਲਾ ਵਰਜਨ 0.11 ਜੋ ਕਿ 1991 ਵਿੱਚ ਰਿਲੀਜ਼ ਕੀਤਾ ਗਿਆ ਸੀ। ਲਾਈਨੈਕਸ ਦਾ ਗ੍ਰਾਫਿਕਲ ਇੰਟਰਫੇਸ ਐਕਸ ਵਿੰਡੋ ਸਿਸਟਮ ਉੱਪਰ ਆਧਾਰਿਤ ਹੈ। ਯੂਨਿਕਸ ਆਪਰੇਟਿੰਗ ਸਿਸਟਮ ਦੀ ਜਟਿਲਤਾ ਨੂੰ ਦੇਖਦੇ ਹੋਏ ਹੀ ਲਾਈਨੈਕਸ ਨੂੰ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਦੇ ਕੰਮ ਕਰਨ ਦਾ ਤਰੀਕਾ ਯੂਨਿਕਸ ਵਾਂਗ ਹੀ ਹੈ। ਲਾਈਨੈਕਸ ਦੀਆਂ ਮੁੱਖ ਵਿਸ਼ੇਸ਼ਤਾਵਾਂ ਹੈ ਪੋਰਟੇਬਲ, ਓਪਨ ਸੋਰਸ, ਮਲਟੀ ਯੂਜ਼ਰ, ਮਲਟੀ ਪ੍ਰੋਗਰਾਮਿੰਗ, ਹਾਇਰਾਰਕੀਕਲ ਫਾਈਲ ਸਿਸਟਮ, ਸ਼ੈਲ ਅਤੇ ਸੁਰੱਖਿਆ। ਅੱਗੇ ਸਾਡੇ ਕੋਲ ਪਾਰਟ ਨੰਬਰ 7 ਦੇ ਬਹੁਪਸੰਦੀ ਪ੍ਰਸ਼ਨ ਨੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਆਕਰਸ਼ਕ ਵਿਗਿਆਪਨ ਤਿਆਰ ਕਰਨ ਲਈ ਅਤੇ ਪ੍ਰਚਾਰ ਸੰਬੰਧੀ ਸਮੱਗਰੀ ਡਿਜ਼ਾਈਨ ਕਰਨ ਲਈ ਵਰਤੀ ਜਾਣ ਵਾਲੀ ਐਪਲੀਕੇਸ਼ਨ ਚੁਣੋ। ਸਾਡੇ ਕੋਲ ਦੇ ਆਪਸ਼ਨ ਹੈ ਡਾਕੂਮੈਂਟ, ਸਪਰੈਡਸ਼ੀਟ, ਪਬਲੀਕੇਸ਼ਨ ਜਾਂ ਪ੍ਰੈਜੈਂਟੇਸ਼ਨ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਪਬਲੀਕੇਸ਼ਨ। ਦੂਸਰਾ ਪ੍ਰਸ਼ਨ ਹੈ ਪਬਲਿਸ਼ਰ ਦੀ ਡੈਸ਼ ਵਰਤੋਂ ਕਰਕੇ ਕੁਇਕ ਪਬਲੀਕੇਸ਼ਨ ਬਣਾਉਂਦਾ ਹੈ। ਸਾਡੇ ਕੋਲ ਦੇ ਆਪਸ਼ਨ ਹੈ ਮੈਨੂਅਲ, ਵਿਜ਼ਾਰਡ, ਕਸਟਮਾਈਜ਼ ਜਾਂ ਉਪਰੋਕਤ ਸਾਰੇ। ਸਾਡੇ ਕੋਲ ਸਹੀ ਉੱਤਰ ਹੈ ਪਬਲਿਸ਼ਰ ਦੀ ਵਿਜ਼ਾਰਡ ਦੀ ਵਰਤੋਂ ਕਰਕੇ ਕੁਇਕ ਪਬਲੀਕੇਸ਼ਨ ਬਣਾਉਂਦਾ ਹੈ। ਤੀਸਰਾ ਪ੍ਰਸ਼ਨ ਹੈ ਕੀਬੋਰਡ ਦੇ ਜ਼ਰੀਏ ਮਾਈਕਰੋਸਾਫਟ ਪਬਲੀਕੇਸ਼ਨ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਕੀ ਟਾਈਪ ਕਰਨਾ ਚਾਹੀਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਵਰਡਪੈਡ, ਨੋਟਪੈਡ, ਐਕਸੈਸ ਜਾਂ ਪਬਲਿਸ਼ਰ। ਸਾਡੇ ਕੋਲ ਇਹਦਾ ਸਹੀ ਉੱਤਰ ਹੈ ਕੀਬੋਰਡ ਦੇ ਜ਼ਰੀਏ ਮਾਈਕਰੋਸਾਫਟ ਪਬਲੀਕੇਸ਼ਨ ਨੂੰ ਖੋਲ੍ਹਣ ਲਈ ਸਰਚ ਬਾਰ ਵਿੱਚ ਪਬਲਿਸ਼ਰ ਟਾਈਪ ਕਰਨਾ ਚਾਹੀਦਾ ਹੈ। ਚੌਥਾ ਪ੍ਰਸ਼ਨ ਹੈ ਹਰ ਇੱਕ ਟੈਬ ਡੈਸ਼ ਵਿੱਚ ਵੰਡਿਆ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਗਰੁੱਪ, ਬਲੌਕ, ਮੀਨੂ ਜਾਂ ਪਾਰਟ। ਸਾਡੇ ਕੋਲ ਸਹੀ ਉੱਤਰ ਹੈ ਹਰ ਇੱਕ ਟੈਬ ਗਰੁੱਪ ਵਿੱਚ ਵੰਡਿਆ ਹੁੰਦਾ ਹੈ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਪਬਲੀਕੇਸ਼ਨ ਬਣਾਉਣ ਤੋਂ ਬਾਅਦ ਡੈਸ਼ ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ। ਸਾਡੇ ਕੋਲ ਜੋ ਆਪਸ਼ਨ ਹੈ ਫਾਈਲ, ਹੋਮ, ਇਨਸਰਟ ਜਾਂ ਵਿਊ। ਇਹਦਾ ਸਹੀ ਉੱਤਰ ਹੈ ਪਬਲੀਕੇਸ਼ਨ ਬਣਾਉਣ ਤੋਂ ਬਾਅਦ ਫਾਈਲ ਤੋਂ ਸੇਵ ਆਪਸ਼ਨ ਨੂੰ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਸੇਵ ਕਰੋ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ ਫਾਈਲ ਮੈਨੂ ਵਿੱਚ ਡੈਸ਼ ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ। ਸਾਡੇ ਕੋਲ ਜੋ ਆਪਸ਼ਨ ਹੈ ਓਪਨ, ਨਿਊ, ਪ੍ਰਿੰਟ ਜਾਂ ਕਲੋਜ਼। ਸਾਡੇ ਕੋਲ ਸਹੀ ਉੱਤਰ ਹੈ ਫਾਈਲ ਮੈਨੂ ਵਿੱਚ ਕਲੋਜ਼ ਬਟਨ ਕਲਿੱਕ ਕਰਕੇ ਪਬਲੀਕੇਸ਼ਨ ਨੂੰ ਬੰਦ ਕਰੋ। ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਅਸੀਂ ਬਲੈਂਕ ਲੇਆਊਟ ਵਿੱਚ ਡੈਸ਼ ਡੈਸ਼ ਵਰਡ, ਆਰਟ, ਆਟੋ ਸ਼ੇਪ ਆਦਿ ਆਬਜੈਕਟ ਨੂੰ ਦਾਖਲ ਕਰ ਸਕਦੇ ਹਾਂ। ਸਾਡੇ ਕੋਲ ਜੋ ਆਪਸ਼ਨ ਹੈ ਅਸੀਂ ਬਲੈਂਕ ਲੇਆਊਟ ਵਿੱਚ ਟੈਕਸਟ, ਪਿਕਚਰ, ਵਰਡ ਆਰਟ, ਆਟੋ ਸ਼ੇਪ ਆਦਿ ਆਬਜੈਕਟ ਨੂੰ ਦਾਖਲ ਕਰ ਸਕਦੇ ਹਾਂ। ਦੂਸਰੀ ਖਾਲੀ ਥਾਂ ਹੈ ਬਾਕਸ ਦੀ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ਡੈਸ਼ ਅਤੇ ਡੈਸ਼ ਕਰ ਸਕਦੇ ਹਾਂ। ਸਾਡੇ ਕੋਲ ਉੱਤਰ ਹੈ ਬਾਕਸ ਦੀ ਲਾਈਨਾਂ ਦੇ ਵਿਚਕਾਰ ਪਿਆ ਹੈਂਡਲ ਹੌਰੀਜ਼ੌਂਟਲੀ ਅਤੇ ਵਰਟੀਕਲੀ ਕਰ ਸਕਦੇ ਹਾਂ। ਤੀਸਰੀ ਖਾਲੀ ਥਾਂ ਹੈ ਅਸੀਂ ਫਰੇਮ ਦਾ ਆਕਾਰ ਬਦਲਣ ਲਈ ਹੈਂਡਲ ਨੂੰ ਡੈਸ਼ ਅਤੇ ਡੈਸ਼ ਕਰ ਸਕਦੇ ਹਾਂ। ਤੇ ਸਹੀ ਉੱਤਰ ਹੈ ਅਸੀਂ ਫਰੇਮ ਦਾ ਆਕਾਰ ਬਦਲਣ ਲਈ ਹੈਂਡਲ ਨੂੰ ਕਲਿੱਕ ਅਤੇ ਡਰੈਗ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੌਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ ਡੈਸ਼ ਦੇ ਡੈਸ਼ ਹੇਠਾਂ ਵੱਲ ਹੁੰਦਾ ਹੈ। ਤਾਂ ਸਾਡੇ ਕੋਲ ਇਹਦਾ ਸਹੀ ਉੱਤਰ ਹਰੇਕ ਗਰੁੱਪ ਦੀਆਂ ਹੋਰ ਵਿਸ਼ੇਸ਼ਤਾਵਾਂ ਦੇਖਣ ਲਈ ਡਾਇਲੌਗ ਬਾਕਸ ਲਾਂਚਰ ਤੇ ਕਲਿੱਕ ਕਰੋ ਜੋ ਕਿ ਹਰ ਗਰੁੱਪ ਦੇ ਸੱਜੇ ਕਾਰਨਰ ਹੇਠਾਂ ਵੱਲ ਹੁੰਦਾ ਹੈ। ਪੰਜਵੀਂ ਖਾਲੀ ਥਾਂ ਹੈ ਜਦੋਂ ਅਸੀਂ ਇੱਕ ਡੈਸ਼ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ। ਇਹਨਾਂ ਨੂੰ ਡੈਸ਼ ਕਿਹਾ ਜਾਂਦਾ ਹੈ।
ਇਹ ਸਹੀ ਉੱਤਰ ਹੈ। ਜਦੋਂ ਅਸੀਂ ਇੱਕ ਫਰੇਮ ਤੇ ਕਲਿੱਕ ਕਰਦੇ ਹਾਂ ਤਾਂ ਫਰੇਮ ਦੇ ਕੋਨਿਆਂ ਤੇ ਛੋਟੇ ਸਰਕਲ ਨਜ਼ਰ ਆਉਂਦੇ ਹਨ, ਇਹਨਾਂ ਨੂੰ ਹੈਂਡਲ ਕਿਹਾ ਜਾਂਦਾ ਹੈ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ। ਇਸ ਵਿੱਚ ਪਹਿਲਾ ਹੈ ਪਬਲੀਕੇਸ਼ਨ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਅਸੀਂ ਆਸਾਨੀ ਨਾਲ ਇੱਕ ਪਬਲੀਕੇਸ਼ਨ ਤਿਆਰ ਕੀਤਾ ਜਾ ਸਕਦਾ ਹੈ, ਸਹੀ। ਦੂਸਰਾ ਹੈ ਜ਼ਿਆਦਾਤਰ ਪਬਲੀਕੇਸ਼ਨ ਵਿੱਚ ਕਈ ਹਿੱਸੇ ਹੁੰਦੇ ਹਨ ਜਿਨ੍ਹਾਂ ਨੂੰ ਫਰੇਮ ਕਿਹਾ ਜਾਂਦਾ ਹੈ, ਸਹੀ। ਤੀਸਰਾ ਹੈ ਕੋਨੇ ਦੇ ਹੈਂਡਲ ਨਾਲ ਅਨੁਪਾਤਕ ਤੌਰ ਤੇ ਆਬਜੈਕਟ ਦਾ ਆਕਾਰ ਬਦਲਿਆ ਜਾ ਸਕਦਾ ਹੈ, ਸਹੀ। ਚੌਥਾ ਹੈ ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਨੂੰ ਸਾਰੇ ਪਬਲੀਕੇਸ਼ਨ ਨੂੰ ਬੰਦ ਨਹੀਂ ਕਰਨਾ ਚਾਹੀਦਾ, ਗਲਤ। ਪੰਜਵਾਂ ਹੈ ਅਸੀਂ ਕਿਸੇ ਵੀ ਆਈਟਮ ਤੇ ਕਲਿੱਕ ਕਰਕੇ ਉਸ ਨੂੰ ਕੁਇਕ ਐਕਸੈਸ ਟੂਲ ਬਾਰ ਵਿੱਚ ਸ਼ਾਮਲ ਕਰ ਸਕਦੇ ਹਾਂ, ਗਲਤ। ਅੱਗੇ ਸਾਡੇ ਕੋਲ ਛੋਟੇ ਉੱਤਰ ਦੇ ਪ੍ਰਸ਼ਨ, ਜਿਸ ਪਹਿਲਾ ਪ੍ਰਸ਼ਨ ਹੈ ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਂਸ਼ਨ ਵਰਤੀ ਜਾਂਦੀ ਹੈ। ਇਸ ਦਾ ਉੱਤਰ ਹੈ .pub। ਦੂਸਰਾ ਹੈ ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ। ਇਸ ਦਾ ਉੱਤਰ ਹੈ ਕ੍ਰਾਸ ਹੇਅਰ। ਤੀਸਰਾ ਹੈ ਆਨਲਾਈਨ ਟੈਂਪਲੇਟ ਕਿਸ ਵਿੱਚ ਉਪਲਬਧ ਹੁੰਦਾ ਹੈ। ਸਾਡੇ ਕੋਲ ਇਹਦਾ ਉੱਤਰ ਹੈ office.com। ਚੌਥਾ ਹੈ ਸਾਡੇ ਵੱਲੋਂ ਹਾਲ ਹੀ ਵਿੱਚ ਇੱਕ ਵਰਤਿਆ ਗਿਆ ਪਬਲੀਕੇਸ਼ਨ ਫਾਈਲ ਦੀ ਸੂਚੀ ਕੀ ਹੁੰਦੀ ਹੈ। ਸਾਡੇ ਕੋਲ ਇਹਦਾ ਉੱਤਰ ਹੈ ਰੀਸੈਂਟ ਆਈਟਮ। ਪੰਜਵਾਂ ਹੈ ਕਿਸ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ ਦੁਆਲੇ ਦਾ ਟੈਕਸਟ ਅਰੇਂਜ ਕੀਤਾ ਜਾਂਦਾ ਹੈ। ਸਾਡੇ ਕੋਲ ਇਹਦਾ ਉੱਤਰ ਹੈ ਰੈਪ ਟੈਕਸਟ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਦਾ ਪਹਿਲਾ ਪ੍ਰਸ਼ਨ ਹੈ ਪਬਲਿਸ਼ਰ ਕੀ ਹੈ। ਸੋ ਪਬਲਿਸ਼ਰ ਇੱਕ ਐਪਲੀਕੇਸ਼ਨ ਸੌਫਟਵੇਅਰ ਹੈ ਅਤੇ ਮਾਈਕਰੋਸਾਫਟ ਆਫਿਸ ਦਾ ਇੱਕ ਭਾਗ ਹੈ। ਇਸ ਦੀ ਵਰਤੋਂ ਸੁੰਦਰ ਅਤੇ ਵਧੀਆ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਪਬਲਿਸ਼ਰ ਵਿੱਚ ਅਸੀਂ ਪੈਂਪਲੇਟ, ਲੈਟਰ ਹੈਡ, ਬੈਨਰ, ਨਿਊਜ਼ਲੈਟਰ, ਪੋਸਟਰ, ਕੈਲੰਡਰ, ਨਿਮੰਤਰਣ ਪੱਤਰ ਆਦਿ ਬਣਾ ਸਕਦੇ ਹਾਂ। ਪਬਲਿਸ਼ਰ ਵਿਜ਼ਾਰਡ ਅਤੇ ਡਿਜ਼ਾਈਨ ਗੈਲਰੀ ਦੀ ਵਰਤੋਂ ਨਾਲ ਜਲਦੀ ਤੋਂ ਜਲਦੀ ਪਬਲੀਕੇਸ਼ਨ ਬਣਾਉਣ ਵਿੱਚ ਸਾਡੀ ਮਦਦ ਕਰਦਾ ਹੈ। ਦੂਸਰਾ ਪ੍ਰਸ਼ਨ ਹੈ ਪਬਲਿਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਲਿਖੋ। ਸੋ ਪਬਲਿਸ਼ਰ ਵਿੱਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਹੇਠ ਲਿਖਣ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਆਬਜੈਕਟ ਤੇ ਕਲਿੱਕ ਕਰਕੇ ਇਸ ਨੂੰ ਸਿਲੈਕਟ ਕਰੋ। ਦੂਜਾ ਆਬਜੈਕਟ ਦੀ ਸੋਲਿਡ ਲਾਈਨ ਤੇ ਕਰਸਰ ਰੱਖੋ। ਤੀਜਾ ਆਬਜੈਕਟ ਨੂੰ ਕਲਿੱਕ ਅਤੇ ਡਰੈਗ ਕਰਕੇ ਮਨਪਸੰਦ ਜਗ੍ਹਾ ਤੇ ਲੈ ਜਾਓ। ਤੀਸਰਾ ਹੈ ਟੈਂਪਲੇਟ ਨੂੰ ਪਰਿਭਾਸ਼ਿਤ ਕਰੋ। ਸੋ ਟੈਂਪਲੇਟ ਪਬਲੀਕੇਸ਼ਨ ਦਾ ਡਿਫਾਲਟ ਮਾਡਲ ਹੁੰਦਾ ਹੈ ਅਤੇ ਪਬਲਿਸ਼ਰ ਵਿੱਚ ਟੈਂਪਲੇਟ ਟੂਲ ਦੀ ਮਦਦ ਨਾਲ ਬਹੁਤ ਆਸਾਨੀ ਨਾਲ ਇੱਕ ਪਬਲੀਕੇਸ਼ਨ ਨੂੰ ਤਿਆਰ ਕੀਤਾ ਜਾ ਸਕਦਾ ਹੈ। ਟੈਂਪਲੇਟ ਵਿੱਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀਂ ਬਿਨਾਂ ਬਦਲਾਵ ਕੀਤੇ ਜਾਂ ਇਹਨਾਂ ਵਿੱਚ ਬਦਲਾਵ ਕਰਕੇ ਪਬਲੀਕੇਸ਼ਨ ਬਣਾਉਣ ਲਈ ਵਰਤ ਸਕਦੇ ਹਾਂ। office.com ਤੇ ਬਹੁਤ ਸਾਰੇ ਪ੍ਰਚਲਿਤ ਟੈਂਪਲੇਟ ਉਪਲਬਧ ਹਨ, ਜਿਨ੍ਹਾਂ ਨੂੰ ਡਾਊਨਲੋਡ ਕਰਕੇ ਅਸੀਂ ਵਧੀਆ ਪਬਲੀਕੇਸ਼ਨ ਆਸਾਨੀ ਨਾਲ ਬਣਾ ਸਕਦੇ ਹਾਂ। ਅੱਗੇ ਵੱਡੇ ਉੱਤਰ ਵਾਲੇ ਪ੍ਰਸ਼ਨ, ਜਿਸ ਦਾ ਪਹਿਲਾ ਪ੍ਰਸ਼ਨ ਹੈ ਪਬਲੀਕੇਸ਼ਨ ਵਿੱਚ ਬਲੈਂਕ ਲੇਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਕਿਵੇਂ ਤਿਆਰ ਕਰ ਸਕਦੇ ਹਾਂ। ਸੋ ਪਬਲੀਕੇਸ਼ਨ ਵਿੱਚ ਬਲੈਂਕ ਲੇਆਊਟ ਦੀ ਵਰਤੋਂ ਕਰਕੇ ਪਬਲੀਕੇਸ਼ਨ ਤਿਆਰ ਕਰਨ ਦੇ ਸਟੈਪ ਹੇਠ ਲਿਖੇ ਅਨੁਸਾਰ ਹਨ। ਪਹਿਲਾ ਪੁਆਇੰਟ ਹੈ ਫਾਈਲ ਮੈਨੂ ਤੇ ਕਲਿੱਕ ਕਰੋ ਅਤੇ ਨਿਊ ਆਪਸ਼ਨ ਦੀ ਚੋਣ ਕਰੋ। ਦੂਜਾ ਮੌਜੂਦਾ ਟੈਂਪਲੇਟ ਵਿੱਚੋਂ ਬਲੈਂਕ ਪਬਲੀਕੇਸ਼ਨ ਟੈਂਪਲੇਟ ਤੇ ਕਲਿੱਕ ਕਰੋ ਅਤੇ ਕ੍ਰੀਏਟ ਆਪਸ਼ਨ ਦੀ ਚੋਣ ਕਰੋ। ਤੀਜਾ ਹੁਣ ਅਸੀਂ ਪਬਲੀਕੇਸ਼ਨ ਵਿੱਚ ਆਪਣੀ ਲੋੜ ਅਨੁਸਾਰ ਪਬਲੀਕੇਸ਼ਨ ਬਣਾ ਸਕਦੇ ਹਾਂ। ਅਸੀਂ ਬਲੈਂਕ ਲੇਆਊਟ ਵਿੱਚ ਟੈਕਸਟ, ਤਸਵੀਰਾਂ, ਵਰਡ ਆਰਟ ਅਤੇ ਹੋਰ ਸ਼ੇਪ ਜੋੜ ਸਕਦੇ ਹਾਂ। ਚੌਥਾ ਪਬਲੀਕੇਸ਼ਨ ਬਣਾਉਣ ਤੋਂ ਬਾਅਦ ਫਾਈਲ ਮੈਨੂ ਵਿੱਚ ਸੇਵ ਆਪਸ਼ਨ ਤੇ ਜਾ ਕੇ ਇਸ ਨੂੰ ਸੇਵ ਕਰੋ। ਸੇਵ ਐਜ਼ ਡਾਇਲੌਗ ਬਾਕਸ ਨਜ਼ਰ ਆਵੇਗਾ। ਪੰਜਵਾਂ ਆਪਣੀ ਪਬਲੀਕੇਸ਼ਨ ਦਾ ਨਾਮ ਟਾਈਪ ਕਰੋ ਅਤੇ ਫੋਲਡਰ ਨੂੰ ਚੁਣੋ ਜਿਸ ਵਿੱਚ ਅਸੀਂ ਇਸ ਨੂੰ ਸੇਵ ਕਰਨਾ ਚਾਹੁੰਦੇ ਹਾਂ ਅਤੇ ਫਿਰ ਸੇਵ ਬਟਨ ਉੱਤੇ ਕਲਿੱਕ ਕਰੋ। ਪਬਲੀਕੇਸ਼ਨ .pub ਐਕਸਟੈਂਸ਼ਨ ਨਾਲ ਸੇਵ ਹੋ ਜਾਵੇਗੀ। ਛੇਵਾਂ ਹੁਣ ਫਾਈਲ ਮੈਨੂ ਵਿੱਚ ਕਲੋਜ਼ ਬਟਨ ਤੇ ਕਲਿੱਕ ਕਰਕੇ ਪਬਲੀਕੇਸ਼ਨ ਬੰਦ ਕਰੋ। ਇੱਕ ਡਾਇਲੌਗ ਬਾਕਸ ਨਜ਼ਰ ਆਵੇਗਾ। ਜੇਕਰ ਅਸੀਂ ਸਾਰੇ ਬਦਲਾਅ ਸੇਵ ਕਰਨਾ ਚਾਹੁੰਦੇ ਹਾਂ ਤਾਂ ਇਸ ਬਟਨ ਤੇ ਕਲਿੱਕ ਕਰੋ ਅਤੇ ਜੇਕਰ ਨਹੀਂ ਤਾਂ ਨੋ ਬਟਨ ਤੇ ਕਲਿੱਕ ਕਰੋ। ਸੱਤਵਾਂ ਪਬਲਿਸ਼ਰ ਤੋਂ ਬਾਹਰ ਆਉਣ ਤੋਂ ਪਹਿਲਾਂ ਸਾਰੀਆਂ ਪਬਲੀਕੇਸ਼ਨਾਂ ਬੰਦ ਕਰ ਲਵੋ ਅਤੇ ਉਸ ਤੋਂ ਬਾਅਦ ਫਾਈਲ ਮੈਨੂ ਵਿੱਚ ਐਗਜ਼ਿਟ ਆਪਸ਼ਨ ਤੇ ਕਲਿੱਕ ਕਰੋ। ਦੂਸਰਾ ਪ੍ਰਸ਼ਨ ਹੈ ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਕਿਵੇਂ ਜੋੜਿਆ ਜਾਵੇ ਅਤੇ ਪਬਲਿਸ਼ਰ ਵਿੱਚ ਟੈਕਸਟ ਨੂੰ ਐਡਿਟ ਕਰਨ ਦੇ ਕਦਮ ਲਿਖੋ। ਸਭ ਤੋਂ ਪਹਿਲਾਂ ਅਸੀਂ ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਜੋੜਨ ਦੇ ਸਟੈਪ ਦੇਖ ਲੈਂਦੇ ਹਾਂ। ਪਹਿਲਾ ਹੈ ਹੋਮ ਜਾਂ ਇਨਸਰਟ ਟੈਬ ਵਿੱਚੋਂ ਡਰਾ ਟੈਕਸਟ ਬਾਕਸ ਦੀ ਚੋਣ ਕਰੋ। ਦੂਜਾ ਕਰਸਰ ਨੂੰ ਪੇਜ ਤੇ ਉਸ ਥਾਂ ਉੱਤੇ ਲੈ ਕੇ ਜਾਓ ਜਿੱਥੇ ਤੁਸੀਂ ਟੈਕਸਟ ਬਾਕਸ ਦਾਖਲ ਕਰਨਾ ਚਾਹੁੰਦੇ ਹੋ। ਤੀਸਰਾ ਮਾਊਸ ਦੇ ਖੱਬੇ ਬਟਨ ਨੂੰ ਨੱਪ ਕੇ ਰੱਖਦੇ ਹੋਏ ਆਪਣੀ ਜ਼ਰੂਰਤ ਅਨੁਸਾਰ ਪੇਜ ਦੇ ਟੈਕਸਟ ਬਾਕਸ ਨੂੰ ਡਰਾ ਕਰੋ। ਅਸੀਂ ਟੈਕਸਟ ਬਾਕਸ ਨੂੰ ਡਰਾ ਕਰਨ ਤੋਂ ਬਾਅਦ ਵੀ ਇਸ ਦਾ ਸਾਈਜ਼ ਨਿਰਧਾਰਿਤ ਕਰ ਸਕਦੇ ਹਾਂ। ਚੌਥਾ ਹੁਣ ਅਸੀਂ ਆਪਣੀ ਲੋੜ ਅਨੁਸਾਰ ਇਸ ਦਾਖਲ ਕੀਤੇ ਗਏ ਟੈਕਸਟ ਬਾਕਸ ਵਿੱਚ ਕਲਿੱਕ ਕਰਕੇ ਕੋਈ ਵੀ ਟੈਕਸਟ ਦਾਖਲ ਕਰ ਸਕਦੇ ਹਾਂ। ਹੁਣ ਅੱਗੇ ਅਸੀਂ ਟੈਕਸਟ ਬਾਕਸ ਦੀ ਵਰਤੋਂ ਕਰਦੇ ਹੋਏ ਟੈਕਸਟ ਨੂੰ ਐਡਿਟ ਕਰਨ ਦੇ ਸਟੈਪ ਸਿੱਖ ਲੈਂਦੇ ਹਾਂ, ਜਿਸ ਵਿੱਚ ਪਹਿਲਾ ਹੈ ਜਿਸ ਟੈਕਸਟ ਨੂੰ ਤੁਸੀਂ ਐਡਿਟ ਕਰਨਾ ਚਾਹੁੰਦੇ ਹੋ ਉਸ ਨੂੰ ਹਾਈਲਾਈਟ ਕਰੋ। ਦੂਜਾ ਪੁਆਇੰਟ ਹੈ ਟੈਕਸਟ ਨੂੰ ਸਿਲੈਕਟ ਕਰਨ ਤੋਂ ਬਾਅਦ ਟੈਕਸਟ ਬਾਕਸ ਟੂਲ ਫਾਰਮੈਟ ਨਜ਼ਰ ਆਵੇਗਾ, ਇਸ ਤੇ ਕਲਿੱਕ ਕਰੋ। ਤੀਸਰਾ ਟੈਕਸਟ ਗਰੁੱਪ ਦੇ ਅੰਦਰ ਵੱਖ-ਵੱਖ ਆਪਸ਼ਨਾਂ ਨਜ਼ਰ ਆਉਣਗੀਆਂ, ਜਿਵੇਂ ਕਿ ਟੈਕਸਟ ਫਿਲਟਰ ਰਾਹੀਂ ਅਸੀਂ ਟੈਕਸਟ ਦੀ
ਟੈਕਸਟ ਬਾਕਸ ਦੇ ਅੰਦਰ ਦਿਖ ਸੈੱਟ ਕਰ ਸਕਦੇ ਹਾਂ। ਟੈਕਸਟ ਡਾਇਰੈਕਸ਼ਨ ਦੇ ਰਾਹੀਂ ਟੈਕਸਟ ਦੀ ਵਰਟੀਕਲ ਅਤੇ ਹੋਰੀਜ਼ੋਨਟਲ ਦਿਖ ਨਿਰਧਾਰਿਤ ਕਰ ਸਕਦੇ ਹਾਂ ਅਤੇ ਹਾਈਫਨੇਸ਼ਨ ਦੇ ਰਾਹੀਂ ਟੈਕਸਟ ਨੂੰ ਹਾਈਫਨੇਟ ਕਰ ਸਕਦੇ ਹਾਂ। ਚੌਥਾ ਪੁਆਇੰਟ, ਫੌਂਟ ਗਰੁੱਪ ਦੇ ਰਾਹੀਂ ਫੌਂਟ ਸਟਾਈਲ, ਸਾਈਜ਼, ਕਲਰ, ਸਪੇਸਿੰਗ ਆਦਿ ਅਤੇ ਇਫੈਕਟ ਗਰੁੱਪ ਰਾਹੀਂ ਸ਼ੈਡੋ, ਆਊਟਲਾਈਨ, ਇਨਗ੍ਰੇਵ ਅਤੇ ਇੰਬੋਸ ਵਰਗੀਆਂ ਸੈਟਿੰਗ ਅਪਲਾਈ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਤੀਸਰਾ ਵੱਡਾ ਆਪਰੇਸ਼ਨ ਹੈ ਪਬਲੀਕੇਸ਼ਨ। ਪ੍ਰਿੰਟ ਕਿਵੇਂ ਕੀਤਾ ਜਾਂਦਾ ਹੈ, ਕਦਮ ਲਿਖੋ। ਸੋ ਪਬਲੀਕੇਸ਼ਨ ਨੂੰ ਪ੍ਰਿੰਟ ਕਰਨ ਦੇ ਸਟੈਪ ਸਾਡੇ ਕੋਲ ਹੈ। ਸਭ ਤੋਂ ਪਹਿਲਾਂ ਫਾਈਲ ਮੈਨੂ ਤੇ ਕਲਿੱਕ ਕਰੋ ਅਤੇ ਪ੍ਰਿੰਟ ਤੇ ਕਲਿੱਕ ਕਰੋ। ਦੂਜਾ, ਜਦੋਂ ਪ੍ਰਿੰਟ ਸਕਰੀਨ ਨਜ਼ਰ ਆਵੇ ਤਾਂ ਲੋੜ ਅਨੁਸਾਰ ਨੰਬਰ ਆਫ ਕਾਪੀ ਸਿਲੈਕਟ ਕਰੋ। ਤੀਜਾ, ਪ੍ਰਿੰਟ ਸੈਟਿੰਗ ਵਿੱਚੋਂ ਹੇਠਾਂ ਵਿੱਚੋਂ ਕੋਈ ਵੀ ਆਪਸ਼ਨ ਚੁਣੋ। ਆਲ ਪੇਜਿਸ, ਸਿਲੈਕਸ਼ਨ, ਕਰੰਟ ਪੇਜਿਸ ਜਾਂ ਕਸਟਮ ਰੇਂਜ ਦੀ ਚੋਣ ਕਰੋ। ਮੈਨੂਅਲੀ ਪੇਜ ਨੰਬਰ ਦੱਸੋ ਕਿਹੜਾ ਜਿਹੜਾ ਅਸੀਂ ਪ੍ਰਿੰਟ ਕਰਨਾ ਚਾਹੁੰਦੇ ਹਾਂ। ਹਰੇਕ ਪੇਪਰ ਸ਼ੀਟ ਦੇ ਕਿੰਨੇ ਪੇਜ ਪ੍ਰਿੰਟ ਹੋਣ ਨਿਰਧਾਰਿਤ ਕਰੋ ਅਤੇ ਪੇਪਰ ਸਾਈਜ਼ ਚੁਣੋ ਅਤੇ ਲਾਸਟ ਵਿੱਚ ਪ੍ਰਿੰਟ ਕਮਾਂਡ ਦੀ ਚੋਣ ਕਰੋ। ਅੱਗੇ ਸਾਡੇ ਕੋਲ ਪਾਰਟ ਨੰਬਰ 8 ਦੇ ਬਹੁਪਸੰਦੀ ਪ੍ਰਸ਼ਨ ਨੇ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਅੱਜ ਕੱਲ੍ਹ ਬਰੋਸ਼ਰ ਇਲੈਕਟ੍ਰੋਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ ਅਤੇ ਇਸ ਨੂੰ ਡੈਸ਼ ਕਹਿੰਦੇ ਹਨ। ਸਾਡੇ ਕੋਲ ਜੋ ਆਪਸ਼ਨ ਈ ਬਰੋਸ਼ਰ, ਐਮ ਬਰੋਸ਼ਰ, ਟੀ ਬਰੋਸ਼ਰ ਜਾਂ ਕੇ ਬਰੋਸ਼ਰ। ਸਾਡੇ ਕੋਲ ਸਹੀ ਉੱਤਰ ਅੱਜ ਕੱਲ੍ਹ ਬਰੋਸ਼ਰ ਇਲੈਕਟ੍ਰੋਨਿਕ ਫਾਰਮੈਟ ਵਿੱਚ ਵੀ ਉਪਲਬਧ ਹਨ ਅਤੇ ਇਸ ਨੂੰ ਈ ਬਰੋਸ਼ਰ ਕਹਿੰਦੇ ਹਨ। ਦੂਸਰਾ ਪ੍ਰਸ਼ਨ ਹੈ ਕਿਸੇ ਦੇ ਨਾਂ, ਕਿੱਤੇ, ਬਿਜ਼ਨਸ ਐਡਰੈਸ ਆਦਿ ਨਾਲ ਛਪੇ ਇੱਕ ਛੋਟੇ ਜਿਹੇ ਕਾਰਡ ਨੂੰ ਡੈਸ਼ ਕਹਿੰਦੇ ਹਨ। ਸਾਡੇ ਕੋਲ ਜੋ ਆਪਸ਼ਨ ਹੈ ਬਰੋਸ਼ਰ, ਨਿਊਜ਼ਲੈਟਰ, ਬਿਜ਼ਨਸ ਕਾਰਡ ਜਾਂ ਮੀਨੂ। ਇਹਦਾ ਸਹੀ ਉੱਤਰ ਹੈ ਕਿਸੇ ਦੇ ਨਾਂ, ਕਿੱਤੇ, ਬਿਜ਼ਨਸ ਐਡਰੈਸ ਆਦਿ ਨਾਲ ਛਪੇ ਇੱਕ ਛੋਟੇ ਜਿਹੇ ਕਾਰਡ ਨੂੰ ਬਿਜ਼ਨਸ ਕਾਰਡ ਕਹਿੰਦੇ ਹਨ। ਤੀਸਰਾ ਪ੍ਰਸ਼ਨ ਹੈ ਨੌਕਰੀ ਦੀਆਂ ਅਰਜ਼ੀਆਂ ਵਿੱਚ ਬਿਨੈਕਾਰਾਂ ਵੱਲੋਂ ਬੇਨਤੀ ਕੀਤਾ ਗਿਆ ਆਮ ਦਸਤਾਵੇਜ਼ ਕੀ ਹੁੰਦਾ ਹੈ। ਸਾਡੇ ਕੋਲ ਜੋ ਆਪਸ਼ਨ ਹੈ ਬੈਨਰ, ਰਿਜ਼ਿਊਮ, ਕੈਲੰਡਰ ਜਾਂ ਫਲਾਇਰ। ਸਾਡੇ ਕੋਲ ਸਹੀ ਉੱਤਰ ਹੈ ਨੌਕਰੀ ਦੀਆਂ ਅਰਜ਼ੀਆਂ ਵਿੱਚ ਬਿਨੈਕਾਰ ਵੱਲੋਂ ਬੇਨਤੀ ਕੀਤਾ ਗਿਆ ਆਮ ਦਸਤਾਵੇਜ਼ ਰਿਜ਼ਿਊਮੇ ਹੁੰਦਾ ਹੈ। ਚੌਥੀ ਸਾਡੇ ਕੋਲ ਪ੍ਰਸ਼ਨ ਹੈ ਰਿਜ਼ਿਊਮੇ ਤੋਂ ਵੱਧ ਲੰਮਾ ਕੀ ਹੁੰਦਾ ਹੈ, ਘੱਟੋ ਘੱਟ 2 ਜਾਂ 3 ਪੰਨੇ ਵਾਲਾ। ਸਾਡੇ ਕੋਲ ਜੋ ਆਪਸ਼ਨ ਨੇ ਕਰਿਕੂਲਮ ਵਿਟੇ, ਦੂਜਾ ਬੈਨਰ, ਤੀਜਾ ਇਨਵੀਟੇਸ਼ਨ, ਚੌਥਾ ਕੈਟਾਲੋਗ। ਤਾਂ ਸਾਡੇ ਕੋਲ ਸਹੀ ਉੱਤਰ ਹੈ ਰਿਜ਼ਿਊਮੇ ਤੋਂ ਵੱਧ ਲੰਮਾ ਕਰਿਕੂਲਮ ਵਿਟੇ ਹੁੰਦਾ ਹੈ, ਘੱਟੋ ਘੱਟ 2 ਜਾਂ 3 ਪੰਨੇ ਵਾਲਾ। ਪੰਜਵਾਂ ਸਾਡੇ ਕੋਲ ਅੱਗੇ ਸਾਡੇ ਕੋਲ ਖਾਲੀ ਥਾਂ ਭਰੋ। ਪਹਿਲੀ ਖਾਲੀ ਥਾਂ ਹੈ ਇਸ਼ਤਿਹਾਰਬਾਜ਼ੀ ਤੋਂ ਭਾਵ ਹੈ ਕਿ ਕੰਪਨੀ ਲੋਕਾਂ ਨੂੰ ਆਪਣਾ ਡੈਸ਼, ਕੋਮਾ ਡੈਸ਼ ਜਾਂ ਵਿਚਾਰ ਖਰੀਦਣ ਲਈ ਕਿਵੇਂ ਉਤਸ਼ਾਹਿਤ ਕਰਦੀ ਹੈ। ਤਾਂ ਸਾਡੇ ਕੋਲ ਸਹੀ ਉੱਤਰ ਹੈ ਇਸ਼ਤਿਹਾਰਬਾਜ਼ੀ ਤੋਂ ਭਾਵ ਹੈ ਕਿ ਕੰਪਨੀ ਲੋਕਾਂ ਨੂੰ ਆਪਣਾ ਪ੍ਰੋਡਕਟ, ਸੇਵਾਵਾਂ ਜਾਂ ਵਿਚਾਰ ਖਰੀਦਣ ਲਈ ਕਿਵੇਂ ਉਤਸ਼ਾਹਿਤ ਕਰਦੀ ਹੈ। ਦੂਸਰੀ ਖਾਲੀ ਥਾਂ ਹੈ MS ਪ੍ਰਕਾਸ਼ਕ, ਬਰੋਸ਼ਰ, ਨਿਊਜ਼ਲੈਟਰਾਂ, ਡੈਸ਼ ਅਤੇ ਡੈਸ਼ ਸਮੇਤ ਵੱਖ-ਵੱਖ ਤਰ੍ਹਾਂ ਦੇ ਪ੍ਰਕਾਸ਼ਨ ਬਣਾਉਣ ਵਿੱਚ ਸਾਡੀ ਮਦਦ ਲਈ ਟੈਂਪਲੇਟ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ। ਸਾਡੇ ਕੋਲ ਸਹੀ ਉੱਤਰ ਹੈ MS ਪ੍ਰਕਾਸ਼ਕ, ਬਰੋਸ਼ਰ, ਨਿਊਜ਼ਲੈਟਰਾਂ, ਬਿਜ਼ਨਸ ਕਾਰਡ ਅਤੇ ਮੀਨੂ ਸਮੇਤ ਵੱਖ-ਵੱਖ ਤਰ੍ਹਾਂ ਦੇ ਪ੍ਰਕਾਸ਼ਨ ਬਣਾਉਣ ਵਿੱਚ ਸਾਡੀ ਮਦਦ ਲਈ ਟੈਂਪਲੇਟ ਅਤੇ ਹੋਰ ਸਾਧਨ ਮੁਹੱਈਆ ਕਰਦਾ ਹੈ। ਤੀਸਰੀ ਖਾਲੀ ਥਾਂ ਹੈ ਕਾਰੋਬਾਰੀ ਕਾਰਡ, ਇੱਕ ਡੈਸ਼ ਜਾਂ ਡੈਸ਼ ਬਾਰੇ ਕਾਰੋਬਾਰ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਾਰਡ ਹਨ। ਸਾਡੇ ਕੋਲ ਉੱਤਰ ਹੈ ਕਾਰੋਬਾਰੀ ਕਾਰਡ ਇੱਕ ਕੰਪਨੀ ਜਾਂ ਇੰਡੀਵਿਜੂਅਲ ਬਾਰੇ ਕਾਰੋਬਾਰੀ ਸੰਬੰਧੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਾਰਡ ਹਨ। ਚੌਥਾ ਸਾਡੇ ਕੋਲ ਖਾਲੀ ਥਾਂ ਹੈ ਇੱਕ ਰਿਜ਼ਿਊਮੇ ਸਾਡੇ ਡੈਸ਼ ਅਤੇ ਡੈਸ਼ ਪਛਾਣ ਦੇ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ। ਸਾਡੇ ਕੋਲ ਉੱਤਰ ਇੱਕ ਰਿਜ਼ਿਊਮੇ ਸਾਡੇ ਐਜੂਕੇਸ਼ਨ, ਵਰਕ ਹਿਸਟਰੀ, ਪਛਾਣ ਦੇ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਦਾ ਸੰਖੇਪ ਪੇਸ਼ ਕਰਦਾ ਹੈ। ਅੱਗੇ ਸਾਡੇ ਕੋਲ ਸਹੀ ਗੱਲ ਦੱਸੋ, ਜਿਸ ਵਿੱਚ ਪਹਿਲਾ ਹੈ ਇੱਕ ਕੰਪਲੀਮੈਂਟ ਕਾਰਡ, ਕਾਰਡ ਦਾ ਇੱਕ ਟੁਕੜਾ ਹੈ ਜੋ ਦੋਸਤੀ ਜਾਂ ਕਿਸੇ ਹੋਰ ਭਾਵਨਾ ਨੂੰ ਦਰਸਾਉਂਦਾ ਵਧੀਆ ਕੁਆਲਿਟੀ ਵਾਲਾ ਕਾਗਜ਼ ਹੈ। ਸਹੀ। ਦੂਸਰਾ ਹੈ ਉਪਲਬਧੀਆਂ, ਮੈਰਿਟ ਅਤੇ ਸਨਮਾਨ ਦੇ ਪ੍ਰਮਾਣ ਪੱਤਰ ਸ਼ਕਤੀਸ਼ਾਲੀ ਸਾਧਨ ਹੋ ਸਕਦੇ ਹਨ। ਸਹੀ। ਤੀਸਰਾ ਹੈ ਬਰੋਸ਼ਰ ਪ੍ਰਮੋਸ਼ਨਲ ਦਸਤਾਵੇਜ਼ ਹਨ, ਮੁੱਖ ਤੌਰ 'ਤੇ ਕਿਸੇ ਵੀ ਕੰਪਨੀ, ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਲਈ ਪੇਸ਼ ਕਰਨ ਲਈ ਅਖਬਾਰਾਂ ਵਿੱਚ ਵੰਡਿਆ ਜਾਂਦਾ ਹੈ। ਗਲਤ। ਉਸ ਤੋਂ ਬਾਅਦ ਹੈ ਬਹੁਤ ਛੋਟੇ ਵਾਲੇ ਪ੍ਰਸ਼ਨ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਇੱਕ ਕਾਗਜ਼, ਕੱਪੜਾ, ਲੱਕੜ ਜਾਂ ਕਿਸੇ ਹੋਰ ਚੀਜ਼ ਦਾ ਇੱਕ ਹਿੱਸਾ ਜੋ ਤਸਵੀਰ ਜਾਂ ਸ਼ਬਦਾਂ ਨਾਲ ਚਿੱਤਰਿਆ ਹੋਇਆ ਹੈ ਅਤੇ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ, ਉਸ ਨੂੰ ਕੀ ਕਹਿੰਦੇ ਹਨ। ਇਸ ਦਾ ਉੱਤਰ ਹੈ ਸਾਈਨ। ਦੂਜਾ ਹੈ ਆਮ ਪੈਕਿੰਗ ਆਈਟਮ ਕੀ ਹੁੰਦੀ ਹੈ, ਆਮ ਤੌਰ 'ਤੇ ਪਤਲੇ ਫਲੈਟ ਸਮੱਗਰੀ ਤੋਂ ਬਣਾਈ ਜਾਂਦੀ ਹੈ। ਇਸ ਦਾ ਉੱਤਰ ਹੈ ਇਨਵੈਲਪ। ਤੀਸਰਾ ਹੈ ਕਿਸੇ ਵਿਅਕਤੀ ਸਮੂਹ ਦੇ ਇੱਕ ਸਮੂਹ
ਜਾਂ ਕਿਸੇ ਅਦਾਰੇ ਨੂੰ ਇੱਕ ਖਾਸ ਖੇਤਰ ਵਿੱਚ ਆਪਣੀ ਉੱਤਮਤਾ ਨੂੰ ਮਾਨਤਾ ਦੇਣ ਲਈ ਕੀ ਦਿੱਤਾ ਜਾਂਦਾ ਹੈ? ਤਾਂ ਇਸ ਦਾ ਸਹੀ ਉੱਤਰ ਹੈ ਅਵਾਰਡ। ਅੱਗੇ ਚੌਥਾ ਪ੍ਰਸ਼ਨ ਹੈ, ਜਨਤਕ ਸਥਾਨ ਤੇ ਵਿਆਪਕ ਡਿਸਟ੍ਰੀਬਿਊਸ਼ਨ ਪੋਸਟ ਜਾਂ ਡਿਸਟ੍ਰੀਬਿਊਟ ਕਰਨ ਲਈ ਵਰਤੇ ਜਾਣ ਵਾਲੇ ਕਾਗਜ਼ਾਂ ਦੇ ਇਸ਼ਤਿਹਾਰ ਦਾ ਕਿਹੜਾ ਰੂਪ ਹੁੰਦਾ ਹੈ? ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਾਂ ਡਾਕ ਰਾਹੀਂ ਭੇਜੀ ਜਾਂਦੀ ਹੈ? ਉਸ ਨੂੰ ਅਸੀਂ ਕੀ ਕਹਿੰਦੇ ਹਾਂ? ਫਲਾਇਰ। ਪੰਜਵਾਂ ਹੈ, ਇੱਕ ਪ੍ਰਿੰਟ ਕੀਤੀ ਰਿਪੋਰਟ ਕੀ ਹੈ ਜਿਸ ਵਿੱਚ ਕੋਈ ਕਾਰੋਬਾਰ ਜਾਂ ਕਿਸੇ ਸੰਸਥਾ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਜਾਂ ਜਾਣਕਾਰੀ ਸ਼ਾਮਲ ਹੈ? ਇਸ ਦਾ ਉੱਤਰ ਹੈ ਨਿਊਜ਼ ਲੈਟਰ। ਅੱਗੇ ਸਾਡੇ ਕੋਲ ਛੋਟੇ ਉਤਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਚਿੰਨ੍ਹ ਸਪਸ਼ਟ ਕਰੋ। ਸੋ ਚਿੰਨ੍ਹ ਤਸਵੀਰਾਂ ਜਾਂ ਸ਼ਬਦਾਂ ਨਾਲ ਪੇਂਟ ਕੀਤਾ ਗਿਆ ਕਾਗਜ਼ ਦਾ ਇੱਕ ਟੁਕੜਾ, ਕੱਪੜੇ ਜਾਂ ਲੱਕੜ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜੋ ਕਿਸੇ ਖਾਸ ਥਾਂ, ਉਤਪਾਦ ਜਾਂ ਘਟਨਾ ਬਾਰੇ ਕੁਝ ਜਾਣਕਾਰੀ ਦਿੰਦਾ ਹੈ। MS ਪਬਲਿਸ਼ਰ ਸਾਨੂੰ ਇਹਨਾਂ ਵਿੱਚੋਂ ਬਹੁਤ ਸਾਰੇ ਚਿੰਨ੍ਹ ਪ੍ਰਦਾਨ ਕਰਦਾ ਹੈ। ਦੂਸਰਾ ਹੈ ਰਿਜ਼ਿਊਮੇ ਸਮਝਾਓ। ਰਿਜ਼ਿਊਮ ਸਾਡੀ ਸਿੱਖਿਆ, ਕੰਮ ਦੇ ਇਤਿਹਾਸ ਅਤੇ ਹੋਰ ਪ੍ਰਾਪਤੀਆਂ ਅਤੇ ਹੁਨਰਾਂ ਨੂੰ ਸੰਖੇਪ ਰੂਪ ਵਿੱਚ ਪੇਸ਼ ਕਰਦਾ ਹੈ। ਰਿਜ਼ਿਊਮ ਵਿੱਚ ਉਦੇਸ਼ ਅਤੇ ਕਰੀਅਰ ਸਟੇਟਮੈਂਟ ਸਮੇਤ ਕਈ ਆਪਸ਼ਨਲ ਭਾਗ ਵੀ ਸ਼ਾਮਲ ਹੁੰਦੇ ਹਨ। ਰਿਜ਼ਿਊਮ ਨੌਕਰੀ ਲਈ ਅਰਜ਼ੀਆਂ ਵਾਲੇ ਬਿਨੈਕਾਰਾਂ ਲਈ ਅਰਜ਼ੀਆਂ ਦੇਣ ਲਈ ਵਰਤੇ ਜਾਂਦੇ ਆਮ ਦਸਤਾਵੇਜ਼ ਹਨ। ਇੱਕ ਰਿਜ਼ਿਊਮੇ ਇੱਕ ਪੰਨੇ ਜਾਂ 2 ਪੰਨਿਆਂ ਦੇ ਬਰਾਬਰ ਦਾ ਵੀ ਹੋ ਸਕਦਾ ਹੈ। ਤੀਸਰਾ ਪ੍ਰਸ਼ਨ ਹੈ ਬੈਨਰ ਕੀ ਹੈ? ਬੈਨਰ ਇੱਕ ਕੱਪੜੇ ਦੀ ਇੱਕ ਲੰਮੀ ਪੱਟੀ ਦੀ ਤਰ੍ਹਾਂ ਹੁੰਦਾ ਹੈ ਜਿਸ ਤੇ ਕਿਸੇ ਪ੍ਰਦਰਸ਼ਨੀ, ਮੁਜ਼ਾਹਰਾ ਆਦਿ ਦੇ ਸਲੋਗਨ ਜਾਂ ਡਿਜ਼ਾਈਨ ਹੁੰਦੇ ਹਨ ਅਤੇ ਜਨਤਕ ਥਾਵਾਂ ਤੇ ਟੰਗੇ ਹੁੰਦੇ ਹਨ। ਇੱਕ ਬੈਨਰ ਇੱਕ ਝੰਡਾ ਜਾਂ ਇੱਕ ਕੱਪੜਾ ਹੋ ਸਕਦਾ ਹੈ ਜਿਸ ਵਿੱਚ ਲੋਗੋ, ਸਲੋਗਨ ਜਾਂ ਹੋਰ ਮਾਰਕੀਟਿੰਗ ਸੰਦੇਸ਼ ਲਿਖਿਆ ਹੋ ਸਕਦਾ ਹੈ। ਚੌਥਾ ਪ੍ਰਸ਼ਨ ਹੈ ਸਮਾਚਾਰ ਪੱਤਰ ਬਾਰੇ ਸਮਝਾਓ। ਇੱਕ ਸਮਾਚਾਰ ਪੱਤਰ ਇੱਕ ਪ੍ਰਿੰਟਡ ਰਿਪੋਰਟ ਹੁੰਦੀ ਹੈ ਜਿਸ ਵਿੱਚ ਇੱਕ ਕਾਰੋਬਾਰ ਜਾਂ ਕਿਸੇ ਸੰਗਠਨ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਜਾਂ ਜਾਣਕਾਰੀ ਹੁੰਦੀ ਹੈ ਜੋ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਕਾਇਦਾ ਡਾਕ ਰਾਹੀਂ ਭੇਜੀ ਜਾਂਦੀ ਹੈ। ਇਹਨਾਂ ਨਿਊਜ਼ ਲੈਟਰਾਂ ਵਿੱਚ ਪ੍ਰਾਪਤਕਰਤਾ ਦੀ ਦਿਲਚਸਪੀ ਦਾ ਮੁੱਖ ਵਿਸ਼ਾ ਹੁੰਦਾ ਹੈ। ਇਹ ਸਮਾਚਾਰ ਪੱਤਰ ਈਮੇਲ ਰਾਹੀਂ ਇਲੈਕਟ੍ਰੋਨਿਕ ਤੌਰ ਤੇ ਵੀ ਭੇਜੇ ਜਾਂਦੇ ਹਨ। ਪੰਜਵਾਂ ਪ੍ਰਸ਼ਨ ਹੈ ਮੀਨੂਜ਼ ਕੀ ਹਨ? ਮੀਨੂਜ਼ ਇੱਕ ਰੇਸਤਰਾਂ ਵਿੱਚ ਖਾਣ ਅਤੇ ਪੀਣ ਦੇ ਆਫਰ ਲਈ ਇੱਕ ਮੀਨੂ ਹੁੰਦਾ ਹੈ। ਮੀਨੂ ਇੱਕ ਸੂਚੀ ਹੁੰਦੀ ਹੈ ਜਿਸ ਨੂੰ ਮਹਿਮਾਨ ਵਿਕਲਪ ਚੁਣਨ ਲਈ ਵਰਤਦੇ ਹਨ। ਮੀਨੂਜ਼ ਮਹਿਮਾਨ ਤੋਂ ਆਰਡਰ ਲੈਣ ਜਾਂ ਦੇਣ ਦਾ ਮੁੱਖ ਤਰੀਕਾ ਹੈ। ਮਹਿਮਾਨ ਮੀਨੂ ਨੂੰ ਵੇਖ ਕੇ ਅਤੇ ਸਾਡੇ ਭੋਜਨ ਅਤੇ ਕੀਮਤ ਤੋਂ ਜਾਣੂ ਹੋ ਕੇ ਠੀਕ ਢੰਗ ਨਾਲ ਆਰਡਰ ਦੇ ਸਕਦੇ ਹਨ। ਅੱਗੇ ਸਾਡੇ ਕੋਲ ਵੱਡੇ ਉਤਰਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਇਸ਼ਤਿਹਾਰ ਕੀ ਹਨ? ਇਸ਼ਤਿਹਾਰ ਲਈ ਵਰਤੇ ਗਏ ਵੱਖ-ਵੱਖ ਪ੍ਰਿੰਟ ਮੀਡੀਆ ਨੂੰ ਦੱਸੋ। ਸੋ ਇਸ਼ਤਿਹਾਰ ਤੋਂ ਭਾਵ ਹੈ ਕਿ ਕੰਪਨੀ ਲੋਕਾਂ ਨੂੰ ਆਪਣੇ ਉਤਪਾਦਾਂ, ਸੇਵਾਵਾਂ ਜਾਂ ਵਿਚਾਰਾਂ ਨੂੰ ਖਰੀਦਣ ਲਈ ਉਤਸ਼ਾਹਿਤ ਕਰਦੀ ਜਾਂ ਧਿਆਨ ਖਿੱਚਦੀ ਹੈ। ਇਸ਼ਤਿਹਾਰ ਟੈਲੀਵਿਜ਼ਨ, ਰੇਡੀਓ, ਅਖਬਾਰਾਂ, ਮੈਗਜ਼ੀਨ ਆਦਿ ਤੇ ਦਿਖਾਈ ਦਿੰਦੇ ਹਨ। ਇਸ਼ਤਿਹਾਰ ਦੇ ਸਪਾਂਸਰ ਹਮੇਸ਼ਾ ਵਪਾਰੀ ਹੁੰਦੇ ਹਨ ਜੋ ਆਪਣੇ ਉਤਪਾਦਾਂ ਅਤੇ ਸੇਵਾਵਾਂ ਨੂੰ ਪ੍ਰਮੋਟ ਕਰਨਾ ਚਾਹੁੰਦੇ ਹਨ। ਇਸ਼ਤਿਹਾਰ ਲਈ ਵਰਤੇ ਜਾਂਦੇ ਵੱਖ-ਵੱਖ ਪ੍ਰਿੰਟ ਮੀਡੀਆ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਬਰੋਸ਼ਰ। ਬਰੋਸ਼ਰ ਇੱਕ ਜਾਣਕਾਰੀ ਭਰਪੂਰ ਕਾਗਜ਼ੀ ਦਸਤਾਵੇਜ਼ ਹੁੰਦਾ ਹੈ ਜੋ ਇਸ਼ਤਿਹਾਰ ਲਈ ਵਰਤਿਆ ਜਾਂਦਾ ਹੈ। ਬਰੋਸ਼ਰ ਪ੍ਰਮੋਸ਼ਨਲ ਦਸਤਾਵੇਜ਼ ਹੁੰਦੇ ਹਨ ਜਿਨ੍ਹਾਂ ਨੂੰ ਮੁੱਖ ਤੌਰ ਤੇ ਕਿਸੇ ਵੀ ਕੰਪਨੀ, ਸੰਸਥਾ, ਉਤਪਾਦਾਂ ਜਾਂ ਸੇਵਾਵਾਂ ਨੂੰ ਜਨਤਾ ਦੇ ਸਨਮੁਖ ਕਰਨ ਲਈ ਵਰਤਿਆ ਜਾਂਦਾ ਹੈ। ਦੂਸਰਾ ਹੈ ਸਮਾਚਾਰ ਪੱਤਰ। ਇੱਕ ਸਮਾਚਾਰ ਪੱਤਰ ਇੱਕ ਪ੍ਰਿੰਟਡ ਰਿਪੋਰਟ ਹੁੰਦੀ ਹੈ ਜਿਸ ਵਿੱਚ ਇੱਕ ਕਾਰੋਬਾਰ ਜਾਂ ਕਿਸੇ ਸੰਗਠਨ ਦੀਆਂ ਗਤੀਵਿਧੀਆਂ ਦੀਆਂ ਖਬਰਾਂ ਜਾਂ ਜਾਣਕਾਰੀ ਹੁੰਦੀ ਹੈ ਜੋ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਬਾਕਾਇਦਾ ਡਾਕ ਰਾਹੀਂ ਭੇਜੀ ਜਾਂਦੀ ਹੈ। ਤੀਸਰਾ ਹੈ ਬੈਨਰ। ਬੈਨਰ ਇੱਕ ਕੱਪੜੇ ਦੀ ਇੱਕ ਲੰਮੀ ਪੱਟੀ ਦੀ ਤਰ੍ਹਾਂ ਹੁੰਦੀ ਹੈ ਜਿਸ ਤੇ ਕਿਸੇ ਪ੍ਰਦਰਸ਼ਨੀ, ਮੁਜ਼ਾਹਰਾ ਆਦਿ ਦੇ ਸਲੋਗਨ ਜਾਂ ਡਿਜ਼ਾਈਨ ਹੁੰਦੇ ਹਨ ਅਤੇ ਜਨਤਕ ਥਾਵਾਂ ਤੇ ਟੰਗੇ ਹੁੰਦੇ ਹਨ। ਇੱਕ ਬੈਨਰ ਇੱਕ ਝੰਡਾ ਜਾਂ ਇੱਕ ਕੱਪੜਾ ਹੋ ਸਕਦਾ ਹੈ ਜਿਸ ਵਿੱਚ ਲੋਗੋ, ਸਲੋਗਨ ਜਾਂ ਹੋਰ ਮਾਰਕੀਟਿੰਗ ਸੰਦੇਸ਼ ਲਿਖਿਆ ਹੋ ਸਕਦਾ ਹੈ। ਚੌਥਾ ਹੈ ਫਲਾਇਰ। ਇੱਕ ਫਲਾਇਰ ਕਾਗਜ਼ੀ ਵਿਗਿਆਪਨ ਦਾ ਇੱਕ ਰੂਪ ਹੈ ਜੋ ਵਿਆਪਕ ਡਿਸਟ੍ਰੀਬਿਊਸ਼ਨ ਲਈ ਜਨਤਕ ਥਾਵਾਂ ਤੇ ਪੋਸਟ ਕੀਤੇ ਜਾਂ ਵੰਡੇ ਜਾਂਦੇ ਹਨ ਅਤੇ ਵਿਅਕਤੀਆਂ ਨੂੰ ਸੌਂਪੇ ਜਾਂ ਮੇਲ ਰਾਹੀਂ ਭੇਜੇ ਜਾਂਦੇ ਹਨ। ਦੂਸਰਾ ਪ੍ਰਸ਼ਨ ਹੈ ਕਾਰੋਬਾਰੀ ਕਾਰਡ ਕੀ ਹੁੰਦੇ ਹਨ? ਪਬਲਿਸ਼ਰ ਵਿੱਚ ਕਾਰੋਬਾਰੀ ਕਾਰਡ ਬਣਾਉਣ ਲਈ ਕਦਮ ਲਿਖੋ। ਸੋ ਇੱਕ ਛੋਟਾ ਜਿਹਾ ਕਾਰਡ ਜੋ ਕਿ ਕਿਸੇ ਦਾ ਨਾਂ, ਕਿੱਤੇ, ਕਾਰੋਬਾਰੀ ਪਤੇ ਆਦਿ ਨਾਲ ਛਪਿਆ ਹੁੰਦਾ ਹੈ ਉਸ ਨੂੰ ਕਾਰੋਬਾਰੀ ਕਾਰਡ ਜਾਂ ਬਿਜ਼ਨਸ ਕਾਰਡ ਕਿਹਾ ਜਾਂਦਾ ਹੈ। ਕਾਰੋਬਾਰੀ ਕਾਰਡ ਇੱਕ ਕੰਪਨੀ ਜਾਂ ਵਿਅਕਤੀ ਬਾਰੇ ਵਪਾਰਕ ਜਾਣਕਾਰੀ ਦੇਣ ਵਾਲੇ ਕਾਰਡ ਹਨ ਜੋ ਰਸਮੀ ਜਾਣ ਪਛਾਣ ਦੇ ਦੌਰਾਨ ਸਾਂਝੇ ਕੀਤੇ ਜਾਂਦੇ ਹਨ। ਇੱਕ ਕਾਰੋਬਾਰੀ ਕਾਰਡ ਵਿੱਚ ਕਾਰਡ ਦੇਣ ਵਾਲੇ ਦਾ ਨਾਂ, ਕੰਪਨੀ ਜਾਂ ਵਪਾਰਕ ਸੰਬੰਧ ਅਤੇ ਸੰਪਰਕ ਜਾਣਕਾਰੀ ਜਿਵੇਂ ਪਤਾ, ਮੋਬਾਈਲ ਨੰਬਰ, ਫੈਕਸ ਨੰਬਰ, ਈਮੇਲ ਪਤਾ ਅਤੇ ਵੈਬਸਾਈਟ ਸ਼ਾਮਲ ਹੁੰਦੇ ਹਨ। ਪਬਲਿਸ਼ਰ ਵਿੱਚ ਕਾਰੋਬਾਰੀ ਕਾਰਡ ਬਣਾਉਣ ਲਈ ਕਦਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਫਾਈਲ ਟੈਬ ਤੇ ਕਲਿੱਕ ਕਰੋ ਅਤੇ ਨਿਊ ਅਤੇ ਬਿਜ਼ਨਸ ਕਾਰਡ ਤੇ ਕਲਿੱਕ ਕਰੋ।
ਦੂਜਾ ਕਾਰੋਬਾਰੀ ਕਾਰਡ ਨਾਲ ਸੰਬੰਧਿਤ ਇੰਸਟਾਲ। ਬਹੁਤ ਸਾਰੇ ਟੈਂਪਲੇਟ ਵਿੱਚੋਂ ਕਿਸੇ ਇੱਕ ਦੀ ਲੋੜ ਅਨੁਸਾਰ ਚੋਣ ਕਰੋ। ਤੀਸਰਾ, ਵਿੰਡੋ ਦੇ ਸੱਜੇ ਪਾਸੇ ਅਸੀਂ ਕਲਰ ਸਕੀਮ, ਫੌਂਟ ਸਕੀਮ, ਕਾਰੋਬਾਰੀ ਜਾਣਕਾਰੀ, ਪੰਨਾ ਆਕਾਰ ਦੇ ਆਪਸ਼ਨ ਅਤੇ ਲੋਗੋ ਦੀ ਮਦਦ ਨਾਲ ਇਸ ਚੁਣੇ ਹੋਏ ਕਾਰੋਬਾਰੀ ਕਾਰਡ ਨੂੰ ਕਸਟਮਾਈਜ਼ ਕਰ ਸਕਦੇ ਹਾਂ। ਚੌਥਾ, ਹੁਣ ਇਹ ਸਾਰੇ ਆਪਸ਼ਨ ਅਪਲਾਈ ਕਰਨ ਤੋਂ ਬਾਅਦ ਕਾਰੋਬਾਰੀ ਕਾਰਡ ਸਫਲਤਾਪੂਰਵਕ ਤਿਆਰ ਹੋ ਗਿਆ ਹੈ ਅਤੇ ਹੁਣ ਅਸੀਂ ਇਸ ਵਿੱਚ ਵਪਾਰਕ ਨਾਂ, ਵਿਅਕਤੀ ਦਾ ਨਾਂ, ਪਤਾ, ਕੰਟੈਕਟ ਨੰਬਰ ਆਦਿ ਨੂੰ ਬਦਲ ਸਕਦੇ ਹਾਂ। ਇਸ ਤਰ੍ਹਾਂ ਤੁਹਾਡਾ ਕਾਰੋਬਾਰੀ ਕਾਰਡ ਡਿਜ਼ਾਈਨ ਕੀਤਾ ਜਾ ਸਕਦਾ ਹੈ। ਅੱਗੇ ਤੀਸਰਾ ਪ੍ਰਸ਼ਨ ਹੈ, ਲੇਬਲ ਕੀ ਹੈ? ਲੇਬਲ ਕਿੱਥੇ ਵਰਤੇ ਜਾ ਸਕਦੇ ਹਨ? ਸੋ ਲੇਬਲ ਕਾਗਜ਼ ਦਾ ਇੱਕ ਟੁਕੜਾ, ਪੋਲੀਮਰ ਕੱਪੜਾ, ਧਾਤੂ ਜਾਂ ਕੋਈ ਹੋਰ ਸਮੱਗਰੀ ਹੁੰਦੀ ਹੈ ਜਿਸ ਨੂੰ ਕੰਟੇਨਰ ਜਾਂ ਉਤਪਾਦ ਤੇ ਲਗਾਇਆ ਜਾ ਸਕਦਾ ਹੈ। ਕਿਸੇ ਕੰਟੇਨਰ ਜਾਂ ਉਤਪਾਦ ਤੇ ਸਿੱਧੀ ਛਪੀ ਜਾਣਕਾਰੀ ਨੂੰ ਵੀ ਲੇਬਲਿੰਗ ਕਿਹਾ ਜਾਂਦਾ ਹੈ। ਉਤਪਾਦਾਂ ਦੀ ਉਤਪਤੀ, ਬ੍ਰਾਂਡ ਨੇਮ, ਸ਼ੈਲਫ ਲਾਈਫ ਅਤੇ ਡਿਸਪੋਜ਼ਲ ਆਦਿ ਬਾਰੇ ਜਾਣਕਾਰੀ ਮੁਹੱਈਆ ਕਰਨ ਸਮੇਤ ਲੇਬਲ ਦੇ ਬਹੁਤ ਸਾਰੇ ਉਪਯੋਗ ਹੁੰਦੇ ਹਨ। ਸੋ ਅੱਗੇ ਹੁਣ ਅਸੀਂ ਲੇਬਲ ਦੀ ਵਰਤੋਂ ਬਾਰੇ ਜਾਣ ਲੈਂਦੇ ਹਾਂ। ਪਹਿਲਾ ਹੈ ਪ੍ਰੋਡਕਟ। ਸਥਾਈ ਪ੍ਰੋਡਕਟ ਲੇਬਲ ਨੂੰ ਪ੍ਰੋਡਕਟ ਦੇ ਪੂਰੇ ਜੀਵਨ ਦੌਰਾਨ ਸੁਰੱਖਿਅਤ ਰਹਿਣ ਦੀ ਲੋੜ ਹੁੰਦੀ ਹੈ। ਦੂਸਰਾ ਹੈ ਪੈਕੇਜਿੰਗ। ਪੈਕੇਜਿੰਗ ਲੇਬਲ ਤੇ ਇਸ ਦੀ ਕੀਮਤ, ਬਾਰਕੋਡ, ਯੂਨੀਵਰਸਲ ਪ੍ਰੋਡਕਟ ਕੋਡ ਦੀ ਪਛਾਣ, ਵਰਤੋਂ ਦੀ ਵਿਧੀ, ਪਤਾ, ਵਿਗਿਆਪਨ, ਰੈਸਿਪੀ ਅਤੇ ਹੋਰ ਬਹੁਤ ਕੁਝ ਹੋ ਸਕਦਾ ਹੈ। ਤੀਸਰਾ ਹੈ ਸੰਪਤੀ। ਸੰਪਤੀ ਲੇਬਲਿੰਗ ਦੀ ਵਰਤੋਂ ਪ੍ਰਬੰਧਨ ਅਤੇ ਕੰਮਕਾਜ ਦੇ ਉਦੇਸ਼ਾਂ ਲਈ ਸੰਪਤੀ ਦੀ ਸਪਸ਼ਟ ਤੌਰ ਤੇ ਪਛਾਣ ਕਰਨ ਲਈ ਕੀਤੀ ਜਾਂਦੀ ਹੈ। ਚੌਥਾ ਕੱਪੜੇ। ਕੱਪੜਿਆਂ ਦੇ ਲੇਬਲ ਤੇ ਅਲੱਗ ਦੇਖਭਾਲ ਦੇ ਲੇਬਲ ਹੁੰਦੇ ਹਨ ਜੋ ਇਹ ਦਰਸਾਉਂਦੇ ਹਨ ਕਿ ਆਈਟਮ ਨੂੰ ਕਿਵੇਂ ਧੋਣਾ ਚਾਹੀਦਾ ਹੈ, ਜਿਵੇਂ ਕਿ ਮਸ਼ੀਨ ਵਾਸ਼ੇਬਲ ਜਾਂ ਡਰਾਈ ਕਲੀਨ ਆਦਿ। ਪੰਜਵਾਂ ਹੈ ਮੇਲਿੰਗ। ਮੇਲਿੰਗ ਲੇਬਲ ਪ੍ਰਾਪਤ ਕਰਨਾ। ਮੇਲਿੰਗ ਲੇਬਲ ਪ੍ਰਾਪਤਕਰਤਾ, ਭੇਜਣ ਵਾਲੇ ਅਤੇ ਹੋਰ ਕੋਈ ਜਾਣਕਾਰੀ ਜੋ ਕਿ ਆਵਾਜਾਈ ਲਈ ਉਪਯੋਗੀ ਹੋਵੇ ਦੀ ਪਛਾਣ ਕਰਾਉਂਦੇ ਹਨ। ਛੇਵਾਂ ਹੈ ਸੁਰੱਖਿਆ ਲੇਬਲ। ਸੁਰੱਖਿਆ ਲੇਬਲ ਕਿਸੇ ਉਤਪਾਦ ਦੀ ਪ੍ਰਮਾਣਿਕਤਾ, ਚੋਰੀ, ਕਟੌਤੀ ਅਤੇ ਡੁਪਲੀਕੇਟ ਤੋਂ ਸੁਰੱਖਿਆ ਮੁਹੱਈਆ ਕਰਵਾਉਣ ਲਈ ਵਰਤੇ ਜਾਂਦੇ ਹਨ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਅਤੇ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਦੇ ਨਾਲ ਹੋਰ ਵੀ ਕੰਪਿਊਟਰ ਵਿਸ਼ੇ ਨਾਲ ਸੰਬੰਧਿਤ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।